Yes, please. Good morning, everyone. Good morning, sir. Good morning, Ji. Good morning. Sat Shri Akal. Good morning, sir. Good morning. Good morning. Morning, sir. Good morning. Good morning, Ji. Good morning. Good morning. Sat Shri Akal ji. Sat Shri Akal. Sat Shri Akal. Sat Shri Akal. Good Let us. morning, sir. Good morning. Good morning. Let us start. Today we will discuss NAPSILA examination, paper number 4, registration manual. Paper number 4, registration manual. ਅਸੀਂ ਪੜ੍ਹ ਰਹੇ ਸੀ ਚੈਪਟਰ ਨੰਬਰ 5 ਚੈਪਟਰ ਨੰਬਰ 5 ਪ੍ਰੋਸੀਜਰ ਪ੍ਰਾਇਰ ਟੂ ਅਸੈਪਟੈਂਸ ਇਹ ਅਸੀਂ ਪੜ੍ਹ ਰਹੇ ਸੀਗੇ ਤੇ ਦੋ ਸੈਕਸ਼ਨ ਦੁਬਾਰਾ ਅਸੀਂ ਰਿਪੀਟ ਕਰਾਂਗੇ ਚੈਪਟਰ ਨੰਬਰ 5 ਦੇ ਪੈਰਾ ਨੰਬਰ 107 ਤੇ ਆ ਜਾਓ ਅਸੀਂ ਛੱਡਿਆ ਸੀ ਵੈਸੇ ਪੈਰਾ ਨੰਬਰ 1112 ਤੇ ਛੱਡਿਆ ਸੀਗਾ ਪਿਛਲਾ ਲੈਕਚਰ ਦੁਬਾਰਾ ਫਿਰ ਅਸੀਂ ਹਲਕਾ ਜਿਹਾ ਰਿਪੀਟ ਕਰਾਂਗੇ ਪੈਰਾ 107 ਪਲੇਸ ਆਫ ਪ੍ਰੈਜੈਂਟੇਸ਼ਨ ਕੋਈ ਰਿਸ਼ਤੀ ਕਿੱਥੇ ਪ੍ਰੈਜੈਂਟ ਕੀਤੀ ਜਾਂਦੀ ਹੈ ਜਨਰਲ ਦੇਖੋ ਅਸੀਂ ਦੇਖਦੇ ਹਾਂ ਵੀ ਜਿਹੜੀ ਵੀ ਕੋਈ ਰਿਸ਼ਤੀ ਹੈਗੀ ਆ ਉਹ ਪ੍ਰੈਜੈਂਟ ਕੀਤੀ ਜਾਂਦੀ ਹੈ ਤਹਿਸੀਲਦਾਰ ਸਬ ਰਜਿਸਟਰਾਰ ਜਾਂ ਜੁਆਇੰਟ ਸਬ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਠੀਕ ਹੈ ਬਟ ਇੱਥੇ ਥੋੜੀ ਜਿਹੀ ਕੁਝ ਐਗਜ਼ੈਂਪਸ਼ਨ ਦਿੱਤੀਆਂ ਹੈਗੀਆਂ ਨੇ ਜੇ ਕੋਈ ਵਿਅਕਤੀ ਕਿਸੇ ਜੇਲ੍ਹ ਦੇ ਵਿੱਚ ਬੰਦ ਹੋਵੇ ਕਿਸੇ ਹਸਪੀਟਲ ਦੇ ਵਿੱਚ ਹੋਵੇ ਜਾਂ ਕੋਈ ਫਿਜ਼ੀਕਲੀ ਅਨਫਿਟ ਹੋਵੇ ਉਹ ਤਹਿਸੀਲ ਦੇ ਵਿੱਚ ਚੱਲ ਕੇ ਆ ਨਾ ਸਕਦਾ ਹੋਵੇ ਠੀਕ ਹੈ ਤਾਂ ਜਿਹੜੀ ਹੈਗੀ ਆ ਰਿਸ਼ਤੀ ਜਿਹੜੀ ਉਹਦੇ ਪ੍ਰਾਈਵੇਟ ਜਿਹੜਾ ਰੈਜ਼ੀਡੈਂਸ ਹੈਗਾ ਉੱਥੇ ਵੀ ਰਿਸ਼ਤੀ ਪੇਸ਼ ਕੀਤੀ ਜਾ ਸਕਦੀ ਹੈ ਜਾਂ ਕੁਝ ਵਿਅਕਤੀ ਐਸੇ ਹੁੰਦੇ ਨੇ ਜਿਹਨਾਂ ਨੂੰ ਲਾਅ ਦੇ ਵਿੱਚ ਪ੍ਰੋਵੀਜ਼ਨ ਦਿੱਤੀ ਗਈ ਹੈ ਲਾਅ ਦੇ ਵਿੱਚ ਉਹਨਾਂ ਨੂੰ ਦਫ਼ਤਰ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈਗੀ ਤਾਂ ਉੱਥੇ ਜਾ ਕੇ ਵੀ ਜਿਹੜੀ ਰਿਸ਼ਤੀ ਹੈ ਉਹ ਕੀਤੀ ਜਾ ਸਕਦੀ ਹੈਗੀ ਹੈ ਸੈਕਸ਼ਨ 38 ਹੈਗਾ ਸਾਡਾ ਆਪਣਾ ਜਿਹੜਾ ਰਜਿਸਟ੍ਰੇਸ਼ਨ ਐਕਟ ਦਾ ਜਿਹੜਾ ਸੈਕਸ਼ਨ 38 ਹੈ ਪਰਸਨਸ ਐਗਜ਼ੈਂਪਟਡ ਫਰੋਮ ਦਾ ਅਪੀਅਰੈਂਸ ਕੁਝ ਵਿਅਕਤੀ ਹੈਗੇ ਜਿਵੇਂ ਐਮਪੀ ਹੈਗੇ ਆ ਇਦਾਂ ਦੇ ਕਾਫੀ ਸੈਕਸ਼ਨ 38 ਪੜ੍ਹ ਕੇ ਤੁਸੀਂ ਦੇਖੋਗੇ ਕੁਝ ਵਿਅਕਤੀ ਹੈਗੇ ਜਿਨ੍ਹਾਂ ਨੂੰ ਜਿਹੜਾ ਗਵਰਨਰ ਹੈ ਰਾਸ਼ਟਰਪਤੀ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੈ ਇਹਨਾਂ ਦੀ ਇੱਕ ਲਿਸਟ ਦਿੱਤੀ ਵੀ ਹੈ ਜਿਨ੍ਹਾਂ ਲੋਕਾਂ ਨੂੰ ਜਿਹੜਾ ਹੈਗਾ ਤਹਿਸੀਲ ਦੇ ਵਿੱਚ ਆ ਕੇ ਖੁਦ ਪ੍ਰੈਜੈਂਟ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਪ੍ਰਾਈਵੇਟ ਰੈਜ਼ੀਡੈਂਸ ਤੇ ਵੀ ਦੀ ਰਿਸ਼ਤੀ ਹੈ ਜਾ ਕੇ ਉਹਨਾਂ ਤੋਂ ਲੈ ਕੇ ਕੀਤੀ ਜਾ ਸਕਦੀ ਹੈਗੀ ਹੈ ਇਹ ਹੈਗਾ ਸੀ ਸੈਕਸ਼ਨ 107 ਠੀਕ ਹੈ ਜੀ ਨੈਕਸਟ ਅਸੀਂ ਹੈਗਾ ਸੈਕਸ਼ਨ 108 ਪੇਮੈਂਟ ਆਫ ਵਿਜ਼ਿਟਸ ਐਂਡ ਇਸ਼ੂ ਆਫ ਕਮਿਸ਼ਨਸ ਇਹ ਅਸੀਂ ਪੜ੍ਹਿਆ ਸੀਗਾ ਵੀ ਜਦੋਂ ਕੋਈ ਰੈਵਨਿਊ ਆਫੀਸਰ ਜਿਨਕੇ ਰਜਿਸਟਰਿੰਗ ਆਫੀਸਰ ਇਹ ਕਹ ਲਈਏ ਆਪਾਂ ਰੈਵਨਿਊ ਆਫੀਸਰ ਤਹਿਸੀਲਦਾਰ ਨੈਬਸੀਲਦਾਰ ਹੁੰਦਾ ਜਦੋਂ ਅਸੀਂ ਲੈਂਡ ਰੈਵਨਿਊ ਐਕਟ ਦੇ ਅਧੀਨ ਕੰਮ ਕਰਦੇ ਹਾਂ ਪਰ ਜਦੋਂ ਅਸੀਂ ਰਜਿਸਟ੍ਰੇਸ਼ਨ ਐਕਟ ਦੇ ਅਧੀਨ ਕੰਮ ਕਰਦੇ ਹਾਂ ਤਾਂ ਅਸੀਂ ਵੀ ਆਰ ਦਾ ਰਜਿਸਟਰਿੰਗ ਆਫੀਸਰਸ ਮੇ ਬੀ ਤਹਿਸੀਲਦਾਰ ਮੇ ਬੀ ਨੈਬਸੀਲਦਾਰ ਠੀਕ ਹੈ ਜਦੋਂ ਕੋਈ ਰਜਿਸਟਰਿੰਗ ਆਫੀਸਰ ਕਿਸੇ ਪ੍ਰਾਈਵੇਟ ਰੈਜ਼ੀਡੈਂਸ ਤੇ ਜਾਂਦਾ ਹੈਗਾ ਤਾਂ ਉਹਦੇ ਕੁਝ ਸਰਕਾਰ ਵੱਲੋਂ ਕੁਝ ਉਹਨੂੰ ਜਿਹੜਾ ਹੈਗਾ ਅਲਾਉਂਸਸ ਦਿੱਤੇ ਜਾਂਦੇ ਹੈਗੇ ਆ ਪੇਮੈਂਟਸ ਦਿੱਤੀਆਂ ਜਾਂਦੀਆਂ ਨੇ ਪੇਮੈਂਟ ਆਫ ਵਿਜ਼ਿਟਸ ਐਂਡ ਇਸ਼ੂ ਆਫ ਕਮਿਸ਼ਨਸ ਮੇ ਬੀ ਰਜਿਸਟਰੀ ਕਰਨੀ ਹੋਵੇ ਤਹਿਸੀਲਦਾਰ ਨੇ ਤੇ ਤਹਿਸੀਲਦਾਰ ਕਿਸੇ ਐਸੇ ਕੰਮ ਦੇ ਵਿੱਚ ਰੁੱਝਿਆ ਹੋਵੇ ਜਿਹਨੂੰ ਛੱਡ ਕੇ ਜਾਣਾ ਉਹਨੂੰ ਮੁਸ਼ਕਲ ਹੋਵੇ ਇਸ ਕਰਕੇ ਜਿਹੜਾ ਕਮਿਸ਼ਨ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ ਤਾਂ ਜਿਹੜਾ ਆਫੀਸਰ ਹੈਗਾ ਆਪਣੇ ਅਧੀਨ ਕਿਸੇ ਆਫੀਸਰ ਨੂੰ ਜਿਵੇਂ ਕਿ ਤਹਿਸੀਲਦਾਰ ਹੈ ਨਾਇਬ ਤਹਿਸੀਲਦਾਰ ਨੂੰ ਕਮਿਸ਼ਨ ਉਕਤ ਕਰਕੇ ਭੇਜ ਸਕਦਾ ਵੀ ਤੁਸੀਂ ਜਾ ਕੇ ਉਹਦੀ ਸਟੇਟਮੈਂਟ ਲੈ ਕੇ ਆ ਜਾਓ ਠੀਕ ਹੈ ਦੈਨ ਬਾਕੀ ਜਿਹੜਾ ਕਾਰਵਾਈ ਹੈਗੀ ਹੈ ਸਾਡੇ ਪੱਧਰ ਤੇ ਕਰ ਦਿੱਤੀ ਜਾਵੇਗੀ ਇਹ ਜਿਹੜੇ ਕਮਿਸ਼ਨਸ ਹੈਗੇ ਨੇ ਕਮਿਸ਼ਨ ਜੇਕਰ ਇੱਕ ਪਿੰਡ ਤੇ ਜਾਂਦਾ ਹੈ ਆਫੀਸਰ ਤਾਂ ਇੱਕ ਕਮਿਸ਼ਨ ਦੀ ਜਿਹੜੀ ਕਿ ਉਹਦੀ ਪੇਮੈਂਟ ਬਣਦੀ ਹੈ ਇੱਕ ਪਿੰਡ ਦੀ ਮਤਲਬ ਕਿ ਚਾਹੇ ਉੱਥੇ ਰਿਸ਼ਤੀਆਂ 2 ਜਾਂ 3 ਹੋਣ ਤਾਂ ਇੱਕ ਕਮਿਸ਼ਨ ਦਿੱਤਾ ਜਾਂਦਾ ਹੈ ਜੇਕਰ ਦੋ ਜਗ੍ਹਾ ਤੇ ਅਲੱਗ-ਅਲੱਗ ਜਾਂਦਾ ਤਾਂ ਦੋ ਕਮਿਸ਼ਨ ਦਿੱਤੇ ਜਾਂਦੇ ਆ ਇਸੇ ਤਰੀਕੇ ਜੇ ਇੱਕ ਜੇਲ੍ਹ ਦੇ ਵਿੱਚ ਆ ਜਾਂਦਾ ਇੱਕ ਜੇਲ੍ਹ ਦੇ ਵਿੱਚ ਜਾ ਕੇ ਕਿਸੇ ਵਿਅਕਤੀ ਦੀ ਰਜਿਸਟਰੀ ਕੀਤੀ ਜਾਂਦੀ ਹੈ ਜਾਂ ਕਿਸੇ ਦੀ ਸਟੇਟਮੈਂਟ ਲਈ ਜਾਂਦੀ ਹੈ ਤਾਂ ਇੱਕ ਕਮਿਸ਼ਨ ਦੀ ਜਿਹੜੀ ਫੀਸ ਹੁੰਦੀ ਹੈ ਉਹ ਬਣਦੀ ਹੈ ਜੇਕਰ ਦੋ ਅਲੱਗ-ਅਲੱਗ ਜੇਲ੍ਹਾਂ 'ਚ ਜਾ ਕੇ ਕਰਨਾ ਪੈਂਦਾ ਤਾਂ ਅਲੱਗ-ਅਲੱਗ ਫੀਸ ਜਿਹੜੀ ਹੈਗੀ ਆ ਉਹ ਜਮ੍ਹਾਂ ਕਰਾਉਣੀ ਪੈਂਦੀ ਹੈ ਪਾਰਟੀਜ਼ ਨੂੰ ਇਹ ਕਮਿਸ਼ਨ ਕੌਣ ਜਮ੍ਹਾਂ ਕਰਾਉਂਦਾ ਹੈ ਇਹ ਜਿਹੜੀ ਪਾਰਟੀ ਐਪਲੀਕੇਸ਼ਨ ਦਿੰਦੀ ਹੈ ਵੀ ਜਿਹੜੀ ਮੇਰੀ ਰਜਿਸਟਰੀ ਹੈ ਉਹ ਜਾ ਕੇ ਫਲਾਣੀ ਜਗ੍ਹਾ ਤੇ ਕੀਤੀ ਜਾਵੇ ਉਸ ਵੱਲੋਂ ਇਹ ਜਿਹੜਾ ਪੇਮੈਂਟ ਜਮ੍ਹਾਂ ਕਰਾਉਣੀ Next है section 109 allowances to the commissioners ਇਹ ਆਪਾਂ ਪੜ੍ਹ ਚੁੱਕੇ ਹਾਂ ਉਹੀ ਗੱਲ ਆ ਗਈ ਵੀ ਜੇ ਤਾਂ ਇੱਕ ਜਗ੍ਹਾ ਤੇ ਜਾਂਦਾ ਤਾਂ ਇੱਕ ਕਮਿਸ਼ਨ ਮਿਲੇਗਾ ਜੇ ਦੋ ਜਗ੍ਹਾ ਤੇ ਤਿੰਨ ਜਗ੍ਹਾ ਤੇ ਜਾਂਦਾ ਤਾਂ ਅਲੱਗ ਕਮਿਸ਼ਨ ਜਿਹੜੇ ਦਿੱਤੇ ਜਾਂਦੇ ਹੈਗੇ ਆ ਪਰ ਇਹਦਾ ਮਤਲਬ ਇਹ ਹੈਗਾ ਸਿੰਪਲ ਵੀ ਜੇਕਰ ਇੱਕ ਜੇਲ੍ਹ ਵਿੱਚ ਜਾ ਕੇ ਤੁਸੀਂ 3 ਰਜਿਸਟਰੀਆਂ ਕਰਦੇ ਹੋ ਠੀਕ ਹੈ ਤਾਂ ਤੁਹਾਨੂੰ ਇੱਕੋ ਹੀ ਕਮਿਸ਼ਨ ਮਿਲੇਗਾ 3 ਕਮਿਸ਼ਨ ਅਲੱਗ-ਅਲੱਗ ਨਹੀਂ ਮਿਲਣਗੇ ਇੱਕੋ ਟਾਈਮ ਦੇ ਵਿੱਚ ਜਾ ਕੇ ਇਹ ਦੱਸਿਆ ਗਿਆ ਸਾਰੇ ਹੀ ਇਹਦੇ ਵਿੱਚ ਇਹ ਜਿਹੜਾ ਕਮਿਸ਼ਨ ਹੁੰਦਾ ਇਹ ਅਲਾਉਂਸਸ ਹੁੰਦਾ ਟਰੈਵਲਿੰਗ ਅਲਾਉਂਸਸ ਵਗੈਰਾ ਹੁੰਦਾ ਜੋ ਵੀ ਖਰਚਾ ਆਇਆ ਹੁੰਦਾ ਉਸ ਨੂੰ ਅਸੀਂ ਇਹ ਅਲਾਉਂਸਸ ਕਹ ਰਹੇ ਹਾਂ ਨੈਕਸਟ ਸੈਕਸ਼ਨ 110 ਹੈਗਾ ਆਵਰਸ ਅਲੋਟਡ ਟੂ ਦਾ ਰਜਿਸਟ੍ਰੇਸ਼ਨ ਵਰਕ ਟੂ ਬੀ ਨੋਟੀਫਾਈਡ ਜਦੋਂ ਅਸੀਂ ਬੀਇੰਗ ਅ ਰੈਵਨਿਊ ਆਫੀਸਰ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਠੀਕ ਹੈ ਅਸੀਂ ਉਸ ਐਕਟ ਦੇ ਤਹਿਤ ਅਸੀਂ ਰੈਵਨਿਊ ਆਫੀਸਰਸ ਹੁੰਦੇ ਹਾਂ
ਪਰ ਉਸ ਐਕਟ ਤੋਂ ਇਲਾਵਾ ਇਹ ਜਿਹੜਾ ਵਰਕ ਹੈਗਾ ਰਜਿਸਟ੍ਰੇਸ਼ਨ ਦਾ, ਇਹ ਸਾਨੂੰ ਐਕਸਟਰਾ ਦਿੱਤਾ ਜਾਂਦਾ ਹੈਗਾ ਇਸ ਐਕਟ ਦੇ ਤਹਿਤ, ਰਜਿਸਟ੍ਰੇਸ਼ਨ ਐਕਟ ਦੇ ਤਹਿਤ। ਠੀਕ ਹੈ, ਜਿਹਦੀ ਸਾਨੂੰ ਸੈਲਰੀ ਮਿਲਦੀ ਹੈ ਉਹ ਸਾਨੂੰ ਮਿਲਦੀ ਹੈ ਐਜ਼ ਏ ਬੀਇੰਗ ਰੈਵਨਿਊ ਆਫਿਸਰ। ਇਹ ਐਕਸਟਰਾ ਵਰਕ ਜਿਹੜਾ ਹੈਗਾ ਇਹ ਦੇਣ ਦੇ ਕਾਰਨ ਅਸੀਂ ਜਿਹੜਾ ਹੈਗਾ ਆਪਣਾ ਉਧਰੋਂ ਰੈਵਨਿਊ ਦਾ ਜਿਹੜਾ ਕੰਮ ਹੈਗਾ ਉਸ ਨੂੰ ਛੱਡ ਕੇ ਜਾਂ ਉਹਦੀ ਟਾਈਮ ਦੀ ਐਡਜਸਟਮੈਂਟ ਕਰਕੇ ਜਿਹੜਾ ਰਜਿਸਟ੍ਰੇਸ਼ਨ ਦਾ ਕੰਮ ਕਰਦੇ ਆ। ਮੇਬੀ ਜਿਵੇਂ ਕਿਸੇ ਸੈਪਰੇਟ ਰਜਿਸਟਰ ਦਾ ਰਜਿਸਟਰਿੰਗ ਆਫਿਸਰ ਦਾ ਜਿਹੜਾ ਸੈਪਰੇਟ ਆਫਿਸ ਬਣਾਇਆ ਹੋਇਆ ਹੋਵੇ, ਤਹਿਸੀਲਦਾਰ ਦਾ ਆਫਿਸ ਸੈਪਰੇਟ ਬਣਾਇਆ ਹੋਇਆ ਹੁੰਦਾ, ਜਿਵੇਂ ਅਕਸਰ ਅਸੀਂ ਦੇਖਦੇ ਹੈਗੇ ਆ ਵੱਡੀਆਂ ਤਹਿਸੀਲਾਂ ਦੇ ਵਿੱਚ ਤਹਿਸੀਲਦਾਰ ਦੀ ਡਿਊਟੀ ਦਫ਼ਤਰ ਕਿਤੇ ਹੋਰ ਹੈਗਾ, ਰਜਿਸਟਰੀਆਂ ਕਿਤੇ ਹੋਰ ਹੁੰਦੀਆਂ ਨੇ। ਇਸੇ ਤਰੀਕੇ ਇੱਥੇ ਕਿਹਾ ਗਿਆ ਹੈਗਾ ਵੀ ਜਿੱਥੇ ਵੀ ਤੁਸੀਂ ਜਦੋਂ ਵੀ ਤੁਸੀਂ ਰਜਿਸਟਰੀਆਂ ਦਾ ਟਾਈਮ ਦਾ ਕੋਈ ਸਮਾਂ ਨਿਯਤ ਕਰਨਾ ਹੈਗਾ, ਉਹ ਜਿਹੜਾ ਟਾਈਮ ਹੈਗਾ ਕਿੰਨੇ ਵਜੇ ਤੱਕ ਤੁਸੀਂ ਰਜਿਸਟਰੀਆਂ ਕਰਨੀਆਂ ਨੇ, ਕਿਹੜੇ ਕਿਹੜੇ ਦਿਨ ਰਜਿਸਟਰੀਆਂ ਕਰਨੀਆਂ ਨੇ। ਕਈ ਤਹਿਸੀਲਾਂ ਦੇ ਵਿੱਚ 2 ਦਿਨ ਰਜਿਸਟਰੀਆਂ ਹੁੰਦੀਆਂ ਨੇ, ਕਿਸੇ 'ਚ ਮਤਲਬ ਕਿ ਟਾਈਮ ਕੀ ਹੈਗਾ ਉਹ ਜਿਹੜਾ ਹੈਗਾ ਸਾਰਾ ਤੁਸੀਂ ਨੋਟਿਸ ਬੋਰਡ ਤੇ ਲਗਾਉਣਾ ਕਿ ਤਾਂ ਕਿ ਆਮ ਪਬਲਿਕ ਦੇ ਲਈ ਮਤਲਬ ਕਿ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਨਾ ਹੋਵੇ, ਤਾਂ ਕਿ ਸਮੇਂ ਸਿਰ ਵਿਅਕਤੀ ਕਿਸ ਸਮੇਂ ਤਹਿਸੀਲਦਾਰ ਨੇ ਤਹਿਸੀਲ ਜਾਣਾ ਹੈ, ਕਿਸ ਵੇਲੇ ਰਜਿਸਟਰੀਆਂ ਲੈਣੀਆਂ ਨੇ, ਕਿਸ ਵੇਲੇ ਪਾਰਟੀਆਂ ਨੇ ਰਜਿਸਟਰੀ ਪ੍ਰੈਜ਼ੈਂਟ ਕਰਨੀ ਹੈ ਤੇ ਕਦੋਂ ਰਜਿਸਟਰੀਆਂ ਕੀਤੀਆਂ ਜਾਂਦੀਆਂ ਨੇ ਤੇ ਕਦੋਂ ਰਜਿਸਟਰੀਆਂ ਵਾਪਸ ਕੀਤੀਆਂ ਜਾਂਦੀਆਂ ਨੇ। ਇਹ ਸਾਰਾ ਜਿਹੜਾ ਟਾਈਮ ਟੇਬਲ ਹੈ, ਟਾਈਮ ਸ਼ਡਿਊਲ ਹੈਗਾ, ਇਹ ਆਪਣੇ ਦਫ਼ਤਰ ਦੇ ਬਾਹਰ ਲਗਾਇਆ ਜਾਣਾ ਹੁੰਦਾ ਹੈ। ਸੈਕਸ਼ਨ 1111 ਹੈਗਾ ਰਿਸੈਪਸ਼ਨ ਆਫ ਡਾਕੂਮੈਂਟਸ ਫਾਰ ਦਾ ਰਜਿਸਟ੍ਰੇਸ਼ਨ ਐਟ ਦਾ ਆਵਰਸ। ਇਹ ਕਿਹਾ ਗਿਆ ਵੀ ਜਿਹੜੇ ਤੁਸੀਂ ਆਵਰ ਉੱਥੇ ਨਿਯਤ ਕੀਤੇ ਨੇ, ਬੋਰਡ ਤੇ ਲਗਾਇਆ ਗਿਆ ਹੈਗਾ ਵੀ ਕਿਸ ਵੇਲੇ ਜਿਹੜੀਆਂ ਰਜਿਸਟਰੀਆਂ ਲਈਆਂ ਜਾਣਗੀਆਂ ਕਰਨ ਦੇ ਲਈ। ਠੀਕ ਹੈ, ਇਹ ਰਜਿਸਟਰੀਆਂ ਯਾਨੀ ਕਿ ਇਹ ਕਿਹਾ ਗਿਆ ਹੈਗਾ ਇਸ ਸੈਕਸ਼ਨ ਦੇ ਵਿੱਚ ਜਿਹੜਾ ਰੈਵਨਿਊ ਰਜਿਸਟਰਿੰਗ ਆਫਿਸਰ ਹੈਗਾ, ਮੇਬੀ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਉਹਨੇ ਖੁਦ ਇਹ ਰਜਿਸਟਰੀਆਂ ਉਹਦੇ ਪ੍ਰੈਜ਼ੈਂਟ ਹੁੰਦੀਆਂ ਨੇ ਉਸੇ ਸਮੇਂ ਦੇ ਵਿੱਚ ਜਿਹੜਾ ਸਮਾਂ ਨਿਯਤ ਕੀਤਾ ਗਿਆ ਤੇ ਰੈਵਨਿਊ ਆਫਿਸਰ ਜਿਹੜਾ ਹੈਗਾ ਖੁਦ ਰਜਿਸਟਰਿੰਗ ਆਫਿਸਰ ਖੁਦ ਲੈ ਕੇ ਇਹ ਰਜਿਸਟਰ ਆਏਗਾ। ਇਹ ਨਹੀਂ ਕਹੇਗਾ ਕਿ ਕਿਸੇ ਨੂੰ ਹੋਰ ਨੂੰ ਕਹਿ ਦੇਗਾ ਤੁਸੀਂ ਰਜਿਸਟਰੀਆਂ ਲੈ ਕੇ ਰੱਖ ਲਓ ਸਾਰੀਆਂ ਤੇ ਮੈਂ ਕਰ ਦੇਵਾਂਗਾ, ਪਰਸਨਲੀ ਰਿਸੀਵ ਕੀਤੀਆਂ ਜਾਣੀਆਂ ਹੁੰਦੀਆਂ ਨੇ। ਸੈਕਸ਼ਨ 112 ਐਗਜ਼ਾਮੀਨੇਸ਼ਨ ਐਸ ਟੂ ਦਾ ਸਟੈਂਪ। ਸਭ ਤੋਂ ਪਹਿਲੀ ਡਿਊਟੀ ਕੀ ਹੁੰਦੀ ਹੈ ਮਤਲਬ ਕਿ ਰਜਿਸਟਰਿੰਗ ਆਫਿਸਰ ਦੀ? ਪਹਿਲੀ ਡਿਊਟੀ ਇਹ ਹੈ ਵੀ ਜਦੋਂ ਵੀ ਕੋਈ ਡਾਕੂਮੈਂਟ ਉਹਦੇ ਪੇਸ਼ ਹੁੰਦਾ ਹੈਗਾ, ਸਭ ਤੋਂ ਪਹਿਲਾਂ ਇਹ ਡਿਊਟੀ ਬਣ ਜਾਂਦੀ ਹੈਗੀ ਹੈ ਵੀ ਕੀ ਇਹ ਜਿਹੜਾ ਡਾਕੂਮੈਂਟ ਹੈਗਾ ਇਹਦੇ ਉੱਪਰ ਡਿਊਲੀ ਸਟੈਂਪਡ ਹੈਗਾ, ਇਹ ਪ੍ਰੋਪਰ ਸਟੈਂਪ ਡਿਊਟੀ ਲੱਗੀ ਵੀ ਹੈਗੀ ਇਹਦੇ ਤੇ। ਠੀਕ ਹੈ, ਇਹ ਮੇਨ ਡਿਊਟੀ ਪਹਿਲਾਂ ਡਾਕੂਮੈਂਟ ਪੇਸ਼ ਹੁੰਦੇ ਹੀ ਸਭ ਤੋਂ ਪਹਿਲੀ ਡਿਊਟੀ ਇਹ ਬਣ ਜਾਂਦੀ ਹੈ ਵੀ ਕੀ ਡਾਕੂਮੈਂਟ ਦੇ ਉੱਪਰ ਪ੍ਰੋਪਰ ਸਟੈਂਪ ਲੱਗੇ ਹੋਏ ਹੈਗੇ। ਜੇਕਰ ਪ੍ਰੋਪਰ ਸਟੈਂਪ ਨਹੀਂ ਲੱਗੇ ਹੋਏ ਤਾਂ ਤੁਸੀਂ ਪਾਰਟੀ ਜਿਹੜੀ ਪ੍ਰੈਜ਼ੈਂਟ ਕਰਦੇ ਆ ਤਾਂ ਉਹਨੂੰ ਦੱਸ ਸਕਦੇ ਹੋ, ਜ਼ਬਾਨੀ ਤੌਰ ਤੇ ਦੱਸ ਸਕਦੇ ਹੋ ਵੀ ਇਹਦੇ ਤੇ ਇਦਾਂ ਕਰਕੇ ਇੰਨੇ ਸਟੈਂਪ ਲੱਗਣੇ ਬਣਦੇ ਸੀ, ਇੰਨੇ ਸਟੈਂਪ ਲਗਾਏ ਗਏ, ਉਹਨੂੰ ਪ੍ਰੋਪਰ ਜਿਹੜੀ ਹੈਗੀ ਹੈ ਡਿਊਲੀ ਸਟੈਂਪ ਕਰਕੇ ਲੈ ਕੇ ਆਓ। ਠੀਕ ਹੈ ਜੀ। ਨੈਕਸਟ ਹੈ ਸੈਕਸ਼ਨ 113 exemptions from the stamp duty of the instruments to which government is a party। ਸਿੰਪਲ ਜੀ ਗੱਲ ਇਹਦੇ ਵਿੱਚ ਦੱਸਿਆ ਗਿਆ ਹੈਗਾ ਜਦੋਂ ਕੋਈ ਸਰਕਾਰ ਦੇ ਹੱਕ ਦੇ ਵਿੱਚ ਕੋਈ ਰਜਿਸਟਰੀ ਹੋਣੀ ਹੈ, ਠੀਕ ਹੈ, ਉੱਥੇ ਜਿਹੜੀ ਸਟੈਂਪ ਡਿਊਟੀ ਹੈਗੀ ਆ ਉਹ ਮਾਫ ਕੀਤੀ ਗਈ ਹੈ ਇਸ ਸਟੈਂਪ ਐਕਟ ਦੇ ਤਹਿਤ। ਕੋਈ ਵੀ ਡਾਕੂਮੈਂਟ ਜਦੋਂ ਹੁੰਦੇ ਨੇ, ਕੋਈ ਬੇਸ਼ੱਕ ਸਰਕਾਰ ਦੇ ਵੱਲੋਂ ਕੋਈ ਆਫੀਸਰ ਜਾ ਕੇ ਪੇਸ਼ ਹੁੰਦਾ ਹੈਗਾ, ਠੀਕ ਹੈ, ਕੋਈ ਡਿਪਾਰਟਮੈਂਟ ਦਾ ਕੋਈ ਹੈੱਡ ਹੁੰਦਾ ਹੈ, ਡਿਪਾਰਟਮੈਂਟ ਦਾ ਕੋਈ ਅਥੋਰਾਈਜ਼ਡ ਆਫੀਸਰ ਹੁੰਦਾ ਹੈ, ਉਹ ਜਾ ਕੇ ਪੇਸ਼ ਹੁੰਦਾ ਹੈ ਗਵਰਨਮੈਂਟ ਵੱਲੋਂ, ਪਰ ਰਜਿਸਟਰੀ ਸਰਕਾਰ ਦੇ ਨਾਮ ਤੇ ਹੁੰਦੀ ਹੈ। ਤਾਂ ਜਿਹੜਾ ਹੈ ਇੰਡੀਅਨ ਸਟੈਂਪ ਐਕਟ 1899 ਦੀ ਸੈਕਸ਼ਨ 3 ਹੈਗੀ ਹੈ, ਸੈਕਸ਼ਨ 3 ਦੇ ਤਹਿਤ ਜਿਹੜੀ ਪ੍ਰੋਵੀਜ਼ਨ 1 ਹੈਗੀ ਹੈ ਉਹਦੇ ਵਿੱਚ ਕੀ ਹੈਗਾ ਐਗਜ਼ੈਂਪਸ਼ਨ ਦਿੱਤੀ ਗਈ ਹੈ ਗਵਰਨਮੈਂਟ ਦੇ ਫੇਵਰ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਹੁੰਦੀਆਂ। ਨੈਕਸਟ ਇਹ 114 ਸੈਕਸ਼ਨ ਹੈਗਾ, ਇਹ ਹੈਗਾ ਸਟੈਂਪ ਡਿਊਟੀ ਚਾਰਜੇਬਲ ਔਨ ਬੈਬਿਲਾ ਵਫਾਡੀਟ। ਬੈਬਿਲਾ ਵਫਾਡੀਟ ਕੋਈ ਹੁੰਦੀ ਹੈ ਜਿਹੜੀ ਮੌਰਗੇਜ ਦੀ ਹੁੰਦੀ ਹੈ, ਕੰਡੀਸ਼ਨ ਹੁੰਦੀ ਛੱਡ ਦੇ ਕਦੀ ਡਾਕੂਮੈਂਟ ਨਹੀਂ ਆਇਆ ਹੈਗਾ। ਨੈਕਸਟ ਹੈਗਾ 115 ਸੈਕਸ਼ਨ ਇੰਪਾਊਂਡਿੰਗ ਆਫ ਡਾਕੂਮੈਂਟ ਨਾਟ ਡਿਊਲੀ ਸਟੈਂਪਡ। ਦੇਖੋ ਆਪਾਂ ਉੱਪਰ ਗੱਲ ਕਰਕੇ ਆਏ ਸੀ ਵੀ ਪਹਿਲੀ ਡਿਊਟੀ ਆਫਿਸ ਰਜਿਸਟਰਿੰਗ ਆਫਿਸਰ ਦੀ ਬਣ ਜਾਂਦੀ ਹੈ ਵੀ ਕੀ ਇਹ ਡਾਕੂਮੈਂਟ ਦੇ ਪੂਰੇ ਸਟੈਂਪ ਲੱਗੇ ਹੋਏ ਹੈਗੇ ਆ। ਠੀਕ ਹੈ, ਜੇਕਰ ਪਾਰਟੀ ਤੁਹਾਡੀ ਗੱਲ ਸੁਣ ਲੈਂਦੀ ਹੈ, ਮੰਨ ਲੈਂਦੀ ਹੈ, ਠੀਕ ਹੈ ਵੀ ਹਾਲੇ ਤੇਰੀ ਸਟੈਂਪ ਘੱਟ ਲੱਗੀ ਵੀ ਹੈਗੀ ਹੈ, ਤਾਂ ਦੁਬਾਰਾ ਸਟੈਂਪ ਲਿਆ ਕੇ ਪਾਰਟੀ ਲਗਾ ਦਿੰਦੀ ਹੈਗੀ ਹੈ, then it is okay. If the registering officer is of the opinion that the document is presented to him is not duly stamped, he shall impound it. ਜੇਕਰ ਪਾਰਟੀ ਨਹੀਂ ਮੰਨਦੀ ਇਸ ਗੱਲ ਦੀ, ਉਹ ਕਹਿੰਦੀ ਮੈਂ ਤਾਂ ਡਾਕੂਮੈਂਟ ਪੂਰੇ ਲੱਗੇ ਹੋਏ ਜੀ, ਮੈਂ ਤਾਂ ਸਟੈਂਪ ਪੂਰਾ ਲਗਾਇਆ ਹੈਗਾ, then ਤੁਸੀਂ ਇਸ ਗੱਲ ਤੇ ਸੈਟੀਸਫਾਈ ਹੋ ਵੀ ਨਹੀਂ ਇਹਦੇ ਜਿਹੜੇ ਸਟੈਂਪ ਹੈਗੇ ਪੂਰੇ ਨਹੀਂ ਲੱਗੇ ਹੈਗੇ, ਤਾਂ ਜਿਹੜਾ ਸੈਕਸ਼ਨ 33 ਹੈਗਾ ਆਪਣਾ ਸਟੈਂਪ ਐਕਟ ਦਾ ਸੈਕਸ਼ਨ 33 ਹੈਗਾ, ਉਹਦੇ ਤਹਿਤ ਤੁਹਾਡੇ ਕੋਲ ਪਾਵਰ ਹੈਗੀ ਹੈ, ਤੁਸੀਂ ਡਾਕੂਮੈਂਟ ਨੂੰ ਰਜਿਸਟਰ ਤਾਂ ਕਰ ਦੋਗੇ, ਠੀਕ ਹੈ, ਤੁਸੀਂ ਡਾਕੂਮੈਂਟ ਨੂੰ ਰਿਫਿਊਜ਼ ਨਹੀਂ ਕਰਨਾ ਹੈਗਾ ਡਿਊ ਟੂ ਸਟੈਂਪ। ਡਾਕੂਮੈਂਟ ਨੂੰ ਰਿਫਿਊਜ਼ ਨਹੀਂ ਕਰਨਾ ਹੈਗਾ, ਤੁਸੀਂ ਡਾਕੂਮੈਂਟ ਨੂੰ ਰਜਿਸਟਰ ਕਰੋਗੇ, ਪਰ ਰਜਿਸਟਰ ਕਰਕੇ ਸੈਕਸ਼ਨ 33 ਜਿਹੜੀ ਹੈਗੀ ਹੈ ਉਹਦੇ ਤਹਿਤ ਤੁਸੀਂ ਉਹਦੇ ਕਾਰਵਾਈ ਕਰੋਗੇ। ਕਾਰਵਾਈ ਕੀ ਕਰੋਗੇ? ਤੁਸੀਂ ਉਸ ਨੂੰ
ਇੰਪਾਊਂਡ ਕਰਕੇ ਕਲੈਕਟਰ ਨੂੰ ਭੇਜੋਗੇ। ਕਲੈਕਟਰ ਨੇ ਪਾਵਰਸ ਅੱਜਕੱਲ ਜਿਹੜੀਆਂ ਆਮ ਤੌਰ ਤੇ ਦਿੱਤੀਆਂ ਗਈਆਂ ਨੇ ਏਡੀਸੀ ਕੋਲੇ ਹੁੰਦੀਆਂ ਨੇ। ਏਡੀਸੀ ਨੇ ਅੱਗੇ ਡਿਟਰਮਿਨ ਕਰਨਾ ਹੈਗਾ ਵੀ ਕੀ ਇਹ ਤੇ ਸਟੈਂਪ ਡਿਊਟੀ ਪੂਰੀ ਲੱਗੀ ਵੀ ਹੈ ਜਾਂ ਨਹੀਂ ਲੱਗੀ ਹੋਈ। ਉਹਦੀ ਕਾਰਵਾਈ ਫਰਦਰ ਹੈਗੀ, ਆਪਾਂ ਅੱਗੇ ਜਾ ਕੇ ਪੜਾਂਗੇ ਵੀ ਉਹਦੇ ਏਡੀਸੀ ਨੇ ਕੀ ਕਾਰਵਾਈ ਕਰਨੀ ਹੁੰਦੀ ਹੈ। ਠੀਕ ਹੈ, ਉਹ ਇੱਕ ਵੱਖਰਾ ਹੈਗਾ ਇਸ਼ੂ। ਪਰ ਇੱਥੇ ਹੈਗਾ 115 ਦੇ ਵਿੱਚ ਇੰਨਾ ਹੈਗਾ ਸੈਕਸ਼ਨ 33 ਦੇ ਤਹਿਤ ਜਿਹੜਾ ਰਜਿਸਟਰਿੰਗ ਆਫੀਸਰ ਹੈਗਾ, ਜੇ ਪਾਰਟੀ ਨਹੀਂ ਮੰਨਦੀ ਵੀ ਕੋਈ ਨਹੀਂ ਮੇਰੇ ਡਾਕੂਮੈਂਟ ਮੇਰੇ ਸਟੈਂਪ ਪੂਰੇ ਲੱਗੇ ਹੋਏ ਹੈਗੇ, ਤਾਂ ਰਜਿਸਟਰੀ ਕਰਕੇ ਉਸ ਡਾਕੂਮੈਂਟ ਨੂੰ ਇੰਪਾਊਂਡ ਕਰਕੇ, ਯਾਨੀ ਕਿ ਉਹ ਡਾਕੂਮੈਂਟ ਨੂੰ ਇੰਪਾਊਂਡ ਕਰਕੇ ਰਜਿਸਟਰ ਕੋਲ ਭੇਜ ਦਿੱਤਾ ਜਾਂਦਾ ਹੈ ਵਿਦ ਆਪਦੀ ਰਿਪੋਰਟ ਵੀ ਮੈਂ ਇਸ ਨੂੰ ਇੰਪਾਊਂਡ ਕਿਉਂ ਕਰ ਰਿਹਾ, ਵੀ ਇਹਦੇ ਤੇ ਸਟੈਂਪ ਡਿਊਟੀ ਇੰਨੀ ਬਣਦੀ ਸੀ ਪਰ ਇਸ ਜਿਹੜੀ ਹੈਗੀ ਪਾਰਟੀ ਹੈਗੀ ਹੈ ਇਹਨਾਂ ਨੇ ਸਟੈਂਪ ਡਿਊਟੀ ਇੰਨੀ ਲਗਾਈ ਹੈ, ਇਸ ਕਰਕੇ ਇਹ ਜਿਹੜਾ ਡਾਕੂਮੈਂਟ ਹੈਗਾ ਫਾਰ ਡਿਟਰਮੀਨੇਸ਼ਨ, ਪ੍ਰੋਪਰ ਡਿਟਰਮੀਨੇਸ਼ਨ ਵੀ ਇਹਦੇ ਤੇ ਸਟੈਂਪ ਡਿਊਟੀ ਬਣਦੀ ਕਿੰਨੀ ਹੈ। ਦੋਹਾਂ ਦੇ ਵਿੱਚ ਆਪਸੀ ਇੱਕ ਗੱਲ ਮਤਲਬ ਕਿ ਤੈਅ ਨਹੀਂ ਹੋ ਰਹੀ, ਪਾਰਟੀ ਕੁਝ ਕਹਿੰਦੀ ਹੈ ਅਸੀਂ ਕੁਝ ਕਹਿੰਦੇ ਆ, ਠੀਕ ਹੈ, ਫਿਰ ਤਾਂ ਇਹੀ ਹੈ ਵੀ ਸਾਡੇ ਤੋਂ ਹਾਇਰ ਆਫੀਸਰ ਹੀ ਡਿਟਰਮਿਨ ਕਰੇਗਾ। ਇਸ ਕਰਕੇ ਉਹ ਜਿਹੜੀ ਹੈਗੀ ਕਲੈਕਟਰ ਨੂੰ ਭੇਜ ਦਿੱਤੀ ਜਾਂਦੀ ਹੈ ਰਜਿਸਟਰੀ ਓਰੀਜਨਲ ਐਂਡ ਸੈਂਡ ਇਟ ਟੂ ਦ ਕਲੈਕਟਰ ਟੂ ਡੈਲਟ ਵਿਦ ਅੰਡਰ ਸੈਕਸ਼ਨ 40 ਆਫ ਦੈਟ ਐਕਟ। ਜਿਹੜਾ ਸੈਕਸ਼ਨ 40 ਹੈ ਉਹ 40 ਸੈਕਸ਼ਨ ਦੇ ਤਹਿਤ ਜਿਹੜੀ ਕਾਰਵਾਈ ਅੱਗੇ ਕਲੈਕਟਰ ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ। ਉਹਦੀ ਕਾਰਵਾਈ ਕੀ ਹੈਗੀ ਆ, ਉਹ ਸਮਨਿੰਗ ਕੀਤੀ ਜਾਂਦੀ ਹੈ ਪਾਰਟੀਆਂ ਨੂੰ, ਦੂਜੀ ਪਾਰਟੀ ਤੋਂ ਜਵਾਬ ਦਾਵਾ ਲਿਆ ਜਾਂਦਾ ਹੈਗਾ, ਜਵਾਬ ਲਾ ਕੇ ਉਹ ਤੋਂ ਸੁਣਿਆ ਜਾਂਦਾ ਉਸ ਨੂੰ ਬੁਲਾ ਕੇ, ਠੀਕ ਹੈ, ਫਿਰ ਉਸ ਦੀ ਡਿਸਾਈਡ ਕੀਤਾ ਜਾਂਦਾ ਹੈ। ਜੇ ਲੋੜ ਪਵੇ ਤਾਂ ਉਹਦੀ ਰਿਪੋਰਟ ਵੀ ਲਈ ਜਾਂਦੀ ਹੈ, ਫਸਲ ਮੌਕੇ ਤੇ ਕੀ ਬੀਜਿਆ ਹੋਇਆ ਹੈਗਾ, ਰੈਵਨਿਊ ਆਫੀਸਰ ਰਾਹੀਂ ਤਹਿਸੀਲਦਾਰ ਦੇ ਰਾਹੀਂ ਰਿਪੋਰਟ ਵੀ ਲਈ ਜਾਂਦੀ ਹੈ, ਮੌਕਾ ਵਿਜ਼ਿਟ ਵੀ ਕੀਤਾ ਜਾ ਸਕਦਾ ਹੈ, ਰੈਵਨਿਊ ਆਫੀਸਰ ਨੂੰ ਵਿਜ਼ਿਟ ਕਰਨ ਲਈ ਵੀ ਕਿਹਾ ਜਾ ਸਕਦਾ ਹੁੰਦਾ। ਖੁਦ ਜਿਹੜਾ ਕਲੈਕਟਰ ਹੈਗਾ ਜਿਹਦੇ ਕੋਲ ਕਲੈਕਟਰ ਦੀ ਪਾਵਰਸ ਹੁੰਦੀਆਂ ਨੇ, ਯਾਨੀ ਕਿ ਏਡੀਸੀ ਖੁਦ ਜਾ ਕੇ ਮੌਕਾ ਵੀ ਦੇਖ ਸਕਦੇ ਹੈਗੇ। ਇਹ ਸੈਕਸ਼ਨ 40 ਦੀ ਕਾਰਵਾਈ ਹੈਗੀ ਹੈ। ਹੁਣ ਅਸੀਂ ਪੜਾਂਗੇ ਸੈਕਸ਼ਨ 116 ਪੈਰਾ 116 ਐਗਜ਼ਾਮੀਨੇਸ਼ਨ ਐਜ਼ ਟੂ ਦ ਜੁਰਿਸਡਿਕਸ਼ਨ। ਦੇਖੋ ਸਭ ਤੋਂ ਪਹਿਲਾਂ ਨਾਲ ਇਹ ਵੀ ਹੈਗਾ ਸਟੈਂਪ ਡਿਊਟੀ ਦੇਖੀ ਜਾਂਦੀ ਹੈ, ਫਿਰ ਇਹ ਵੀ ਦੇਖਿਆ ਜਾਂਦਾ ਵੀ ਕੀ ਮੇਰੇ ਅਧਿਕਾਰ ਖੇਤਰ ਦੇ ਵਿੱਚ ਇਹ ਰਜਿਸਟਰੀ ਕੀਤੀ ਜਾਣੀ ਬਣਦੀ ਹੈ, ਕੀ ਮੇਰੇ ਕੋਲ ਇਹ ਪਿੰਡ ਹੈਗੇ ਆ, ਸਾਡੀ ਤਹਿਸੀਲ ਦੇ ਪਿੰਡ ਹੈਗੇ ਨੇ, ਠੀਕ ਹੈ। ਕੋਈ ਜਨਰਲੀ ਤਾਂ ਕੋਈ ਮੇਰੇ ਖਿਆਲ ਡਾਕੂਮੈਂਟ ਇਦਾਂ ਪੇਸ਼ ਨਹੀਂ ਹੁੰਦਾ ਹੈਗਾ ਵੀ ਕਿਸੇ ਹੋਰ ਤਹਿਸੀਲ ਦੀ ਰਜਿਸਟਰੀ ਕਿਸੇ ਹੋਰ ਤਹਿਸੀਲ 'ਚ ਪੇਸ਼ ਹੋ ਜਾਵੇ ਜਾ ਕੇ, ਇਦਾਂ ਨਹੀਂ ਹੁੰਦਾ। ਪਰ ਇੱਥੇ ਚਲੋ ਇਹ ਸੈਕਸ਼ਨ 116 ਦਰਸਾਇਆ ਗਿਆ, ਵੈਨ ਰਜਿਸਟਰਿੰਗ ਆਫੀਸਰ ਇਜ਼ ਸੈਟੀਸਫਾਈਡ that the document presented to him for the registration is duly stamped, he will examine to see whether jurisdiction, ਠੀਕ ਹੈ, ਵੀ ਕੀ ਇਹਦੀ ਜਿਹੜੀ jurisdiction ਬਣਦੀ ਹੈ ਸਾਡੇ ਅਧਿਕਾਰ ਖੇਤਰ ਦੇ ਵਿੱਚ ਹੈਗਾ, ਕਿ ਮੈਂ ਇਹ ਡਾਕੂਮੈਂਟ ਨੂੰ ਰਜਿਸਟਰ ਕਰ ਸਕਦਾ। ਸਟੈਂਪ ਡਿਊਟੀ ਦੇਖਣ ਤੋਂ ਬਾਅਦ ਇਹ ਚੀਜ਼ ਦੇਖੀ ਜਾਂਦੀ ਹੈਗੀ ਹੈ, ਜਿਵੇਂ ਕਿ ਰਜਿਸਟਰੀਆਂ ਨੇ, ਠੀਕ ਹੈ, ਕਿ ਇਹ ਜਿਹੜੀ ਰਜਿਸਟਰੀ ਕੀਤੀ ਜਾ ਰਹੀ ਹੈ ਨੌਨ ਮੂਵੇਬਲ ਜਿਹੜੀ ਪ੍ਰਾਪਰਟੀ ਹੈ, ਅਚਲ ਜਾਇਦਾਦ, ਠੀਕ ਹੈ, ਅਚਲ ਜਾਇਦਾਦ ਦੀ ਪ੍ਰਾਪਰਟੀ ਜਿਹੜੀ ਕੀਤੀ ਜਾ ਰਹੀ ਹੈ ਟ੍ਰਾਂਸਫਰ ਕੋਈ ਰਜਿਸਟਰੀ ਹੋ ਰਹੀ ਹੈ, ਮਤਲਬ ਕਿ ਕੀ ਇਹ ਜਿਹੜਾ ਪਿੰਡ ਹੈਗਾ ਸਾਡੇ ਅਧਿਕਾਰ ਖੇਤਰ 'ਚ ਪੈਂਦਾ ਹੈ, ਸਾਡੀ ਤਹਿਸੀਲ 'ਚ ਪੈਂਦਾ ਹੈ। ਫਿਰ ਦੂਜੀ ਗੱਲ ਆ ਗਈ ਬਿੱਲ ਦੀ ਆ ਜਾਂਦੀ ਹੈ, ਬਿੱਲ ਐਂਡ ਅਥਾਰਟੀਜ਼ ਟੂ ਅਡਾਪਟ, ਜਿਹੜੇ ਬਿਲਸ ਹੁੰਦੀਆਂ ਨੇ ਐਟ ਐਨੀ ਆਫਿਸ, ਬਿੱਲ ਕਿਤੇ ਵੀ ਪੇਸ਼ ਕੀਤੀ ਜਾ ਸਕਦੀ ਹੈ। ਕੋਈ ਵਿਅਕਤੀ ਇਹ ਨਹੀਂ ਹੈਗਾ ਵੀ ਬਿੱਲ ਜਿੱਥੇ ਰਹਿੰਦਾ ਜਾਂ ਬਿੱਲ ਜਿਹੜਾ ਵਿਅਕਤੀ ਜਿੱਥੇ ਹੈਗਾ ਉੱਥੇ ਵੀ ਪੇਸ਼ ਕਰ ਸਕਦਾ ਹੈਗਾ। ਕਾਪੀਜ਼ ਆਫ ਦ ਡਿਕਰੀ ਐਂਡ ਆਰਡਰਸ, ਜੇ ਕੋਈ ਡਿਗਰੀ ਆ ਗਈ ਉਹਦੇ ਕੋਲੇ ਰਜਿਸਟਰਿੰਗ ਆਫੀਸਰ ਕੋਲੇ, ਠੀਕ ਹੈ, ਤਾਂ ਡਿਗਰੀ ਕਿੱਥੇ ਪੇਸ਼ ਹੁੰਦੀ ਹੈ, ਜਿਸ ਕੋਰਟ ਦੇ ਵਿੱਚ ਡਿਗਰੀ ਹੋਈ ਹੈ, ਠੀਕ ਹੈ, ਉਸ ਕੋਰਟ ਦੇ ਅਧੀਨ ਉਸ ਕੋਰਟ ਨੂੰ ਕਿਹੜਾ ਰੈਵਨਿਊ ਆਫੀਸਰ ਰਜਿਸਟਰਿੰਗ ਆਫੀਸਰ ਲੱਗਦਾ ਹੈਗਾ, ਠੀਕ ਹੈ, ਉਸ ਰਜਿਸਟਰਿੰਗ ਆਫੀਸਰ ਤੇ ਡਿਗਰੀ ਪੇਸ਼ ਕੀਤੀ ਜਾ ਸਕਦੀ ਹੈ। ਐਟ ਐਨੀਵੇਅਰ ਇਫ ਨੋ ਪ੍ਰੋਪਰਟੀ, ਜੇਕਰ ਉਹ ਡਿਗਰੀ ਦੇ ਵਿੱਚ ਕੋਈ ਪ੍ਰੋਪਰਟੀ ਦਾ ਲੈਣ ਦੇਣ ਨਹੀਂ ਹੈਗਾ, ਡਿਗਰੀ ਕਿਸੇ ਐਸੀ ਚੀਜ਼ ਨਾਲ ਸੰਬੰਧਿਤ ਹੈਗੀ ਹੈ ਜਿਹਦੇ ਵਿੱਚ ਕੋਈ ਪ੍ਰੋਪਰਟੀ ਦਾ ਲੈਣ ਦੇਣ ਨਹੀਂ ਹੈਗਾ, ਤਾਂ ਜਿਹੜੀ ਡਿਗਰੀ ਹੈਗੀ ਐਟ ਐਨੀਵੇਅਰ ਇਫ ਨੋ ਪ੍ਰੋਪਰਟੀ ਇਨ ਦਾ ਡਿਗਰੀ, ਤਾਂ ਜਿੱਥੇ ਪਾਰਟੀਆਂ ਚਾਹੁੰਦੀਆਂ ਨੇ ਉਸ ਨੂੰ ਉੱਥੇ ਰਜਿਸਟਰ ਕਰਵਾ ਸਕਦੀਆਂ ਨੇ। ਫਿਰ ਹੈਗਾ ਆਲ ਅਦਰ ਡਾਕੂਮੈਂਟਸ ਪਲੇਸ ਆਫ ਐਗਜੀਕਿਊਸ਼ਨ, ਜਿੱਥੇ ਜਿਹੜੇ ਕੋਈ ਹੋਰ ਡਾਕੂਮੈਂਟ ਨੇ ਜੇ ਕੋਈ ਰਜਿਸਟਰ ਕਰਨਾ ਚਾਹੁੰਦਾ ਤਾਂ ਜਿੱਥੇ ਉਹਨਾਂ ਨੇ ਉਸ ਡਾਕੂਮੈਂਟ ਨੂੰ ਐਗਜੀਕਿਊਟ ਕੀਤਾ ਹੈ, ਸਾਈਨ ਕੀਤੇ ਹੈ, ਜਿੱਥੇ ਰਜਿਸਟਰ ਡਾਕੂਮੈਂਟ ਤਿਆਰ ਹੋਇਆ ਹੈਗਾ, ਠੀਕ ਹੈ, ਤਾਂ ਉੱਥੇ ਜਿਹੜਾ ਡਾਕੂਮੈਂਟ ਹੈ ਉਹ ਰਜਿਸਟਰ ਕਰਾਇਆ ਜਾ ਸਕਦਾ ਹੈ। ਨੈਕਸਟ ਪੈਰਾ 117 ਜੁਰਿਸਡਿਕਸ਼ਨ ਆਫ ਦਾ ਰਜਿਸਟਰਾਰ। ਆਪਾਂ ਉੱਪਰ ਪੜ੍ਹ ਰਹੇ ਸੀ ਰਜਿਸਟਰਿੰਗ ਆਫੀਸਰ ਯਾਨੀ ਕਿ ਤਹਿਸੀਲਦਾਰ, ਨਾਇਬ ਤਹਿਸੀਲਦਾਰ ਵਗੈਰਾ, ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ। ਹੁਣ ਅਸੀਂ ਦੇਖ ਰਹੇ ਹਾਂ ਜੁਰਿਸਡਿਕਸ਼ਨ ਆਫ ਦਾ ਰਜਿਸਟਰਾਰ। ਰਜਿਸਟਰਾਰ ਦਾ ਅਧਿਕਾਰ ਖੇਤਰ ਕੀ ਹੁੰਦਾ ਹੈ? ਦੇਖੋ ਰਜਿਸਟਰਾਰ ਅਸੀਂ ਕਹਿੰਦੇ ਹਾਂ ਰਜਿਸਟਰਾਰ ਦੀਆਂ ਜਿਹੜੀਆਂ ਪਾਵਰਸ ਹੁੰਦੀਆਂ ਕਲੈਕਟਰ ਕੋਲੇ ਹੁੰਦੀਆਂ ਨੇ। ਕਲੈਕਟਰ ਦੇ ਅਧੀਨ ਜਿੰਨੇ ਵੀ ਆਫੀਸਰਸ ਆ ਗਏ, ਰੈਵਨਿਊ ਆਫੀਸਰਸ ਯਾਨੀ ਕਿ ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ, ਜਿੰਨੇ ਵੀ ਤਹਿਸੀਲਾਂ ਉਸ ਕਲੈਕਟਰ ਦੇ ਅਧੀਨ ਪੈਂਦੀਆਂ ਨੇ, ਉਹ ਸਾਰਿਆਂ ਦਾ ਅਧਿਕਾਰ ਖੇਤਰ ਜਿਹੜਾ ਪੂਰੇ ਡਿਸਟ੍ਰਿਕਟ ਦਾ ਜਿਹੜਾ ਅਧਿਕਾਰ ਖੇਤਰ ਹੈਗਾ
पूरे डिस्ट्रिक्ट कोई भी रजिस्ट्री ਜਿਹੜੀ ਹੈਗੀ ਹੈ ਰਜਿਸਟਰ ਕਰ ਸਕਦਾ ਹੈਗਾ। पूरे डिस्ट्रिक्ट ਦੇ ਅਧੀਨ ਕੋਈ ਵੀ ਰਜਿਸਟਰੀ ਜਿਹੜਾ ਰਜਿਸਟਰ ਹੈ ਕਰ ਸਕਦਾ ਹੈ, ਯਾਨੀ ਕਿ ਜਿੰਨੇ ਵੀ ਸਬ ਰਜਿਸਟਰ ਜਾਂ ਜੁਆਇੰਟ ਸਬ ਰਜਿਸਟਰ ਉਹਦੇ ਅਧਿਕਾਰ ਖੇਤਰ 'ਚ ਪੈਂਦੇ ਨੇ, ਹੁਣ ਜਿਹੜੀਆਂ ਰਜਿਸਟਰੀਆਂ ਉਹ ਕਰ ਸਕਦੇ ਨੇ ਤਾਂ ਉਹ ਸਾਰੀਆਂ ਰਜਿਸਟਰੀਆਂ ਜਿਹੜਾ ਹੈਗਾ ਰਜਿਸਟਰ ਵੀ ਕਰ ਸਕਦਾ ਹੈ। पैरा 118 डिस्क्रिशनल रिसेशन बाय द रजिस्ट्रार। डिस्क्रिशन पावर ਦਿੱਤੀ ਗਈ ਹੈ ਇੱਥੇ ਰਜਿਸਟਰਾਰ ਨੂੰ। मे बी ਜਿਹੜੀ ਵਿਲ ਹੈ, मे बी ਕੋਈ ਰਜਿਸਟਰੀ ਹੈ ਜਾਂ ਅਥਾਰਟੀ ਟੂ ਅਡਾਪਟ ਹੈਗਾ, मे बी ਕੋਈ ਸਬ ਰਜਿਸਟਰ ਕਰ ਸਕਦਾ ਹੈ, ਠੀਕ ਹੈ। ਪਰ ਫਿਰ ਵੀ ਰਜਿਸਟਰਾਰ should exercise the discretion referred to it in the preceding paragraph with due regard to the public convenience। ਜਿੱਥੇ ਕਿਤੇ ਪਬਲਿਕ ਕਨਵੀਨੀਅੰਸ ਨੂੰ ਲੈ ਕੇ ਕੋਈ ਡਾਕੂਮੈਂਟ ਨੂੰ, ਕਿਸੇ ਬਿੱਲ ਨੂੰ, ਕਿਸੇ ਅਥਾਰਟੀ ਟੂ ਅਡਾਪਟ ਨੂੰ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਰਜਿਸਟਰ ਕਰ ਸਕਦਾ ਹੈ। ਮੇਬੀ ਸਬ ਰਜਿਸਟਰ, ਜੁਆਇੰਟ ਸਬ ਰਜਿਸਟਰ ਦਾ ਆਫਿਸ ਖਾਲੀ ਹੋਵੇ, ਉੱਥੇ ਕੋਈ ਕਿਸੇ ਦੀ ਡਿਊਟੀ ਨਾ ਲੱਗੀ ਹੀ ਹੋਵੇ, ਠੀਕ ਹੈ। ਸਬ ਰਜਿਸਟਰ, ਜੁਆਇੰਟ ਸਬ ਰਜਿਸਟਰ ਦਾ ਆਫਿਸ ਕਿਸੇ ਕਾਰਨ ਆਫਿਸਰ ਮੌਕੇ ਤੇ ਨਾ ਹੋਵੇ, ਪਰ ਬਹੁਤ ਜ਼ਿਆਦਾ ਐਮਰਜੈਂਸੀ ਦੇ ਕੇਸਿਸ ਦੇ ਵਿੱਚ ਜਿਹੜਾ ਰਜਿਸਟਰ ਹੈਗਾ ਉਹ ਕਿਸੇ ਦੀ ਕੋਈ ਬਿੱਲ ਹੋਵੇ, ਅਥਾਰਟੀ ਟੂ ਅਡਾਪਟ ਹੋਵੇ, ਠੀਕ ਹੈ। ਔਰ when it relates to the transaction in which the sub registrar having jurisdiction is peculiarly interested, ਜਾਂ ਕੋਈ ਇਦਾਂ ਦਾ ਡਾਕੂਮੈਂਟ ਹੋਵੇ ਜਿਸ ਦੇ ਵਿੱਚ ਜਿਹੜਾ ਸਬ ਰਜਿਸਟਰ ਹੈ ਜਾਂ ਜੁਆਇੰਟ ਸਬ ਰਜਿਸਟਰ ਹੈ ਉਹਦਾ ਆਪਦਾ ਕੋਈ ਇੰਟਰਸਟ ਹੋਵੇ, ਠੀਕ ਹੈ, ਤਾਂ ਐਸੇ ਡਾਕੂਮੈਂਟ ਨੂੰ ਰਜਿਸਟਰ ਕਰ ਸਕਦਾ ਹੈ। ਔਰ when it is written in English, ਇਹ ਤਾਂ ਹੁਣ ਗੱਲ ਖਤਮ ਹੋ ਗਈ ਵੀ ਜੇ ਕੋਈ ਕਦੇ ਬਾਈ ਚਾਂਸ ਇੰਗਲਿਸ਼ ਲਿਖਿਆ ਗਿਆ ਹੋਵੇ ਡਾਕੂਮੈਂਟ ਦਾ, ਸਬ ਰਜਿਸਟਰਿੰਗ ਆਫਿਸਰ ਨੂੰ ਇੰਗਲਿਸ਼ ਨਾ ਆਉਂਦੀ ਹੋਵੇ, ਤਦ ਵੀ ਜਿਹੜਾ ਰਜਿਸਟਰ ਕਰ ਸਕਦਾ ਹੈਗਾ। The registrar should never refuse to accept it for the registration except for very cogent reasons। ਕੋਈ ਡਾਕੂਮੈਂਟ ਜੇ ਕੋਈ ਇਹੋ ਜਿਹੇ ਕਾਰਨ ਦੇ ਵਿੱਚ ਰਜਿਸਟਰ ਦੇ ਪੇਸ਼ ਹੁੰਦਾ ਹੈਗਾ ਤਾਂ ਰਜਿਸਟਰ ਉਸ ਨੂੰ ਰਿਫਿਊਜ਼ ਨਹੀਂ ਕਰੇਗਾ। ਮਤਲਬ ਕਿ ਕੋਈ ਸਪੈਸ਼ਲ ਰੀਜ਼ਨਸ ਦੇ ਵਿੱਚ ਹੀ ਰਜਿਸਟਰ ਉਸ ਨੂੰ ਰਿਫਿਊਜ਼ ਕਰ ਸਕਦਾ ਹੈ। ਜੇਕਰ ਕੋਈ ਵਿਅਕਤੀ ਫਿਰ ਵੀ ਬਿਨਾਂ ਮਤਲਬ ਤੋਂ ਆ ਕੇ ਰਜਿਸਟਰ ਦੇ ਆਫਿਸ 'ਚ ਕੋਈ ਡਾਕੂਮੈਂਟ ਪੇਸ਼ ਕਰਦਾ ਹੈ, ਰਜਿਸਟਰ ਕਰ ਲਓ ਤੁਸੀਂ, ਠੀਕ ਹੈ, ਤਾਂ ਰਜਿਸਟਰਾਰ ਨੂੰ ਪਤਾ ਹੈ ਵੀ ਇਹ ਡਾਕੂਮੈਂਟ ਤਾਂ ਤਹਿਸੀਲ ਸਮਾਣਾ 'ਚ ਜਾਂ ਤਹਿਸੀਲ ਪਟਿਆਲਾ ਦੇ ਵਿੱਚ ਜਾਂ ਤਹਿਸੀਲ ਨਾਭਾ 'ਚ ਰਜਿਸਟਰ ਹੋਣਾ ਹੈ, ਤਾਂ ਰਜਿਸਟਰ ਉੱਥੇ ਉਸ ਨੂੰ ਵਿਅਕਤੀ ਨੂੰ ਜਿਹੜਾ ਹੈਗਾ ਓਰਲੀ ਕਿਹਾ ਜਾਏਗਾ ਵੀ ਜਾ ਕੇ ਉੱਥੇ ਰਜਿਸਟਰ ਕਰਵਾਓ। ਪਰ ਜਿਹੜਾ ਹੈਗਾ ਇੱਥੇ ਆ ਕੇ ਉਹ ਰਿਫਿਊਜ਼ ਨਹੀਂ ਕਰੇਗਾ ਰਜਿਸਟਰਾਰ ਉਸ ਨੂੰ। ਮਤਲਬ ਜਿਹੜੀ ਬੁੱਕ ਨੰਬਰ 2 ਲੱਗੀ ਹੀ ਹੁੰਦੀ ਹੈ ਰਜਿਸਟਰਾਰ ਦੇ ਕੋਲੇ ਜਾਂ ਹਰ ਇੱਕ ਰਜਿਸਟਰਿੰਗ ਆਫਿਸਰ ਕੋਲ ਬੁੱਕ ਨੰਬਰ 2 ਲੱਗੀ ਹੁੰਦੀ ਹੈ, ਉਹਦੇ ਵਿੱਚ ਕੋਈ ਐਂਟਰੀ ਪਾ ਕੇ ਉਸ ਨੂੰ ਰਿਫਿਊਜ਼ ਨਹੀਂ ਕਰੇਗਾ। ਉਹਨੂੰ ਸਿੰਪਲੀ ਜ਼ਬਾਨੀ ਤੌਰ ਤੇ ਕਿਹਾ ਜਾਏਗਾ ਵੀ ਤੁਸੀਂ ਇਹ ਜਿਹੜਾ ਤੁਹਾਡਾ ਡਾਕੂਮੈਂਟ ਹੈਗਾ ਫਲਾਣੀ ਤਹਿਸੀਲ 'ਚ ਰਜਿਸਟਰ ਹੋਣਾ ਹੈ, ਤੁਸੀਂ ਜਾ ਕੇ ਉੱਥੇ ਰਜਿਸਟਰ ਕਰਵਾਓ। ਨੈਕਸਟ ਹੈਗਾ ਪੈਰਾ 119, ਪੈਰਾ ਨੰਬਰ 119, ਪ੍ਰੋਸੀਜਰ when registering officer has no jurisdiction। If the registering officer finds he has no jurisdiction to register document presented to him, he shall return it to the presenter without recording any order of refusal। ਜਦੋਂ ਲੱਗਦਾ ਹੈ ਸਬ ਰਜਿਸਟਰਾਰ ਨੂੰ ਜਾਂ ਰਜਿਸਟਰਿੰਗ ਆਫਿਸਰ ਨੂੰ ਲੱਗਦਾ ਹੈ ਵੀ ਇਹ ਜਿਹੜਾ ਡਾਕੂਮੈਂਟ ਹੈ ਮੇਰੇ ਅਧਿਕਾਰ ਖੇਤਰ ਦਾ ਨਹੀਂ ਹੈਗਾ, ਇਹ ਕਿਸੇ ਹੋਰ ਤਹਿਸੀਲ ਦੇ ਵਿੱਚ ਨਾਲ ਸੰਬੰਧਿਤ ਹੈਗਾ, ਇਹ ਮੇਰਾ ਪਿੰਡ ਹੈਗਾ, ਸਾਡਾ ਨਹੀਂ ਹੈਗਾ, ਗਲਤੀ ਨਾਲ ਕੋਈ ਵਿਅਕਤੀ ਆ ਕੇ ਪੇਸ਼ ਹੋ ਜਾਂਦਾ ਡਾਕੂਮੈਂਟ ਲੈ ਕੇ ਤੁਹਾਡੇ ਕੋਲੇ। ਕਈ ਵਾਰੀ ਇਦਾਂ ਹੁੰਦਾ ਜਦੋਂ ਤਹਿਸੀਲਾਂ ਦੀ ਰੀਸ਼ਫਲਿੰਗ ਹੁੰਦੀ ਹੈ, ਠੀਕ ਹੈ, ਕੋਈ ਪਿੰਡ ਕਿਸੇ ਹੋਰ ਤਹਿਸੀਲ 'ਚ ਆ ਜਾਂਦਾ ਹੈ, ਪਹਿਲਾਂ ਕਿਸੇ ਹੋਰ ਤਹਿਸੀਲ ਦੇ ਵਿੱਚ ਹੁੰਦਾ ਹੈ, ਇਸ ਕਰਕੇ ਕਈ ਵਾਰੀ ਪਬਲਿਕ ਨੂੰ ਨਹੀਂ ਪੂਰਾ ਗਿਆਨ ਹੁੰਦਾ ਹੈਗਾ। ਅਜਿਹੀ ਸਥਿਤੀ ਦੇ ਵਿੱਚ ਜੇ ਕੋਈ ਡਾਕੂਮੈਂਟ ਪੇਸ਼ ਹੁੰਦਾ ਹੈਗਾ ਤਾਂ ਉਸ ਨੂੰ ਰਿਫਿਊਜ਼ਲ ਨਹੀਂ ਪਾਣੀ, ਉਹਨੂੰ ਬੁੱਕ ਨੰਬਰ 2 ਦੇ ਵਿੱਚ ਦਰਜ ਨਹੀਂ ਕਰਨਾ ਹੈਗਾ ਰਿਫਿਊਜ਼ਲ ਪਾ ਕੇ। ਉਹਨੂੰ ਜਨਰਲੀ ਜਵਾਨੀ ਕਿਹਾ ਜਾ ਸਕਦਾ ਹੈ ਵਿਅਕਤੀ ਨੂੰ ਵੀ ਨਹੀਂ ਤੁਸੀਂ ਇਹ ਡਾਕੂਮੈਂਟ ਜਾ ਕੇ ਫਲਾਣੀ ਜਗ੍ਹਾ ਤੇ ਰਜਿਸਟਰ ਕਰਵਾਓ। ਨੈਕਸਟ ਹੈਗਾ ਪੈਰਾ 120, 120 ਜਨਰਲ ਰੂਲ ਸਾਡਾ ਕੀ ਹੈਗਾ ਵੀ ਡਾਕੂਮੈਂਟ ਜਿਹੜਾ ਲਿਖਿਆ ਗਿਆ, ਇੱਕ ਵਾਰੀ ਕੋਈ ਡਾਕੂਮੈਂਟ ਲਿਖਿਆ ਗਿਆ ਉਹਨੂੰ ਕਿੰਨੀ ਦੇਰ ਦੇ ਅੰਦਰ ਅੰਦਰ ਜਿਹੜਾ ਪੇਸ਼ ਕਰਨਾ ਹੁੰਦਾ ਹੈ ਰਜਿਸਟਰਾਰ ਦੇ, ਰਜਿਸਟਰਾਰ ਦੇ ਨਹੀਂ, ਰਜਿਸਟਰਿੰਗ ਆਫਿਸਰ ਦੇ। ਤੁਸੀਂ ਜੁਆਇੰਟ ਸਬ ਰਜਿਸਟਰ ਜਾਂ ਸਬ ਰਜਿਸਟਰ ਦੇ ਕਿੰਨੀ ਦੇਰ 'ਚ ਪੇਸ਼ ਕਰਨਾ ਹੁੰਦਾ ਹੈ ਵਸੀਕਾ ਲਿਖਣ ਤੋਂ ਬਾਅਦ। ਇਹ ਹੈਗਾ ਜਨਰਲ ਟਾਈਮ 4 ਮਹੀਨੇ ਦਾ ਟਾਈਮ ਹੈਗਾ। ਇੱਕ ਵਾਰੀ ਵਸੀਕਾ ਜਦੋਂ ਲਿਖਿਆ ਗਿਆ, ਲਿਖਣ ਤੋਂ ਬਾਅਦ ਜਿਹੜੀ ਡੇਟ ਉਹਦੇ ਤੇ ਪੈ ਗਈ
ਉਹਨੂੰ 4 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈਗਾ ਵਸੀਕਾ ਫਾਰ ਰਜਿਸਟ੍ਰੇਸ਼ਨ ਸਬਮਿਟ ਕੀਤਾ ਜਾਂਦਾ ਹੈ। ਠੀਕ ਹੈ, ਪਰ ਬਿੱਲ ਦੇ ਲਈ ਕੋਈ ਟਾਈਮ ਨਿਯਤ ਨਹੀਂ ਕੀਤਾ ਗਿਆ। ਜਿਹੜੀ ਬਿੱਲ ਹੈਗੀ ਹੈ, ਬਿੱਲ ਮੇ ਬੀ ਪ੍ਰੈਜ਼ੈਂਟਡ ਐਟ ਐਨੀ ਟਾਈਮ। ਬਿੱਲ ਨੂੰ ਤੁਸੀਂ ਕਿਸੇ ਵੇਲੇ ਵੀ ਲਿਖੀ ਚਾਹੇ ਤੁਸੀਂ ਕਦੋਂ ਮਰਜ਼ੀ ਹੋਵੇ, ਠੀਕ ਹੈ, ਸਾਈਨ ਕਦੋਂ ਮਰਜ਼ੀ ਕੀਤੇ ਹੋਏ ਹੋਣ, ਔਰ ਬਿੱਲ ਨੂੰ ਕਿਸੇ ਵੇਲੇ ਵੀ ਜਾ ਕੇ 4 ਮਹੀਨੇ ਬਾਅਦ, 6 ਮਹੀਨੇ ਬਾਅਦ, ਸਾਲ ਬਾਅਦ ਤੁਸੀਂ ਜਾ ਕੇ ਰਜਿਸਟਰ ਕਰਨ ਦੇ ਲਈ ਸਬਮਿਟ ਕਰ ਸਕਦੇ ਹੋ। ਜਿਹੜਾ ਇਹ 4 ਮਹੀਨੇ ਦਾ ਟਾਈਮ ਹੈਗਾ, ਠੀਕ ਹੈ, ਇਸ ਤੋਂ ਬਾਅਦ ਜੇ ਕੋਈ ਵਿਅਕਤੀ 5 ਮਹੀਨਿਆਂ ਬਾਅਦ ਆਂਦਾ ਹੈ ਤੁਹਾਡੇ ਕੋਲ ਡਾਕੂਮੈਂਟ ਲੈ ਕੇ, ਤਾਂ ਅਸੀਂ ਉਹਦੇ ਤੇ ਰਿਪੋਰਟ ਕਰੋਗੇ। ਰਿਪੋਰਟ ਕਰਕੇ ਜੇ ਤੁਹਾਨੂੰ ਕੋਈ ਲੱਗਦਾ ਵੀ ਇਹਦਾ ਜੈਨੂਇਨ ਰੀਜ਼ਨ ਸੀਗਾ, ਅਨਅਵੋਇਡੇਬਲ ਰੀਜ਼ਨ ਸੀਗਾ, ਕੋਈ ਡੈਥ ਹੋ ਗਈ ਸੀ, ਕੋਈ ਐਸਾ ਰੀਜ਼ਨ ਬਣ ਗਿਆ ਸੀ ਜਾਂ ਵਿਅਕਤੀ ਆ ਹੀ ਨਹੀਂ ਸਕਿਆ, ਬਾਹਰੋਂ ਆਉਣਾ ਸੀਗਾ, ਫਲਾਈਟਾਂ ਬੰਦ ਹੋ ਗਈਆਂ ਸੀਗੀਆਂ, ਐਸੇ ਕੋਈ ਜਨਰਲ ਜਿਹੜੇ ਮਤਲਬ ਕਿ ਅਨਅਵੋਇਡੇਬਲ ਜਿਹੜੇ ਰੀਜ਼ਨਸ ਹੁੰਦੇ ਆ, ਜਿਹਨੂੰ ਆਪਾਂ ਕਹਿੰਦੇ ਵੀ ਹਾਂ ਵਾਕਈ ਸਹੀ ਗੱਲ ਹੈਗੀ, ਇਹ ਨਹੀਂ ਆ ਸਕਿਆ, ਜਿਵੇਂ ਕੋਵਿਡ ਚੱਲਿਆ ਸੀਗਾ, ਠੀਕ ਹੈ, ਐਦਾਂ ਦਾ ਜੇ ਕੋਈ ਰੀਜ਼ਨ ਹੈਗਾ, ਕੋਈ ਪਾਰਟੀ ਤੁਹਾਡੇ ਕੋਲ ਡਾਕੂਮੈਂਟ ਪੇਸ਼ ਕਰਦੇ ਆ 4 ਮਹੀਨੇ ਤੋਂ ਬਾਅਦ ਆ ਕੇ, ਤੁਸੀਂ ਜੇ ਤੁਹਾਨੂੰ ਜੈਨੂਇਨ ਫੈਕਟ ਲੱਗਦਾ ਹੈ ਉਸ ਪਾਰਟੀ ਦੀ ਜਿਹੜੀ ਹੈਗੀ ਉਹਦੀ ਸਟੇਟਮੈਂਟ ਲੈ ਕੇ ਉਹਦੀ ਰਿਪੋਰਟ ਕਰਕੇ ਤੁਸੀਂ ਰਜਿਸਟਰਾਰ ਨੂੰ ਭੇਜੋਗੇ, ਠੀਕ ਹੈ। ਰਜਿਸਟਰਾਰ ਅੱਗੇ ਫਿਰ ਤੁਹਾਨੂੰ ਉਹਦੀ ਪਰਮਿਸ਼ਨ ਦੇਵੇਗਾ, ਜੇ ਉਹਨੂੰ ਠੀਕ ਲੱਗਦਾ ਹੈ ਤਾਂ ਰਜਿਸਟਰਾਰ ਉਹਦੀ ਪਰਮਿਸ਼ਨ ਦੇ ਸਕਦਾ ਹੈ। ਤਾਂ ਡਾਕੂਮੈਂਟ ਜਦੋਂ ਪਰਮਿਸ਼ਨ ਆਉਣ ਤੋਂ ਬਾਅਦ ਫਿਰ ਤੁਸੀਂ ਡਾਕੂਮੈਂਟ ਨੂੰ 4 ਮਹੀਨੇ ਤੋਂ ਬਾਅਦ ਕੀ 5 ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ ਵੀ ਇਹ ਜਿਹੜੀ ਤੁਸੀਂ ਉਹਨੂੰ ਡਾਕੂਮੈਂਟ ਨੂੰ ਰਜਿਸਟਰ ਕਰ ਸਕਦੇ ਹੋ। ਬਟ ਜਿਹੜੀ ਹੈਗੀ ਐਕਸਟੈਂਸ਼ਨ ਆਫ ਜਿਹੜੀ ਟਾਈਮ ਹੈਗੀ ਹੈ, ਇਹ 4 ਮਹੀਨੇ ਤੋਂ ਜ਼ਿਆਦਾ ਨਹੀਂ ਹੋ ਸਕਦੀ, ਮਤਲਬ ਕਿ 8 ਮਹੀਨੇ ਤੋਂ ਵੱਧ ਨਹੀਂ ਹੋ ਸਕਦੀ। 4 ਮਹੀਨੇ ਜਨਰਲ ਤੇ 4 ਮਹੀਨੇ ਦੀ ਹੋਰ ਡਿਲੇ। ਨੈਕਸਟ ਅੱਗੇ ਹੈਗਾ ਪੈਰਾ 122, ਪਾਰਟੀਜ਼ ਇੰਟਾਈਟਲਡ ਟੂ ਪ੍ਰੈਜ਼ੈਂਟ ਫॉर द ਸੈਸ਼ਨ। ਕਿਹੜੀਆਂ ਪਾਰਟੀਆਂ ਜਾਂਦੀਆਂ ਨੇ ਡਾਕੂਮੈਂਟ ਪੇਸ਼ ਕਰਨ ਦੇ ਲਈ? ਦੇਖੋ, ਜਨਰਲ ਤਾਂ ਜਿਹੜੀਆਂ ਕੰਸਰਨਡ ਪਾਰਟੀਆਂ ਹੁੰਦੀਆਂ ਨੇ, ਕਿਸੇ ਨੇ ਰਜਿਸਟਰੀ ਕਰਾਈ, ਦੂਜੇ ਦੇ ਹੱਕ 'ਚ ਰਜਿਸਟਰੀ ਕਰਾਈ, ਉਹ ਪਾਰਟੀਆਂ ਪੇਸ਼ ਹੁੰਦੀਆਂ ਨੇ, ਠੀਕ ਹੈ। ਬਟ ਕਈ ਵਾਰੀ ਕੀ ਹੈਗਾ, ਜਿਵੇਂ ਫਰਮਸ ਹੁੰਦੀਆਂ ਨੇ, ਕੰਪਨੀਜ਼ ਹੁੰਦੀਆਂ ਨੇ, ਉਹ ਅਥੋਰਾਈਜ਼ ਆਫੀਸਰ ਉਹਨਾਂ ਨੇ ਨਿਯੁਕਤ ਕੀਤੇ ਹੁੰਦੇ ਆਪਣੇ, ਜਾਂ ਕਿਸੇ ਵਿਅਕਤੀ ਨੇ ਕਿਸੇ ਨੂੰ ਪਾਵਰ ਅਟਾਰਨੀ ਦਿੱਤੀ ਹੀ ਹੁੰਦੀ ਹੈ, ਠੀਕ ਹੈ। ਐਦਾਂ ਦੇ ਕੇਸਾਂ ਦੇ ਜੋ ਵਿਅਕਤੀ ਜਿਹੜੇ ਅਥੋਰਾਈਜ਼ ਪਰਸਨਸ ਹੁੰਦੇ ਨੇ, ਮੇ ਵੀ ਕਿਸੇ ਕਾਰਨ ਜੇ ਅਥਾਰਟੀ ਹੋਵੇ, ਚਾਹੇ ਉਹ ਕਿਸੇ ਗਵਰਨਮੈਂਟ ਨੇ ਉਸ ਨੂੰ ਅਥੋਰਾਈਜ਼ ਕੀਤਾ ਹੋਵੇ, ਗਵਰਨਮੈਂਟ ਦੇ ਕਿਸੇ ਡਿਪਾਰਟਮੈਂਟ ਨੇ ਅਥੋਰਾਈਜ਼ ਕੀਤਾ ਹੋਵੇ, ਜਾਂ ਕਿਸੇ ਵਿਅਕਤੀ ਨੇ ਉਸ ਨੂੰ ਆਪਦੀ ਅਥਾਰਟੀ ਲੈਟਰ ਦੇ ਕੇ ਭੇਜਿਆ ਹੋਵੇ, ਤਾਂ ਐਸੇ ਵਿਅਕਤੀ ਜਿਹੜੇ ਹੈਗੇ ਨੇ ਉਹ ਰਜਿਸਟਰੀ ਨੂੰ ਪ੍ਰੈਜ਼ੈਂਟ ਕਰ ਸਕਦੇ ਹੈਗੇ। ਜੇ ਬਿੱਲ ਦੇ ਕੇਸ ਕੌਣ ਕਰਦਾ ਹੈ? ਬਿੱਲ ਦੇ ਕੇਸ ਦੇ ਵਿੱਚ ਜਿਹੜਾ ਬਿੱਲ ਕਰਵਾਉਣ ਵਾਲਾ ਹੈਗਾ, ਉਹ ਡਾਕੂਮੈਂਟ ਨੂੰ ਟੈਸਟੇਟਰ, ਜਿਹਨੂੰ ਅਸੀਂ ਕਹਿੰਦੇ ਆ, ਬਿੱਲ ਕਰਾਉਣ ਵਾਲੇ ਵਿਅਕਤੀ ਨੂੰ ਅਸੀਂ ਟੈਸਟੇਟਰ ਕਹਿੰਦੇ ਆ, ਬਿੱਲ ਟੈਸਟੇਟਰ ਪੇਸ਼ ਕਰ ਸਕਦਾ ਹੈ। ਜੇ ਉਹਦੀ ਡੈਥ ਹੋ ਗਈ ਹੋਵੇ, ਬਾਅਦ ਵਿੱਚ ਬਿੱਲ ਨੂੰ ਰਜਿਸਟਰ ਕਰਨਾ ਹੋਵੇ, ਤਾਂ ਜਿਹੜਾ ਪਰਸਨ ਕਲੇਮ ਕਰਦਾ ਹੈ ਉਸ ਬਿੱਲ ਦੇ ਤਹਿਤ, ਤਾਂ ਉਸ ਵਿਅਕਤੀ ਨੂੰ, ਉਹ ਵਿਅਕਤੀ ਜਿਹੜਾ ਹੈਗਾ ਅਥੋਰਾਈਜ਼ ਹੈਗਾ, ਉਹ ਆਪਣੀ ਵੀ ਜਿਹੜੀ ਬਿੱਲ ਹੈਗੀ ਆ ਉਸ ਨੂੰ ਰਜਿਸਟਰ ਕਰਾਉਣ ਦੀ ਖਾਤਰ ਤਹਿਸੀਲਦਾਰ ਤੇ ਪੇਸ਼ ਕਰ ਸਕਦਾ ਹੈਗਾ। ਇਸੇ ਤਰੀਕੇ ਜਿਹੜੀ ਅਥਾਰਟੀ ਟੂ ਅਡਾਪਟ ਹੁੰਦੀ ਹੈ, ਕਿਸੇ ਵਿਅਕਤੀ ਨੇ ਕੋਈ ਅਥਾਰਟੀ ਲਈ ਹੈ ਅਡਾਪਸ਼ਨ ਲੈਣ ਦੀ, ਕਿਸੇ ਵਿਅਕਤੀ ਨੇ ਕਿਸੇ ਦੂਜੇ ਨੂੰ ਅਥਾਰਟੀ ਦਿੱਤੀ ਹੈ ਵੀ ਤੁਸੀਂ ਅਡਾਪਟ ਕਰ ਸਕਦੇ ਹੋ, ਠੀਕ ਹੈ। ਅਥਾਰਟੀ ਟੂ ਅਡਾਪਟ ਜਿਹੜੀ ਪੇਸ਼ ਕੌਣ ਕਰਦਾ ਹੈ? ਉਹ ਡੋਨਰ ਕਰਦਾ ਹੈ, ਜਿਹਨੇ ਅਡਾਪਸ਼ਨ ਦੇਣੀ ਹੁੰਦੀ ਹੈ, ਠੀਕ ਹੈ। ਮੇ ਵੀ ਉਹਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਡੋਨੀ ਕਰ ਸਕਦਾ ਹੈ, ਜਾਂ ਫਿਰ ਜਿਹੜਾ ਅਡਾਪਟਡ ਸਨ ਹੈਗਾ, ਅਡਾਪਸ਼ਨ ਡੀਡ ਲਿਖੀ ਗਈ, ਪੇਸ਼ ਕਿਸੇ ਨੇ ਕੀਤੀ ਨਹੀਂ, ਠੀਕ ਹੈ, ਤਾਂ ਜਿਹੜਾ ਅਡਾਪਟਡ ਸਨ ਹੈ ਉਹ ਵੀ ਜਿਹੜੀ ਅਡਾਪਸ਼ਨ ਡੀਡ ਨੂੰ ਹੈਗਾ ਉਹ ਰਜਿਸਟਰ ਕਰਨ ਦੇ ਲਈ ਜਿਹੜੀ ਸਬਮਿਟ ਕਰ ਸਕਦਾ ਹੈ। ਡਿਕਰੀ ਆਰਡਰ, ਜੇ ਕੋਈ ਡਿਕਰੀ ਹੈ ਜਾਂ ਕੋਈ ਆਰਡਰ ਹੈ ਕੋਰਟ ਦਾ, ਪਰਸਨਸ ਕਲੇਮਿੰਗ ਅੰਡਰ ਦਾ ਡਿਕਰੀ ਔਰ ਆਰਡਰ, ਜਿਹੜਾ ਵਿਅਕਤੀ ਜਿਹਦੇ ਹੱਕ ਵਿੱਚ ਕੋਈ ਡਿਗਰੀ ਪਾਸ ਹੋਈ ਹੁੰਦੀ ਹੈ, ਉਹ ਵਿਅਕਤੀ ਹੀ ਉਸ ਨੂੰ ਰਜਿਸਟਰ ਕਰਵਾ ਸਕਦਾ ਹੈਗਾ। ਇਨ ਐਨੀ ਅਦਰ ਕੇਸਿਸ ਐਨੀ ਪਰਸਨ ਐਗਜ਼ੀਕਿਊਟਿੰਗ ਔਰ ਕਲੇਮਿੰਗ, ਮਤਲਬ ਸਿੰਪਲ ਜੀ ਗੱਲ ਆ ਗਈ ਵੀ ਕੋਈ ਰਿਪਰੈਜ਼ੈਂਟ ਜਾਂ ਕੋਈ ਏਜੰਟ, ਠੀਕ ਹੈ, ਜਾਂ ਜਿਹਨੇ ਡਿਗਰੀ ਕੋਈ ਡਾਕੂਮੈਂਟ ਹੈ ਐਗਜ਼ੀਕਿਊਟ ਕੀਤਾ, ਜਾਂ ਜਿਹਦੇ ਹੱਕ ਦੇ ਵਿੱਚ ਜਿਹੜਾ ਡਾਕੂਮੈਂਟ ਹੈਗਾ ਉਹ ਐਗਜ਼ੀਕਿਊਟ ਹੋਇਆ, ਜਿਹੜਾ ਵਿਅਕਤੀ ਕਲੇਮ ਕਰ ਰਿਹਾ ਹੈਗਾ, ਇਹ ਵਿਅਕਤੀ ਜਿਹੜੇ ਹੈਗੇ ਨੇ ਇਹ ਡਾਕੂਮੈਂਟ ਨੂੰ ਰਜਿਸਟਰ ਕਰਾਉਣ ਦੀ ਖਾਤਰ ਰਜਿਸਟਰਿੰਗ ਆਫੀਸਰ ਦੇ ਪੇਸ਼ ਕਰ ਸਕਦੇ। ਨੈਕਸਟ ਹੈ ਪੈਰਾ 123, ਪ੍ਰੈਜੈਂਟੇਸ਼ਨ ਬਾਈ ਰਿਪਰੈਜ਼ੈਂਟੇਟਿਵਸ, ਅਸਾਈਨਸ ਐਂਡ ਏਜੰਟਸ। ਇਹ ਆਪਾਂ ਪੜ੍ਹ ਚੁੱਕੇ ਹਾਂ, ਸਿੰਪਲ ਉਹੀ ਗੱਲ ਹੈਗੀ, ਪ੍ਰੈਜੈਂਟੇਸ਼ਨ ਬਾਈ ਰਿਪਰੈਜ਼ੈਂਟੇਟਿਵਸ। ਰਿਪਰੈਜ਼ੈਂਟੇਟਿਵ ਕੀ ਨੂੰ ਅਸੀਂ ਰਿਪਰੈਜ਼ੈਂਟ ਕਰ ਦਿੰਦੇ ਅੱਗੇ ਫਰਦਰ, ਜਿਵੇਂ ਕੰਪਨੀਜ਼ ਹੁੰਦੀਆਂ ਨੇ, ਠੀਕ ਹੈ, ਫਰਮਸ ਹੁੰਦੀਆਂ ਨੇ, ਗਵਰਨਮੈਂਟ ਹੁੰਦੀਆਂ ਨੇ, ਤੇ ਜਾਂ ਅਸਾਈਨੀ ਹੁੰਦੀ ਹੈ। ਅਸਾਈਨ ਕੀ ਹੁੰਦਾ ਹੈ? ਅਸਾਈਨੀ ਕਿਸੇ ਨੇ ਕੋਈ ਲੋਨ ਲਿਆ, ਠੀਕ ਹੈ, ਉਹ ਜਿਹੜੀ ਫਰਮ ਹੈ ਸੇਲ ਹੋ ਗਈ ਸਾਰੀ ਦੀ ਸਾਰੀ, ਉਹ ਜਿਹੜਾ ਲੋਨ ਸੀਗਾ ਉਸ ਫਰਮ ਦਾ ਉਹ ਵੀ ਅਸਾਈਨ ਹੋ ਗਿਆ ਅੱਗੇ। ਇਹ ਕੰਪਨੀ ਹੈ, ਇੱਕ ਬੀ ਕੰਪਨੀ ਹੈ, ਇਹ ਕੰਪਨੀ ਸੇਲ ਹੋ ਗਈ, ਬੀ ਨੇ ਪਰਚੇਜ ਕਰ ਲਿਆ ਸਾਰਾ ਉਹਦਾ
ਜਿੰਨੀ ਵੀ ਉਹਦੀ ਅਸੈਟਸ ਹੈਗੇ ਸੀ ਸਾਰੇ ਪਰਚੇਜ ਕਰ ਲਏ, ਤੇ ਉਹਦੇ ਨਾਲ ਨਾਲ ਕੀ ਹੋਏਗਾ, ਜਿਹੜਾ ਉਹਦਾ ਲੋਨ ਹੋਏਗਾ ਉਹ ਵੀ ਅਸਾਈਨ ਹੋਏਗਾ। ਇੱਥੇ ਜਿਹੜੀ ਕੰਪਨੀ ਦੇ ਰਹੀ ਹੈ ਉਹ ਅਸਾਈਨਰ ਹੋਏਗੀ, ਜਿਹੜੀ ਕੰਪਨੀ ਉਹ ਲੈ ਰਹੀ ਹੈ ਉਹ ਲੋਨ ਦੀ ਜ਼ਿੰਮੇਵਾਰੀ ਹੋਗੀ ਵੀ ਅੱਗੇ ਨੂੰ ਇਹ ਲੋਨ ਦੀ ਭਰਨ ਦੀ ਰਿਸਪੌਂਸਿਬਿਲਿਟੀ ਮੇਰੀ ਹੈ, ਉਹਨੂੰ ਅਸੀਂ ਅਸਾਈਨੀ ਕਹਾਂਗੇ। ਠੀਕ ਹੈ, ਇਹ ਹੈਗਾ ਰਿਪਰੈਜ਼ੈਂਟੇਟਿਵ, ਅਸਾਈਨ ਔਰ ਏਜੰਟ। ਏਜੰਟ ਕੋਈ ਵੀ ਵਿਅਕਤੀ ਹੋ ਸਕਦਾ, ਕਿਸੇ ਨੂੰ ਵੀ ਤੁਸੀਂ ਏਜੰਟ ਆਪਦਾ ਨਿਯੁਕਤ ਕਰਕੇ ਕੋਈ ਡਾਕੂਮੈਂਟ ਪੇਸ਼ ਕਰਨ ਲਈ ਕਹਿ ਸਕਦੇ ਹੋ। ਇਹ ਜਿਹੜੇ ਵਿਅਕਤੀ ਨੇ, ਠੀਕ ਹੈ, ਇਹ ਡਾਕੂਮੈਂਟ ਨੂੰ ਪ੍ਰੈਜ਼ੈਂਟ ਕਰ ਸਕਦੇ ਨੇ ਰਜਿਸਟਰਿੰਗ ਆਫੀਸਰ ਨੇ, ਤੇ ਰਜਿਸਟਰਿੰਗ ਆਫੀਸਰ ਨੇ ਦੇਖਣਾ ਵੀ ਵਾਕਈ ਇਹਨਾਂ ਕੋਲ ਅਥਾਰਟੀ ਲੈਟਰ ਪ੍ਰੋਪਰ ਹੈਗਾ ਜਾਂ ਨਹੀਂ ਹੈਗਾ, ਪਾਵਰ ਟੌਰਨੀ ਪ੍ਰੋਪਰ ਹੈਗੀ ਹੈ ਜਾਂ ਨਹੀਂ ਹੈਗੀ। ਪਾਵਰ ਟੌਰਨੀ ਦੀ ਅਥੈਂਟੀਕੇਸ਼ਨ ਕਰਾਉਣ ਦੀ ਲੋੜ ਪੈਂਦੀ ਹੈ, ਤਾਂ ਜਿੱਥੇ ਪਾਵਰ ਟੌਰਨੀ ਹੋਈ ਹੁੰਦੀ ਅਸੀਂ ਉਸ ਤਹਿਸੀਲ ਦੇ ਵਿੱਚੋਂ ਦੀ ਅਥੈਂਟੀਕੇਸ਼ਨ ਕਰਵਾ ਸਕਦੇ ਹਾਂ, ਲੈਟਰ ਲਿਖ ਕੇ ਉਸ ਤਹਿਸੀਲ ਨੂੰ ਭੇਜਾਂਗੇ ਵੀ ਕੀ ਇਹ ਜਿਹੜਾ ਪਾਵਰ ਟੌਰਨੀ ਤੁਹਾਡੀ ਤਹਿਸੀਲ ਤੋਂ ਹੋਈ ਵੀ ਹੈ, ਜੇ ਹੋਈ ਵੀ ਹੈ ਕੀ ਇਹ ਕੈਂਸਲ ਤਾਂ ਨਹੀਂ ਫਿਲਹਾਲ ਹੋਈ। ਠੀਕ ਹੈ, ਅਥੈਂਟੀਕੇਸ਼ਨ ਜਦੋਂ ਸਾਡੇ ਕੋਲ ਆ ਜਾਂਦੀ ਹੈ, ਰਿਪੋਰਟ ਦੂਜੀ ਤਹਿਸੀਲ ਚੋਂ ਆ ਜਾਂਦੀ ਹੈ, ਤਾਂ ਫਿਰ ਅਸੀਂ ਉਸ ਤੋਂ ਉਹ ਰਿਪੋਰਟ ਆਉਣ ਤੋਂ ਉਪਰੰਤ ਹੀ ਜਿਹੜਾ ਡਾਕੂਮੈਂਟ ਹੈ ਉਹ ਅਸੀਂ ਰਜਿਸਟਰ ਕਰਦੇ ਹਾਂ। Next है para 124, officials exempt from the appearance. It must be borne in mind that officers of the government and the other officials mentioned in para section 88 of the act, section 88 ਦੇ ਵਿੱਚ ਵੀ ਕੋਈ ਹੈਗਾ exemption ਦਿੱਤੀ ਗਈ ਹੈ, are not required to appear at session. Consequently, if any such officer is entitled to present a document for the session, he may transmit it to the proper registering officers. ਮਤਲਬ ਇੱਥੇ ਗੱਲ ਕੀਤੀ ਗਈ ਹੈ ਸਰਕਾਰੀ ਅਦਾਰਿਆਂ ਦੀ। ਸਰਕਾਰੀ ਅਦਾਰਿਆਂ ਦੇ ਹੱਕ ਦੇ ਵਿੱਚ ਜਦੋਂ ਕੋਈ ਰਜਿਸਟਰੀਆਂ ਹੁੰਦੀਆਂ ਨੇ, ਠੀਕ ਹੈ, ਤਾਂ ਉੱਥੇ ਅਥਾਰਟੀ ਦਿੱਤੀ ਗਈ ਹੈ ਵੀ ਤੁਸੀਂ ਲਿਖ ਕੇ ਰਿਟਨ ਦੇ ਵਿੱਚ ਆਪਦੀ ਐਪਲੀਕੇਸ਼ਨ, ਜਿਵੇਂ ਹੁਣ ਇੰਪਰੂਵਮੈਂਟ ਟਰਸਟ ਹੈ, ਬੁੱਢਾ ਡਿਪਾਰਟਮੈਂਟ ਹੈਗਾ, ਠੀਕ ਹੈ, ਕੋਲੋਨਾਈਜ਼ਰ ਡਿਪਾਰਟਮੈਂਟ ਹੈਗਾ, ਮੰਡੀਕਰਨ ਬੋਰਡ ਹੈਗਾ, ਉੱਥੋਂ ਮਤਲਬ ਕਿ ਅਥਾਰਟੀ ਲੈਟਰ ਉਹ ਬਣਾ ਕੇ ਭੇਜ ਦਿੰਦੇ ਹੈਗੇ ਆ ਵੀ ਤੁਸੀਂ ਜਿਹੜੀ ਰਜਿਸਟਰੀ ਹੈਗੀ ਆ ਫਲਾਣੇ ਹੱਥ ਕਰ ਦਿੱਤੀ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਇਸ ਕਰਕੇ ਉਹਨਾਂ ਵਿਅਕਤੀਆਂ ਨੂੰ ਜਿਹੜੀ ਹੈਗੀ ਆ ਖੁਦ ਇੱਥੇ ਪੇਸ਼ ਹੋਣ ਦੀ ਜ਼ਰੂਰਤ ਨਹੀਂ। ਇਹ ਪੈਰਾ 124 ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ। ਨੈਕਸਟ ਹੈਗਾ ਪੈਰਾ 125, ਪੇਮੈਂਟ ਆਫ ਫੀ ਔਨ ਅਸੈਪਟੈਂਸ। ਜਦੋਂ ਕੋਈ ਰਜਿਸਟਰੀ ਅਸੈਪਟ ਹੋ ਗਈ, ਠੀਕ ਹੈ, ਹੁਣ ਦੇਖੋ ਹੁਣ ਸਿਸਟਮ ਬਦਲ ਗਿਆ ਸਾਰਾ। ਹੁਣ ਜਿਹੜੀਆਂ ਫੀਸਿਸ ਹੈਗੀਆਂ ਨੇ ਇਹ ਅਸੀਂ ਪਹਿਲਾਂ ਹੀ ਐਡਵਾਂਸ ਹੀ ਪ੍ਰੈਜ਼ੈਂਟ ਕਰਨ ਤੋਂ ਪਹਿਲਾਂ ਹੀ, ਡਾਕੂਮੈਂਟ ਪ੍ਰੈਜ਼ੈਂਟ ਕਰਨ ਤੋਂ ਪਹਿਲਾਂ ਹੀ ਜਿਹੜੀਆਂ ਆਨਲਾਈਨ ਜਿਹੜੀ ਹੈਗੀ ਹੈ ਫੀਸ ਹੈ, ਰਜਿਸਟ੍ਰੇਸ਼ਨ ਫੀਸ ਹੈ, ਉਹ ਪਹਿਲਾਂ ਹੀ ਜਮ੍ਹਾਂ ਕਰਾ ਦਿੱਤੀ ਜਾਂਦੀ ਹੈ। ਪਰ ਪਹਿਲਾਂ ਇਹ ਹੈਗਾ ਸੀਗਾ ਪੈਰਾ 125 ਜਿਹਦੇ ਤਹਿਤ ਕੀ ਹੈ, ਜਦੋਂ ਕੋਈ ਡਾਕੂਮੈਂਟ ਰਜਿਸਟਰ ਕਰਨਾ ਹੁੰਦਾ ਸੀਗਾ ਤਾਂ ਫਿਰ ਉਹਦੀ ਜਿਹੜੀ ਫੀਸ ਹੈ, ਰਜਿਸਟ੍ਰੇਸ਼ਨ ਜਿਹੜੀ ਫੀਸ ਹੈ ਉਹ ਲਈ ਜਾਂਦੀ ਸੀ, ਉਹਦੀ ਰਸੀਦ ਕੱਟੀ ਜਾਂਦੀ ਸੀ। ਠੀਕ ਹੈ ਜੀ, ਤੇ ਹੁਣ ਇਹ ਅਸੀਂ ਜ਼ਿਆਦਾ ਤੇ ਟਾਈਮ ਨਹੀਂ ਵੇਸਟ ਕਰਾਂਗੇ। ਨੈਕਸਟ ਚਲੋ ਜੀ, ਪੈਰਾ 126, ਇਨਕੁਆਰੀ ਐਜ਼ ਟੂ ਦ ਐਗਜ਼ੀਕਿਊਸ਼ਨ, ਆਇਡੈਂਟੀਟੀ ਐਟਸੈਟਰਾ, ਇਟ ਇਜ਼ ਵੈਰੀ ਇੰਪੋਰਟੈਂਟ। ਠੀਕ ਹੈ ਜੀ, ਪੇਪਰ 'ਚ ਅਕਸਰ ਆਉਂਦਾ ਰਹਿੰਦਾ ਹੈ। ਇਹ ਵਾਲਾ ਜਿਹੜਾ ਪੈਰਾ ਹੈਗਾ ਇਨਕੁਆਰੀ ਐਜ਼ ਟੂ ਦ ਐਗਜ਼ੀਕਿਊਸ਼ਨ, ਵੀ ਐਗਜ਼ੀਕਿਊਸ਼ਨ ਪ੍ਰੋਪਰ ਰਜਿਸਟਰੀ ਦੀ ਹੋਈ। ਐਗਜ਼ੀਕਿਊਸ਼ਨ ਮਤਲਬ ਪਾਰਟੀਆਂ ਨੇ ਪ੍ਰੋਪਰ ਸਾਈਨ ਕੀਤੇ, ਦੋਨਾਂ ਨੇ ਗਵਾਹਾਂ ਦੇ ਸਾਈਨ ਪ੍ਰੋਪਰ ਹੋਏ, ਮੌਕੇ ਤੇ ਵਿਟਨੈਸ ਜਿਹੜੇ ਹੈਗੇ ਉਹਨਾਂ ਨੇ ਸਾਈਨ ਕੀਤੇ, ਕਿਤੇ ਇਹ ਤਾਂ ਨਹੀਂ ਵੀ ਰਜਿਸਟਰੀ ਕਰਾਉਣ ਵਾਲੇ 2 ਵਿਅਕਤੀ ਨੇ, 3 ਵਿਅਕਤੀ ਨੇ, ਸੇਲ ਕਰਨ ਵਾਲੇ ਸਾਈਨ ਕਿਤੇ ਹੋਏ ਹੋਏ ਨੇ, 2 ਦੇ ਸਾਈਨ ਰਹਿ ਗਏ। ਠੀਕ ਹੈ, ਖਰੀਦਦਾਰ ਦੇ ਸਾਈਨ ਨਹੀਂ ਹੋਏ ਜਾਂ ਖਰੀਦਦਾਰ ਵੱਲੋਂ ਕੋਈ ਅਥੋਰਾਈਜ਼ਡ ਪਰਸਨ ਹੈ ਉਹਦੇ ਸਾਈਨ ਨਹੀਂ ਹੋਏ। ਕਿ ਜਿਹੜੇ ਬੰਦੇ ਰਜਿਸਟਰੀ ਕਰਵਾਉਣ ਵਾਲੇ ਨੇ ਉਹਨਾਂ ਦੇ ਆਧਾਰ ਕਾਰਡ ਕੀ ਉਹ ਪ੍ਰੋਪਰ ਪਰਸਨ ਹੈਗੇ ਆ, ਆਇਡੈਂਟੀਟੀ ਉਹਨਾਂ ਦੀ, ਉਹਨਾਂ ਨੂੰ ਕੌਣ ਆਇਡੈਂਟੀਫਾਈ ਕਰਦਾ ਹੈ, ਉਹਨਾਂ ਦੇ ਕੋਲ ਆਧਾਰ ਕਾਰਡ ਹੈਗੇ ਆ, ਜਾਂ ਉਹਨਾਂ ਨੂੰ ਕੋਈ ਪਿੰਡ ਦਾ ਜਿਹੜਾ ਨੰਬਰਦਾਰ ਹੈ, ਠੀਕ ਹੈ, ਜਾਂ ਸ਼ਹਿਰ ਦਾ ਕੋਈ MC ਹੈ ਕਿ ਉਹਨੂੰ ਆਇਡੈਂਟੀਫਾਈ ਕਰ ਰਿਹਾ ਹੈਗਾ। ਆਇਡੈਂਟੀਫਾਈ ਕਰਨ ਵਾਲਾ ਵਿਅਕਤੀ ਕੀ ਅਥੋਰਾਈਜ਼ਡ ਪਰਸਨ ਹੈਗਾ। ਠੀਕ ਹੈ ਜੀ, ਇਹ ਜਿਹੜਾ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹ ਰੈਵਨਿਊ ਆਫੀਸਰ ਨੇ, ਰਜਿਸਟਰਿੰਗ ਆਫੀਸਰ ਨੇ ਇਹ ਦੇਖਣੀਆਂ ਹੁੰਦੀਆਂ ਨੇ। ਰਜਿਸਟਰਿੰਗ ਆਫੀਸਰ ਸ਼ੈਲ ਦੈਨ with as little delay as possible inquiry whether document was executed by the alleged executant, ਜਿਹੜੇ ਰਜਿਸਟਰੀ ਕਰਵਾ ਰਹੇ ਨੇ ਡਾਕੂਮੈਂਟ ਨੂੰ ਕੀ ਉਹਨਾਂ ਨੇ ਪ੍ਰੋਪਰ ਸਾਈਨ ਕੀਤੇ ਹੋਏ ਨੇ, ਸੈਟੀਸਫਾਈ ਹਿਮਸੈਲਫ ਐਜ਼ ਆਇਡੈਂਟੀਟੀ, ਆਪਦੇ ਆਪ ਨੂੰ ਸੈਟੀਸਫਾਈ ਕਰੇਗਾ ਵੀ ਇਹ ਵਾਕਈ ਉਹੀ ਬੰਦੇ ਨੇ, ਕਿਤੇ ਗਲਤ ਬੰਦਾ ਤਾਂ ਨਹੀਂ ਆ ਕੇ ਖੜ ਗਿਆ, ਕੋਈ ਗਲਤ ਡਾਕੂਮੈਂਟ ਲੈ ਕੇ ਤਾਂ ਨਹੀਂ ਆ ਗਿਆ। ਜਿਵੇਂ ਕਿ ਐਪ ਦਿੱਤੀ ਗਈ ਹੈ, ਸ਼ਾਇਦ ਤੁਸੀਂ ਜਦੋਂ ਕੰਮ ਕਰੋਗੇ ਤੁਸੀਂ ਯੂਟੀਲਾਈਜ਼ ਵੀ ਕਰੋਗੇ, ਪਰ ਮੈਂ ਯੂਟੀਲਾਈਜ਼ ਕਰਦਾ ਰਿਹਾ। ਜਦੋਂ ਕੋਈ ਡਾਕੂਮੈਂਟ ਪੇਸ਼ ਹੁੰਦਾ ਤੁਹਾਡੇ ਕੋਲੇ, ਜੇ ਕੋਈ ਜਦੋਂ ਵੀ ਕੋਈ ਵਿਅਕਤੀ ਬਾਹਰੋਂ ਆਉਂਦਾ ਕਿਤੋਂ ਚੱਲ ਕੇ, ਕੋਈ ਅਟਾਰਨੀ ਦੇ ਬੇਸਿਸ ਤੇ ਕੋਈ ਵਿਅਕਤੀ ਬਾਹਰੋਂ ਆਉਂਦਾ ਹੈ, ਠੀਕ ਹੈ, ਤਾਂ ਬਾਹਰਲੇ ਵਿਅਕਤੀ ਨੂੰ ਜ਼ਰੂਰ ਤੁਸੀਂ ਉਹਦਾ ਜਿਹੜਾ ਆਈ ਕਾਰਡ ਹੈ ਜਾਂ ਉਹਦਾ ਕੋਈ ਆਧਾਰ ਕਾਰਡ ਹੈਗਾ ਉਸ ਨੂੰ ਅਸੀਂ ਜ਼ਰੂਰ ਰੀਚੈਕ ਕਰਨਾ ਹੁੰਦਾ ਹੈ।
ਆਧਾਰ ਕਾਰਡ ਵੀ ਕੋਈ ਜਾਲੀ ਬਣਾ ਕੇ ਲੈ ਕੇ ਆ ਸਕਦਾ ਹੈ। ਠੀਕ ਹੈ, ਆਧਾਰ ਕਾਰਡ ਜਾਲੀ ਬਣਾ ਕੇ ਲੈ ਕੇ ਆ ਸਕਦਾ। ਬਾਹਰਲੀ ਤਹਿਸੀਲ ਚੋਂ ਕੋਈ ਬੰਦਾ ਬਾਹਰੋਂ ਦੂਰੋਂ ਚੱਲ ਕੇ ਆ ਗਿਆ, ਅੰਮ੍ਰਿਤਸਰ ਬਠਿੰਡਾ ਸਾਈਡ ਤੋਂ ਕੋਈ ਬੰਦਾ ਆ ਗਿਆ, ਪਟਿਆਲੇ ਚੱਲ ਕੇ ਆ ਗਿਆ, ਰਜਿਸਟਰੀ ਕਰਾਉਣ ਦੀ ਖਾਤਰ ਆ ਗਿਆ, ਉਹਦੇ ਕੋਲ ਅਟਾਰਨੀ ਵੀ ਹੈਗੀ ਆ ਤੇ ਉਹਦੇ ਕੋਲੇ ਜਾਂ ਕੋਈ ਆਪਦਾ ਆਧਾਰ ਕਾਰਡ ਪੇਸ਼ ਕਰਕੇ ਉਹ ਡਾਕੂਮੈਂਟ ਕਰਵਾ ਰਿਹਾ ਹੈ। ਐਸੇ ਵਿਅਕਤੀ ਦੀ ਜਿਹੜੀ ਆਇਡੈਂਟੀਫਿਕੇਸ਼ਨ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ। ਉਹਦੀ ਆਇਡੈਂਟੀਫਿਕੇਸ਼ਨ ਤੁਸੀਂ ਕਿਵੇਂ ਕਰਨੀ ਹੈ ਕਿ ਇਹ ਵਿਅਕਤੀ ਬਾਕੀ ਉਹੀ ਹੈ ਜਿਹਦੇ ਕੋਲ ਆਧਾਰ ਕਾਰਡ ਜਿਹੜਾ ਹੈਗਾ ਜਿਸ ਨਾਮ ਤੇ ਬਣਿਆ ਹੋਇਆ ਇਹ ਵਿਅਕਤੀ ਉਹੀ ਹੈ। ਦੇਖੋ, ਪਿੰਡ ਦਾ ਵਿਅਕਤੀ ਕੋਈ ਗਲਤ ਨਹੀਂ ਆਉਂਦਾ ਹੈਗਾ, ਕਿਉਂਕਿ ਪਿੰਡ ਦਾ ਨੰਬਰਦਾਰ ਨਾਲ ਹੁੰਦਾ, ਝੱਟ ਪਹਿਚਾਣ ਲਾਉਂਦਾ ਵੀ ਇਹ ਬੰਦਾ ਤਾਂ ਜੀ ਸਾਡੇ ਪਿੰਡ ਦਾ ਹੀ ਨਹੀਂ ਹੈਗਾ। ਠੀਕ ਹੈ, ਨੰਬਰਦਾਰ ਤਦੀ ਪਿੰਡ ਦੇ ਨੰਬਰਦਾਰ ਦੀ ਜਿਹੜੀ ਆਇਡੈਂਟੀਫਿਕੇਸ਼ਨ ਹੈ ਜ਼ਰੂਰੀ ਕੀਤੀ ਗਈ ਹੈ ਵੀ ਹੋਰ ਪਿੰਡ ਦੀ ਆਇਡੈਂਟੀਫਿਕੇਸ਼ਨ ਨੰਬਰਦਾਰ ਨਾ ਪਾਵੇ। ਪਰ ਜਦੋਂ ਕਿਤੇ ਬੰਦਾ ਬਾਹਰੋਂ ਚੱਲ ਕੇ ਆਉਂਦਾ ਹੈ ਤਾਂ ਜਿਹੜੀ ਆਇਡੈਂਟੀਫਿਕੇਸ਼ਨ ਅਸੀਂ ਬਾਹਰੋਂ ਦਾ ਨੰਬਰਦਾਰ ਮੰਗਾਉਂਦੇ ਨਹੀਂ ਹੈਗੇ। ਉਹਦੇ ਲਈ ਕੀ ਹੈਗਾ, ਜਨਰਲ ਮੈਂ ਗੱਲ ਕਰਦਾ, ਸਾਡੇ ਕੋਲੇ ਜਿਹੜਾ ਆਧਾਰ ਕਾਰਡ ਹੈ ਉਹਨੂੰ ਚੈੱਕ ਕਰਨ ਦੀ ਵੀ ਇੱਕ ਐਪ ਹੈਗੀ ਹੈ। ਠੀਕ ਹੈ, ਉਸ ਵਿਅਕਤੀ ਦਾ ਜਿਹੜਾ ਤੁਸੀਂ ਫੋਨ ਨੰਬਰ ਲਓਗੇ, ਠੀਕ ਹੈ, ਆਧਾਰ ਕਾਰਡ ਦਾ ਜਿਹੜਾ ਨੰਬਰ ਹੈਗਾ ਤੁਸੀਂ ਉਸ ਐਪ ਦੇ ਉੱਪਰ ਜਦੋਂ ਤੁਸੀਂ ਫੀਡ ਕਰੋਗੇ ਆਧਾਰ ਕਾਰਡ ਦਾ ਨੰਬਰ ਫੀਡ ਕਰੋਗੇ, ਉਸ ਵਿਅਕਤੀ ਦਾ ਜਿਹੜਾ ਮੋਬਾਈਲ ਨੰਬਰ ਹੈ ਤੁਸੀਂ ਪਹਿਲਾਂ ਲੈ ਲਓਗੇ। ਠੀਕ ਹੈ, ਉਸ ਵਿਅਕਤੀ ਦੇ ਜਦੋਂ ਤੁਸੀਂ ਆਧਾਰ ਕਾਰਡ ਫੀਡ ਕਰਦੇ ਹੋ ਤਾਂ ਉਸ ਵਿਅਕਤੀ ਦੇ ਜਿਹੜਾ ਮੋਬਾਈਲ ਨੰਬਰ ਹੈ ਉਹਦੇ ਲਾਸਟ ਜਿਹੜੇ 3 ਡਿਜਿਟਸ ਹੁੰਦੀਆਂ ਨੇ ਉਹ ਤੁਹਾਡੀ ਸਕਰੀਨ ਦੇ ਉੱਪਰ ਸ਼ੋਅ ਹੋਣ ਲੱਗ ਜਾਂਦੀਆਂ ਨੇ। ਠੀਕ ਹੈ, ਜਿਹੜਾ ਉਸ ਵਿਅਕਤੀ ਦੇ ਨਾਮ ਤੇ ਮੋਬਾਈਲ ਨੰਬਰ ਜਿਹੜਾ ਰਜਿਸਟਰ ਹੋਇਆ ਹੁੰਦਾ ਹੈ, ਤਾਂ ਤੁਸੀਂ ਜਦੋਂ ਉਹ 3 ਡਿਜਿਟ ਉਹਦੇ ਮੋਬਾਈਲ ਦੀਆਂ ਤੁਹਾਡੀ ਸਕਰੀਨ ਤੇ ਆ ਗਈਆਂ ਤਾਂ ਤੁਸੀਂ ਤੁਹਾਡੇ ਕੋਲੋਂ ਚੈੱਕ ਹੋ ਜਾਂਦਾ ਇਹ ਵਾਕਈ ਇਹ ਜਿਹੜਾ ਆਧਾਰ ਕਾਰਡ ਹੈ ਬਿਲਕੁਲ ਸਹੀ ਹੈਗਾ, ਇਹ ਵਿਅਕਤੀ ਬਿਲਕੁਲ ਸਹੀ ਹੈਗਾ। ਪਰ ਜੇਕਰ ਉਹ ਮੈਚ ਨਹੀਂ ਕਰਦੀਆਂ ਤਾਂ ਇੱਥੇ ਡਾਊਟ ਕ੍ਰੀਏਟ ਹੋ ਜਾਂਦਾ ਵੀ ਇਹ ਜਿਹੜਾ ਆਧਾਰ ਕਾਰਡ ਹੈ ਮੇਬੀ ਇਹ ਫਰਜ਼ੀ ਬਣਾਇਆ ਹੋਵੇ, ਜਾਲੀ ਬਣਾਇਆ ਹੋਇਆ ਹੋਵੇ। ਇਹ ਆਇਡੈਂਟੀਫਿਕੇਸ਼ਨ ਹੈਗੀ ਹੈ। ਅਸੀਂ ਕਿਹਦੀ ਜੇ ਕਰਨੀ ਹੈ, ਐਗਜ਼ੀਕਿਊਟਰ ਦੀ ਕਰਨੀ ਹੈ, ਮਿਹਨਤ ਐਗਜ਼ੀਕਿਊਟਰ ਦੀ ਕਰਨੀ ਜਿਹਨੇ ਡਾਕੂਮੈਂਟ ਜਿਹੜਾ ਕੋਈ ਪ੍ਰਾਪਰਟੀ ਸੇਲ ਕਰ ਰਿਹਾ ਹੈ ਜਾਂ ਰਜਿਸਟਰੀ ਕਰਵਾ ਰਿਹਾ। ਖਰੀਦਦਾਰ ਦਾ ਵਿਅਕਤੀਗਤ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਖਰੀਦਦਾਰ ਨੇ ਤਾਂ ਲੈਣੀ ਹੁੰਦੀ ਹੈ ਪ੍ਰਾਪਰਟੀ, ਉਹਦੇ ਵੱਲੋਂ ਕੋਈ ਵਿਅਕਤੀ ਆਉਂਦਾ ਉਹਦੀ ਜ਼ਿਆਦਾ ਇੰਨੀ ਸਾਨੂੰ ਪ੍ਰੋਬਲਮ ਨਹੀਂ ਹੁੰਦੀ। ਮੇਨ ਤਾਂ ਇਸ ਵਿਅਕਤੀ ਹੁੰਦਾ ਕੋਈ ਅਟਾਰਨੀ ਕਰਵਾ ਰਿਹਾ ਹੈ ਜਾਂ ਕੋਈ ਰਜਿਸਟਰੀ ਕਰਵਾ ਰਿਹਾ, ਕੋਈ ਸੇਲ ਕਰ ਰਿਹਾ, ਉਹਦੀ ਆਇਡੈਂਟੀਫਿਕੇਸ਼ਨ ਤੇ ਉਹਦੀ ਪ੍ਰੋਪਰ ਐਗਜ਼ੀਕਿਊਸ਼ਨ ਹੋਈ ਹੈ ਜਾਂ ਨਹੀਂ ਹੋਈ ਇਹ ਦੇਖਣਾ ਹੁੰਦਾ ਹੈ। ਜਾਂ ਉਹਦੇ ਵੱਲੋਂ ਕੋਈ ਵਿਅਕਤੀ ਜਿਹੜਾ ਆਇਆ ਹੈਗਾ ਅਟਾਰਨੀ ਲੈ ਕੇ ਆਇਆ ਹੈਗਾ, ਉਹ ਅਟਾਰਨੀ ਨੂੰ ਜਿਹੜੀ ਅਥੈਂਟੀਕੇਸ਼ਨ ਹੈ ਉਹ ਸੈਕਸ਼ਨ 33 ਦੇ ਵਿੱਚ ਪ੍ਰੋਵਾਈਡ ਕੀਤੀ ਗਈ ਹੈ। ਵੈਸੇ ਦੂਜੀ ਤਹਿਸੀਲ ਦੇ ਵਿੱਚ ਜਿਹੜੀ ਅਥੈਂਟੀਕੇਸ਼ਨ ਹੈ ਉਹ ਕਰਵਾਉਂਦੇ ਆ, ਜਦੋਂ ਰਿਪੋਰਟ ਆਉਂਦੀ ਹੈ ਫਿਰ ਅਸੀਂ ਜਿਹੜਾ ਡਾਕੂਮੈਂਟ ਹੈਗਾ ਉਹ ਰਜਿਸਟਰ ਕਰਦੇ ਹਾਂ। फिर है पैरा 127 identification of the parties when the registering officer is not personally acquainted with the executants। देखो, ਰਜਿਸਟਰਿੰਗ ਆਫਿਸਰ ਪਰਸਨਲੀ ਤਾਂ ਕਿੰਨੇ ਕੁ ਬੰਦੇ ਨੂੰ ਜਾਣਦਾ ਹੁੰਦਾ ਹੈ, ਬਹੁਤ ਘੱਟ, ਇੱਕ ਦੋ ਬੰਦੇ ਜਿਹੜੇ ਇੱਕ ਦੋ ਰਜਿਸਟਰੀ ਡਾਕੂਮੈਂਟ ਪੇਸ਼ ਹੁੰਦੇ ਉਹਨਾਂ 'ਚ ਕਿਸੇ ਨਾ ਕਿਸੇ ਨੂੰ ਸਪੈਸ਼ਲੀ ਤੌਰ ਤੇ ਜਾ ਸਕਦਾ, ਮੇ ਵੀ ਜਾਣਦਾ ਹੋਵੇ, ਬਟ ਜਿਹੜੇ ਹੈਗੇ ਡਾਕੂਮੈਂਟ ਉਹਨਾਂ 'ਚ ਪਰਸਨਲੀ ਜਿਹੜਾ registering officer ਨਹੀਂ ਜਾਣਦਾ ਹੁੰਦਾ। He shall require them to produce any following persons known to him personally to testify identity। ਅਸੀਂ ਵਿਅਕਤੀਆਂ ਦੀ ਆਇਡੈਂਟੀਫਿਕੇਸ਼ਨ ਲਈ ਕਿਹਨੂੰ ਬੁਲਾਉਂਦੇ ਹਾਂ? ਅਸੀਂ ਨੰਬਰਦਾਰ ਨੂੰ ਜਨਰਲੀ ਬੁਲਾਉਂਦੇ ਹਾਂ, ਪਿੰਡ ਦੇ ਨੰਬਰਦਾਰ ਨੂੰ ਬੁਲਾਉਂਦੇ ਹਾਂ ਜਨਰਲ ਤੌਰ ਤੇ। ਠੀਕ ਹੈ, ਸ਼ਹਿਰ 'ਚ ਕਿਹਨੂੰ ਬੁਲਾਉਂਦੇ ਅਸੀਂ MC ਨੂੰ ਬੁਲਾਉਂਦੇ ਹਾਂ ਵੀ ਕੋਈ ਆਇਡੈਂਟੀਫਾਈ ਕਰ ਕਰੇ। ਪਰ ਕਈ ਵਾਰੀ ਕੀ ਹੁੰਦਾ ਤੁਸੀਂ ਜਦੋਂ ਉਹਦੇ ਵਿੱਚ ਆਓਗੇ ਐਜ ਏ ਤੁਸੀਂ ਰਜਿਸਟਰਿੰਗ ਆਫਿਸਰ ਕੰਮ ਕਰੋਗੇ ਤਾਂ ਤੁਹਾਨੂੰ ਵੀ ਕਈ ਵਾਰੀ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਨੇ ਫੇਸ ਕਰਨੀਆਂ ਹੁੰਦੀਆਂ ਨੇ। ਕਈ ਵਾਰੀ ਪਿੰਡਾਂ ਦੇ ਵਿੱਚ ਕੀ ਹੁੰਦਾ ਪਾਰਟੀਬਾਜ਼ੀ ਹੋਣ ਕਰਕੇ ਪਿੰਡ ਦਾ ਨੰਬਰਦਾਰ ਹੈ ਕੋਈ ਵੀ ਨਹੀਂ ਵਿਅਕਤੀ ਦੇ ਕੋਲ ਉਹਦੇ ਨਹੀਂ ਆਉਂਦਾ ਉਹਦੇ ਨਾਲ, ਜਾਂ ਕਈ ਵਾਰੀ ਇੱਦਾਂ ਦੀ ਗੱਲ ਹੁੰਦੀ ਹੈ ਪ੍ਰੋਪਰਟੀ ਕਿਸੇ ਪਿੰਡ ਦੀ ਹੁੰਦੀ ਹੈ, ਵਿਅਕਤੀ ਕੋਈ ਲੜਕੀ ਹੁੰਦੀ ਹੈ ਉਹਦੇ ਨਾਂ ਤੇ ਪ੍ਰੋਪਰਟੀ ਹੁੰਦੀ ਹੈ, ਲੜਕੀ ਆਪਣੀ ਪ੍ਰੋਪਰਟੀ ਸੇਲ ਕਰਨਾ ਚਾਹੁੰਦੀ ਹੁੰਦੀ ਹੈ। ਠੀਕ ਹੈ, ਤਾਂ ਵੀ ਕੀ ਹੋਇਆ ਕਈ ਵਾਰੀ ਜਿਹੜੇ ਪਿੰਡ ਦੇ ਉਹਦੇ ਭਰਾ ਹੁੰਦੇ ਆ ਹੋਰ ਹੁੰਦੇ ਆ ਤਾਂ ਉਹ ਕਹਿੰਦੇ ਕਿਸੇ ਨੰਬਰਦਾਰ ਨੂੰ ਸਾਰਿਆਂ ਨੂੰ ਰੋਕ ਦਿੰਦੇ ਆ ਵੀ ਤੁਸੀਂ ਇਹ ਰਜਿਸਟਰੀ ਕਰਾਉਣ ਦੇ ਲਈ ਸਾਡੀ ਭੈਣ ਦੇ ਨਾਲ ਨਹੀਂ ਜਾਣਾ ਹੈਗਾ ਤਹਿਸੀਲ ਦੇ ਵਿੱਚ। ਇੱਦਾਂ ਦੇ ਕੀ ਰੀਜ਼ਨ ਜਿਹੜੇ ਪ੍ਰੈਕਟੀਕਲ ਰੀਜ਼ਨ ਮਤਲਬ ਕਿ ਆਉਂਦੇ ਹੈਗੇ, ਪ੍ਰੋਬਲਮ ਆਉਂਦੀਆਂ ਨੇ। ਤਾਂ ਜਿਹੜਾ ਪੈਰਾ 127 ਦੱਸਿਆ ਗਿਆ ਇਹਦੇ ਵਿੱਚ ਇਹ ਹੈਗਾ ਵੀ ਕਿਹੜੇ ਕਿਹੜੇ ਵਿਅਕਤੀ ਅਥੋਰਾਈਜ਼ ਪਰਸਨ ਨੇ ਜਿਹੜੇ ਕਿਸੇ ਨੂੰ ਆਇਡੈਂਟੀਫਾਈ ਕਰ ਸਕਦੇ ਨੇ। MP ਹੈ, ਜਿਵੇਂ ਕਿ ਨੰਬਰ 1 ਤੇ MP ਹੈ। MP ਵੀ ਵਿਅਕਤੀ ਨੂੰ ਕਿਸੇ ਨੂੰ ਜਿਹੜਾ ਐਗਜ਼ੀਕਿਊਟਰ ਹੈਗਾ ਉਹਨੂੰ ਆਇਡੈਂਟੀਫਾਈ ਕਰ ਸਕਦੇ ਨੇ। ਇਸ ਤਰੀਕੇ MLA ਵੀ ਆਇਡੈਂਟੀਫਾਈ ਕਰ ਸਕਦੇ ਨੇ। ਮੈਂਬਰ ਆਫ ਦਾ ਲੈਜਿਸਲੇਟਿਵ ਕਾਉਂਸਲ ਇਹ ਵੀ ਆਇਡੈਂਟੀਫਾਈ ਕਰ ਸਕਦੇ ਨੇ। ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ, ਪੰਚਾਇਤ ਸਮਿਤੀ ਦਾ ਮੈਂਬਰ, ਗ੍ਰਾਮ ਪੰਚਾਇਤ ਦਾ ਮੈਂਬਰ, ਯਾਨੀ ਕਿ ਪਿੰਡ ਦਾ ਜਿਹੜਾ ਪੰਚ ਹੈ, ਠੀਕ ਹੈ, ਪੰਚਾਇਤ ਸਮਿਤੀ ਦਾ ਮੈਂਬਰ ਹੈ, ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ, ਇਹ ਵੀ ਆਇਡੈਂਟੀਫਾਈ ਕਰ ਸਕਦੇ ਨੇ ਅਜਿਹੇ ਕੇਸਾਂ ਦੇ ਵਿੱਚ। ਠੀਕ ਹੈ, ਫਿਰ ਆ ਗਿਆ ਲੰਬੜਦਾਰ। ਲੰਬੜਦਾਰ ਤਾਂ ਜਨਰਲ ਤੌਰ ਤੇ ਆਪਾਂ ਮਤਲਬ ਕਿ ਇਹ ਤਾਂ ਆਪਣੀਆਂ ਸੇਵਾਵਾਂ ਜਨਰਲ ਤੌਰ ਤੇ ਦਿੰਦੇ ਹੈਗੇ ਆ, ਇਹ ਤਾਂ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ। ਠੀਕ ਹੈ, ਫਿਰ ਜੈਲ ਸੇਵਕ ਦੀ ਕੋਈ ਪੋਸਟ ਹੁੰਦੀ ਹੋਣੀ, ਉਪ ਜੈਲ ਸੇਵਕ,
ਇਹ ਵੀ ਕੋਈ ਪੋਸਟ ਮੈਂ ਤਾਂ ਦੇਖਿਆ ਨਹੀਂ ਕਿਹਨੂੰ ਕਿਹਾ ਜਾਂਦਾ ਹੈਗਾ। ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਮੈਂਬਰ ਆਫ ਏ ਮਿਊਨਿਸਪਲ ਕਮੇਟੀ। ਮਿਊਨਿਸਪਲ ਕਮੇਟੀ ਦਾ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਜਾਂ ਕੋਈ ਵੀ MC ਉਹ ਵੀ ਆਇਡੈਂਟੀਫਾਈ ਕਰ ਸਕਦਾ ਹੈ। ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸੈਕਟਰੀ ਆਫ ਏ ਕੋਆਪਰੇਟਿਵ ਸੁਸਾਇਟੀ। ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਜ਼ ਬਣੀਆਂ ਹੁੰਦੀਆਂ ਨੇ, ਠੀਕ ਹੈ। ਸੈਕਟਰੀ ਹੈ, ਵਾਈਸ ਪ੍ਰੈਜ਼ੀਡੈਂਟ ਹੈ, ਪ੍ਰੈਜ਼ੀਡੈਂਟ ਹੈ, ਉਹਨੂੰ ਵੀ ਕੋਈ ਉਹ ਵੀ ਆਇਡੈਂਟੀਫਿਕੇਸ਼ਨ ਕਰ ਸਕਦਾ ਹੈ ਨੰਬਰਦਾਰ ਦੀ ਜਗ੍ਹਾ ਤੇ। ਜਾਂ ਕੋਈ ਰਿਟਾਇਰਡ ਗੈਸਟਡ ਆਫੀਸਰ, ਠੀਕ ਹੈ, ਰਿਟਾਇਰਡ ਗੈਸਟਡ ਆਫੀਸਰ ਵੀ ਕਿਸੇ ਵਿਅਕਤੀ ਦੀ ਆਇਡੈਂਟੀਫਿਕੇਸ਼ਨ ਕਰ ਸਕਦਾ ਹੈ। ਮਿਲਟਰੀ ਆਫੀਸਰ, ਐਕਸ ਮਿਲਟਰੀ ਆਫੀਸਰ ਵੀ ਕਰ ਸਕਦੇ ਨੇ। Any other well-known person residing in the same locality as the executant। ਜਾਂ ਫਿਰ ਜੇਕਰ ਰਜਿਸਟਰਿੰਗ ਆਫੀਸਰ ਚਾਹੇ, ਇਹਨਾਂ 'ਚੋਂ ਕੋਈ ਵੀ ਵਿਅਕਤੀ ਨਹੀਂ ਆ ਰਿਹਾ ਕਿਸੇ ਵਿਅਕਤੀ ਦੇ ਨਾਲ, ਠੀਕ ਹੈ, ਕੋਈ ਸਪੈਸ਼ਲ ਕੇਸ ਦੇ ਵਿੱਚ ਫਿਰ ਜੇ ਰਜਿਸਟਰਾਰ ਚਾਹੇ ਤਾਂ ਪਾਸਪੋਰਟ ਵੀ ਦੇਖ ਸਕਦਾ ਹੈ ਉਸ ਵਿਅਕਤੀ ਦਾ ਜਿਹੜਾ ਰਜਿਸਟਰੀ ਕਰਵਾ ਰਿਹਾ ਹੈ। ਜਾਂ ਫਿਰ ਇਨਕਮ ਟੈਕਸ ਦਾ ਜਿਹੜਾ ਪੈਨ ਕਾਰਡ ਹੈਗਾ ਉਹ ਦੇਖ ਕੇ ਵੀ, ਬਟ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਰਜਿਸਟਰਿੰਗ ਆਫੀਸਰ ਦੀ ਵੀ ਵਾਕਈ ਇਹ ਜਿਹੜਾ ਬੰਦਾ ਹੈਗਾ ਸਹੀ ਹੈਗਾ ਜਿਹੜਾ ਰਜਿਸਟਰੀ ਕਰਵਾਉਣ ਲਈ ਆਇਆ ਹੈਗਾ। ਤਾਂ ਜੇ ਕੋਈ ਉੱਪਰਲੇ ਵਿਅਕਤੀ ਨਹੀਂ ਆ ਰਹੇ ਕਿਸੇ ਕਾਰਨ ਮੇਬੀ, ਤਾਂ ਰਜਿਸਟਰਿੰਗ ਆਫੀਸਰ ਕੋਲੇ ਪਾਵਰ ਹੈਗੀ ਹੈ ਤਾਂ ਉਹ ਖੁਦ ਸੈਟੀਸਫਾਈ ਹੋ ਸਕਦਾ ਹੈ। ਜੇ ਉਹਦਾ ਪਾਸਪੋਰਟ ਦੇਖ ਕੇ ਵੀ, ਇਨਕਮ ਟੈਕਸ ਪੈਨ ਨੰਬਰ ਵਗੈਰਾ ਦੇਖ ਕੇ ਵੀ ਇਹਦੀ ਹੈ ਡਾਕੂਮੈਂਟ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ। Provided that photocopies of such documents will be taken on the back of the deed। ਇਹ ਜਿਹੜੇ ਡਾਕੂਮੈਂਟ ਅਸੀਂ ਲੈਂਦੇ ਹਾਂ ਉਹ ਤੋਂ, ਜਿਹੜਾ ਇਹ ਪਾਸਪੋਰਟ ਲਿਆ ਜਾਂ ਪੈਨ ਕਾਰਡ ਲਿਆ, ਉਹਦੀ ਜਿਹੜੀ ਫੋਟੋਕਾਪੀ ਜਿਹੜੀ ਹੈਗੀ ਡਾਕੂਮੈਂਟ ਦੇ ਪਿਛਲੇ ਪੇਜ ਤੇ ਜਿਹੜੀ ਫੋਟੋ ਸਟੇਟ ਉਹਦੀ ਹੋ ਜਾਣੀ ਚਾਹੀਦੀ ਹੁੰਦੀ ਹੈ। ਅਸਲੀ ਡਾਕੂਮੈਂਟ ਲੈ ਕੇ, ਜਿਹੜਾ ਅਸਲੀ ਪਾਸਪੋਰਟ ਲਿਆ ਉਹਦੀ ਜਿਹੜੀ ਫੋਟੋਕਾਪੀ ਕਰਵਾਈ, ਉਹ ਜਿਹੜੀ ਡਾਕੂਮੈਂਟ ਹੈ ਡਾਕੂਮੈਂਟ ਦੇ ਕਿਸੇ ਇੱਕ ਪੇਜ ਤੇ, ਲਾਸਟ ਪੇਜ ਤੇ ਜਿਹੜੀ ਹੈਗੀ ਉਹਦੀ ਫੋਟੋਕਾਪੀ ਲਈ ਜਾਂਦੀ ਹੈ। ਚਾਹੇ ਪਾਸਪੋਰਟ ਹੋਵੇ, ਚਾਹੇ ਉਹ ਇਨਕਮ ਟੈਕਸ ਦਾ ਪੈਨ ਹੋਵੇ। Attached with the document and original document will be used and returned by the registering officer। The registering officer will certify on the photocopy of that he has seen original document। The registering officer ਹੈ ਜਦੋਂ ਫੋਟੋਕਾਪੀ ਲੈਂਦਾ ਉਹਦੀ ਡਾਕੂਮੈਂਟ ਦੀ ਤਾਂ ਉੱਥੇ ਨੋਟ ਦਿੰਦਾ ਆਪਣੇ ਵੱਲੋਂ ਵੀ ਇਹਦੀ original ਦੇਖ ਕੇ ਮੈंने ਉਸ ਨੂੰ ਵਾਪਸ ਕੀਤੀ ਹੈ। ਫਿਰ ਨਾਲ ਹੀ ਅਗਲਾ ਪੈਰਾ ਹੈਗਾ ਇਹ 'ਚ ਕਿਹਾ ਹੋਇਆ ਸਟੈਂਪ ਵੈਂਡਰ, ਪਟੀਸ਼ਨ ਰਾਈਟਰ ਔਰ ਪੀਐਨ ਜਿਹੜੇ ਹੈਗੇ ਨੇ, ਇਹਨਾਂ ਨੂੰ ਤੁਸੀਂ ਐਜ਼ ਏ ਆਇਡੈਂਟੀਫਿਕੇਸ਼ਨ ਨਹੀਂ ਲੈ ਸਕਦੇ। ਕੋਈ ਵੀ ਸਟੈਂਪ ਵੈਂਡਰ ਕਿਸੇ ਦੀ ਸ਼ਨਾਖਤ ਨਹੀਂ ਪਾ ਸਕਦਾ, ਨਾ ਹੀ ਸਟੈਂਪ ਵੈਂਡਰ ਪਾ ਸਕਦਾ, ਨਾ ਹੀ ਪਟੀਸ਼ਨ ਰਾਈਟਰ ਪਾ ਸਕਦਾ ਹੈ, ਤੇ ਨਾ ਹੀ ਕੋਈ ਪੀਐਨ ਕਲਾਸ 4 ਗਵਰਨਮੈਂਟ ਸਰਵੈਂਟ ਔਰ ਇਹ ਸਰਵੈਂਟ ਆਫ ਏ ਲੋਕਲ ਬੋਡੀ। ਕਲਾਸ 4 ਗਵਰਨਮੈਂਟ ਸਰਵੈਂਟ ਔਰ ਇਹ ਸਰਵੈਂਟ ਆਫ ਏ ਲੋਕਲ ਬੋਡੀ ਦਾ ਕੋਈ ਜਾਂ ਸਰਕਾਰ ਦਾ ਕੋਈ ਜਿਹੜਾ ਕਲਾਸ 4 ਇੰਪਲਾਈ ਹੈਗਾ, ਠੀਕ ਹੈ, ਉਹਨੂੰ ਤੁਸੀਂ ਐਜ਼ ਆਇਡੈਂਟੀਫਾਈ ਉਹਦੇ ਤੋਂ ਨਹੀਂ ਕਰਵਾ ਸਕਦੇ ਹੈਗੇ। should never be allowed to identify executant, not should be accepted as an identifying or testing witness। ਫਿਰ ਨਾਲ ਇੱਕ ਦੇਖੋ ਇੰਪੋਰਟੈਂਟ ਵਰਡ ਹੈਗਾ an interested party to a deed should not be allowed to identify the executant of the deed। ਜਿਹੜੀ ਇੰਟਰਸਟਡ ਪਾਰਟੀ ਹੈਗੀ ਜਿਹੜੀ ਖਰੀਦ ਰਹੀ ਹੈ, ਠੀਕ ਹੈ, ਉਹਨਾਂ ਦਾ ਕੋਈ ਵਿਅਕਤੀ ਜਿਹੜਾ ਹੈਗਾ ਜਿਹਦੇ ਨਾਂ ਤੇ ਰਜਿਸਟਰੀ ਵਗੈਰਾ ਕਿਸੇ ਦੇ ਇੱਕ ਬੰਦੇ ਦੇ ਕਿਸੇ ਨਾਂ ਤੇ ਹੋ ਰਹੀ ਹੈ, ਜਿਹੜਾ ਇੰਟਰਸਟਡ ਹੈ ਡਾਕੂਮੈਂਟ ਦੇ ਵਿੱਚ, ਉਹ ਐਗਜ਼ੀਕਿਊਟੈਂਟ ਜਿਹੜਾ ਸੇਲ ਕਰ ਰਿਹਾ ਉਹਨੂੰ ਆਇਡੈਂਟੀਫਾਈ ਨਹੀਂ ਕਰ ਸਕਦਾ। ਇਹ ਇੱਕ ਪ੍ਰੋਵੀਜ਼ਨ ਨਾਲ ਹੈਗੀ ਹੈ। ਬਹੁਤ ਇੰਪੋਰਟੈਂਟ ਪੈਰਾ ਜੀ ਇਹ 127, ਠੀਕ ਹੈ। ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਨੇ ਤੁਹਾਡੇ ਜਦੋਂ ਕੰਮ ਕਰੋਗੇ ਤਾਂ ਇਹ ਜੇ ਤੁਸੀਂ ਪੜ੍ਹਿਆ ਹੋਇਆ ਹੋਵੇਗਾ ਤਾਂ ਤੁਹਾਨੂੰ ਬਹੁਤ ਬੈਨੀਫਿਟ ਹੁੰਦਾ ਇਸ ਪੈਰੇ ਦਾ। An interested party to a deed should not be allowed to identify the executants of the deed। Next ਹੈਗਾ ਪੈਰਾ 21-28 documents to be scrutinized and explained to the executants। ਇਹ ਸਿੰਪਲ ਜੀ ਗੱਲ ਕਹੀ ਗਈ ਹੈ, ਜਦੋਂ ਵੀ ਕੋਈ ਡਾਕੂਮੈਂਟ ਤੁਹਾਡੇ ਕੋਲ ਸਬਮਿਟ ਹੁੰਦਾ ਹੈ, ਪੇਸ਼ ਹੁੰਦਾ ਹੈ, ਕਈ ਲੋਕ ਐਸੇ ਹੁੰਦੇ ਆ ਜਿਹੜੇ ਅਨਪੜ੍ਹ ਵੀ ਹੁੰਦੇ ਨੇ, ਠੀਕ ਹੈ, ਰਜਿਸਟਰੀ ਕਰਾਉਣ ਲਈ ਤੁਹਾਡੇ ਕੋਲ ਆਉਂਦੇ ਨੇ, ਤਾਂ ਤੁਸੀਂ ਡਾਕੂਮੈਂਟ ਨੂੰ ਸਕਰੂਟਨਾਈਜ਼ ਕਰੋਗੇ, ਚੈੱਕ ਕਰੋਗੇ, ਦੇਖੋਗੇ, ਤੇ ਫਿਰ ਜਿਹੜਾ ਹੈਗਾ ਐਕਸਪਲੇਨ ਵੀ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਹੈ ਵੀ ਇਹ ਜਿਹੜਾ ਵਿਅਕਤੀ ਹੈਗਾ ਪੂਰੀ ਇਹਨੂੰ ਸਮਝ ਲੱਗਦੀ ਨਹੀਂ ਹੈਗੀ, ਅਨਪੜ੍ਹ ਵੀ ਹੈਗਾ, ਤੇ ਉਸ ਨੂੰ ਪੁੱਛ ਵੀ ਸਕਦੇ ਹੋ ਕੀ ਕਰਨਾ ਹੈ ਤੁਸੀਂ, ਠੀਕ ਹੈ। ਕਈ ਵਿਅਕਤੀ ਨੂੰ ਪਤਾ ਹੁੰਦਾ, ਸਾਡੇ ਨਾਲ ਵੀ ਕਈ ਵਾਰੀ ਹੋਇਆ ਹੈਗਾ, ਮੈਂ ਤਾਂ ਜੀ ਜਦੋਂ ਉਹਨੂੰ ਪੁੱਛ-ਗਿੱਛ ਕਰੀਦੀ ਹੈਗੀ ਵੀ ਕੀ ਕਰਨਾ ਹੈ, ਮੈਂ ਤਾਂ ਜੀ ਪੈਨਸ਼ਨ ਲਵਾਉਣ ਲਈ ਆਇਆ, ਠੀਕ ਹੈ, ਕਰਾ ਰਿਹਾ ਹੁੰਦਾ ਉਹਦਾ ਰਜਿਸਟਰੀ। ਇਸ ਕਰਕੇ ਇਹ ਜਿਹੜਾ ਪੈਰਾ ਹੈਗਾ 128 ਹੈ, ਸਕਰੂਟਨਾਈਜ਼ ਵੀ ਕਰਨੀ ਹੈ ਤੁਸੀਂ ਡਾਕੂਮੈਂਟ ਦੀ,
ਤੇ ਐਕਸਪਲੇਨ ਵੀ ਕਰ ਸਕਦੇ ਹੋ ਤੁਸੀਂ ਲੋੜ ਦੇ ਮੁਤਾਬਕ ਐਗਜ਼ੀਕਿਊਟੈਂਟਸ ਨੂੰ। ਐਵਰੀ ਡੀਡ ਸ਼ੈਲ ਬੀ ਸਬਜੈਕਟਡ ਟੂ ਦਾ ਥੋਰੋ ਸਕ੍ਰੂਟਨੀ ਵਿਦ ਅ ਵਿਊ ਟੂ ਅਸਰਟੇਨਿੰਗ ਵੈਦਰ ਵੀ ਕੀ ਉਹ ਜਿਹੜਾ ਰਕਬਾ ਕਿੰਨਾ ਸੇਲ ਕਰ ਰਿਹਾ ਹੈ ਬੰਦਾ ਘੱਟ ਕਰ, ਕਿ ਜਿਹੜਾ ਰਜਿਸਟਰੀ ਲਿਖੀ ਵੀ ਹੈ ਉਹ ਬੰਦੇ ਨੂੰ ਪਤਾ ਵੀ ਮੈਂ 8 ਕਨਾਲ ਸੇਲ ਕਰ ਰਿਹਾ ਜਾਂ 4 ਕਨਾਲ ਸੇਲ ਕਰ ਰਿਹਾ, ਜਾਂ ਰਜਿਸਟਰੀ ਕਿੰਨੇ ਜਾਂ ਮੈਂ ਗਹਿਣੇ ਕਰ ਰਿਹਾ ਜਾਂ ਮੈਂ ਬੈਕ ਕਰਨ ਲਈ ਆਇਆ ਹੈਗਾ। correctly represents the attentions of the parties, and registering officer shall make sure that the person incurring liability knows the extent to which his rights are affected। ਪਤਾ ਲੱਗਣਾ ਚਾਹੀਦਾ ਉਹਨਾਂ ਨੂੰ ਵੀ ਕਿੰਨੀ ਜ਼ਮੀਨ ਸੇਲ ਕਰ ਰਹੇ ਨੇ ਉਹ, ਘੱਟ ਜਾਂ ਵੱਧ, as instance in regard to his share। ਸ਼ਾਮਲਾਤ ਕੀ ਜਿਹੜਾ ਹੈਗਾ ਉਹ ਸ਼ਾਮਲਾਤ ਦਾ ਸ਼ੇਅਰ ਵੀ ਵਿੱਚ ਵੇਚਿਆ ਹੋਣਾ ਜਾਂ ਨਹੀਂ ਵੇਚਿਆ, ਕਿਤੇ ਰਜਿਸਟਰੀ ਵਾਲੇ ਨੇ ਲਿਖ ਲਿਆ ਹੋਵੇ ਸ਼ਾਮਲਾ ਇਸ ਦਾ ਹਿੱਸੇ ਦਾ ਵੀ ਮੈਂ ਪਰਚੇਜ ਕਰ ਰਹੇ ਹਾਂ ਜੀ, ਠੀਕ ਹੈ, ਤੇ ਮਾਲਕ ਨੇ ਉਸ ਨੂੰ ਸ਼ਾਮਲਾ ਦਾ ਸ਼ੇਅਰ ਵੇਚੀ ਨਾ ਹੋਵੇ। ਇਦਾਂ ਦਾ ਮਤਲਬ ਜਿਹੜਾ ਪੂਰਾ ਹੈਗਾ ਇਹ ਡਾਕੂਮੈਂਟ ਹੈ ਸਾਰਾ ਇਹਦੀ ਸਕਰੂਟਨਾਈਜ਼ ਹੋਣੀ ਚਾਹੀਦੀ ਹੈ, ਤੇ ਜਿਹੜਾ ਕੰਸਰਨ ਪਰਸਨ ਹੈਗੇ ਜਿਹੜੇ ਰਜਿਸਟਰੀ ਕਰਵਾ ਰਹੇ ਹੈਗੇ ਉਹਨਾਂ ਨੂੰ ਇਸ ਗੱਲ ਦੀ ਨੌਲੇਜ ਹੋਣੀ ਚਾਹੀਦੀ ਹੈ। ਜੇ ਉਹ ਅਨਪੜ੍ਹ ਨੇ ਤਾਂ ਉਹਨੂੰ ਸਾਰਾ ਦੱਸਣਾ ਚਾਹੀਦਾ ਹੈਗਾ, ਰਜਿਸਟਰਿੰਗ ਆਫੀਸਰ ਉਹਨੂੰ ਸਾਰਾ ਕਲੀਅਰ ਕਰੇ ਵੀ ਆ ਜਿਹੜੀ ਰਜਿਸਟਰੀ ਮੇਰੇ ਕੋਲ ਸਬਮਿਟ ਹੋਈ ਹੈ ਇਹ ਇਸ ਚੀਜ਼ ਦੀ ਹੈ, ਕੀ ਤੂੰ ਇਹ ਸਹਿਮਤ ਹੈਗਾ, ਸਾਰਾ ਤੈਨੂੰ ਪਤਾ ਇਸ ਗੱਲ ਦਾ, ਠੀਕ ਹੈ ਜੀ। ਇਹ ਸਾਰਾ ਕੁਝ ਦੇਖਣਾ ਹੁੰਦਾ ਹੈ। ਨੈਕਸਟ ਹੈ ਪੈਰਾ 129 ਰਿਕਾਰਡਿੰਗ ਆਫ ਇੰਡੋਰਸਮੈਂਟ ਅੰਡਰ ਸੈਕਸ਼ਨ 58। ਜਦੋਂ ਰਜਿਸਟਰੀ ਹੋ ਜਾਂਦੀ ਹੈ, ਰਜਿਸਟਰੀ ਹੋਣ ਤੋਂ ਬਾਅਦ ਫਿਰ ਕੀ ਹੈਗਾ ਉਹਦੀ ਇੰਡੋਰਸਮੈਂਟਸ ਲੱਗਦੀਆਂ ਨੇ ਸਾਰੀਆਂ, ਜਿਹੜਾ ਪੇਜ ਦੇ ਪਿਛਲੇ ਪਾਸੇ ਚਾਰ ਜਗ੍ਹਾ ਤੇ ਸਾਈਨ ਹੁੰਦੇ ਆ ਪਾਰਟੀਆਂ ਦੇ ਸਾਰਿਆਂ ਦੇ, ਤੁਸੀਂ ਦੇਖਿਆ ਤਹਿਸੀਲਦਾਰ ਦੀਆਂ ਸਟੈਂਪਸ ਵੀ ਲੱਗਦੀਆਂ ਚਾਰੇ ਪਾਸੇ, ਤਿੰਨ ਚਾਰ ਥਾਂ ਤੇ, ਉੱਥੇ ਉਹਨੂੰ ਅਸੀਂ ਇੰਡੋਰਸਮੈਂਟਸ ਕਹਿੰਦੇ ਆ। He shall record on the instrument the endorsement required by section 58, such endorsement required by section 58 of the act, and such endorsement shall be signed by the registering officer। registering officer ਦੇ ਹਰ endorsement ਦੇ ਉੱਪਰ ਸਾਈਨ ਹੋਣਗੇ, ਮੋਹਰ ਲੱਗੇਗੀ, ਦਸਤਖਤ ਹੋਣਗੇ। next 130 taking of thumb impression। ਜਦੋਂ ਕੋਈ ਡਾਕੂਮੈਂਟ ਕਿਸੇ ਰਜਿਸਟਰਿੰਗ ਆਫੀਸਰ ਦੇ ਪੇਸ਼ ਹੁੰਦਾ ਹੈ, ਠੀਕ ਹੈ, ਤੇ ਡਾਊਟ ਲੱਗਦਾ ਰਜਿਸਟਰਿੰਗ ਆਫੀਸਰ ਨੂੰ ਵੀ ਪਤਾ ਨਹੀਂ ਇਹਨੇ ਸਾਈਨ ਕੀਤਾ ਜਾਂ ਨਹੀਂ ਕੀਤੇ, ਅਨਪੜ੍ਹ ਹੈ ਮੇ ਵੀ, ਤਾਂ ਥੰਬ ਇੰਪ੍ਰੈਸ਼ਨ ਵੀ ਲੈ ਜਾ ਸਕਦੇ ਹੈ। ਥੰਬ ਮਾਰਕ of any person who presents a document for registration taken under the endorsement prescribed in section 52। ਜਦੋਂ ਅਸੀਂ endorsement ਲਗਾਣੀ ਹੈ ਉੱਥੇ ਦਸਤਖਤ ਅੰਗੂਠੇ ਅਸੀਂ ਬਾਅਦ ਵਿੱਚ ਜਦੋਂ ਰਜਿਸਟਰੀ ਹੁੰਦੀ ਆਪਾਂ ਕਰਵਾਉਂਦੇ ਆ, ਇਹ ਉਹ ਪੈਰੇ ਦੀ ਇਸ ਪੈਰੇ 'ਚ ਉਹ ਸਾਰਾ ਕੁਝ ਦੱਸਿਆ ਗਿਆ ਹੈਗਾ। ਜਿੰਨੇ ਵੀ ਇੰਡੋਰਸਮੈਂਟ ਲੱਗਦੇ ਆ ਉੱਥੇ ਸਾਰਿਆਂ ਦੇ ਜਿਹੜੀਆਂ ਪਾਰਟੀਆਂ ਹੈਗੀਆਂ ਕੰਸਰਨ ਸੇਲ ਕਰਨ ਵਾਲੀਆਂ, ਐਗਜ਼ੀਕਿਊਟ ਕਰਨ ਵਾਲੀਆਂ, ਐਗਜ਼ੀਕਿਊਟਿੰਗ ਜਿਹਦੇ ਹੱਥ 'ਚ ਐਗਜ਼ੀਕਿਊਸ਼ਨ ਹੋ ਰਹੀ ਹੈ, ਉਹ ਜਿਹੜੀਆਂ ਪਾਰਟੀਆਂ ਦੇ ਦਸਤਖਤ ਅੰਗੂਠੇ ਉੱਥੇ ਲਗਾਏ ਜਾਂਦੇ ਆ। नेक्स्ट पैराग्राफ 131 है इंक्वायरी एज टू द कंसीडरेशन। कंसीडरेशन मतलब अमाउंट ऑफ द सेल एटसेट्रा। जो कोई डॉक्यूमेंट पेश होंगे तो असं पूछते हैं भी तुहानू पैसे मिल गए, ठीक है, बेचने वाले को पूछा जाता है पैसे मिल गए। एज प्रिस्क्राइब by section 58 of the act, endorsement referred to in paragraph 129 should mention amongst the particular any payment of money for delivery of the goods made in the presence। मतलब सिंपल जी गल ये हैगी है भी पूछा जाता है पार्टियां ਨੂੰ ਵੀ ਤੁਹਾਨੂੰ ਪੈਸੇ ਮਿਲ ਗਏ, ठीक है। Parties executing document admitting the receipt of value consideration should be asked by the registering officer whether they have received the money, such consideration, and warned of the penal consequences। The first statement ਪੁੱਛਗਿੱਛ ਕਰ ਲਈ ਜਾਂਦੀ ਹੈ ਵੀ ਤੁਹਾਨੂੰ ਪੇਮੈਂਟ ਮਿਲ ਗਈ, ਠੀਕ ਹੈ, ਫਿਰ ਰਜਿਸਟਰੀ ਕਰ ਦਿੱਤੀ ਜਾਂਦੀ ਹੈ। ਨੈਕਸਟ ਹੈਗਾ ਪੈਰਾ 132, ਪਰ ਅੱਗੇ ਜਾ ਕੇ ਅਸੀਂ ਪੜਾਂਗੇ ਪੈਰਾ 132 ਸਮਨਸ ਫॉर अपीयरेंस ऑफ द एक्सपेक्टेंट्स और विटनेसेस। ਰੈਵਨਿਊ ਰਜਿਸਟਰਿੰਗ ਆਫੀਸਰ ਕੋਲੇ ਪਾਵਰ ਹੈਗੀ ਹੈ ਕਿਸੇ ਰਜਿਸਟਰੀ ਨੂੰ ਡਾਕੂਮੈਂਟ ਨੂੰ ਰਜਿਸਟਰ ਕਰਨ ਦੇ ਵੇਲੇ ਜੇ ਉਹਨੂੰ ਇਨਕੁਆਇਰੀ ਕਰਦੇ ਲੱਗਦੇ ਕੋਈ ਕਿਸੇ ਵਿਅਕਤੀ ਦੀ ਜ਼ਰੂਰਤ ਪੈਂਦੀ ਹੈ, ਠੀਕ ਹੈ, ਇਫ ਦ ਅਲੈਜਡ ਐਗਜ਼ੀਕਿਊਟਿੰਗ ਔਰ ਹਿਸ ਰਿਪਰੈਜ਼ੈਂਟੇਟਿਵ ਅਸਾਈਨ not present, it is necessary to summon such person।
कोई पेश नहीं ਹੁੰਦਾ ਮੰਨ ਲਓ ਜਾਂ ਕੋਈ ਰਿਪਰੈਜ਼ੈਂਟ ਕੀਤਾ ਗਿਆ ਕਿਸੇ ਬੰਦੇ ਨੂੰ ਕਿਸੇ ਨੂੰ ਏਜੰਟ ਨਿਯੁਕਤ ਕੀਤਾ ਗਿਆ not present and it is necessary to summon such person or any other person whose presence or testimony is necessary. The registering officer shall apply to the deputy commissioner of the district in which the person is residing for the issue of necessary summons under section 36-37 of the act, provided that when the registering officer is a sub-registrar and the person to be summoned resides in a tehsil of the district in which the registering officer must be within the time prescribed by section 34. ਮਤਲਬ ਕਿ ਕੋਈ ਵਿਅਕਤੀ ਜਦੋਂ ਕੋਈ ਕਿਸੇ ਹੋਰ ਤਹਿਸੀਲ 'ਚ ਰਹਿੰਦਾ ਹੋਵੇ ਤੁਸੀਂ ਉਸ ਨੂੰ ਸੰਮਨ ਭੇਜ ਕੇ ਵੀ ਬੁਲਾ ਸਕਦੇ ਹੋ ਤੁਹਾਡੇ ਕੋਲ ਕੋਈ ਡਾਕੂਮੈਂਟ ਪੇਸ਼ ਹੁੰਦਾ ਹੈਗਾ ਠੀਕ ਹੈ ਉਹਦੇ ਵਿੱਚ ਕੋਈ ਵਿਅਕਤੀ ਨਹੀਂ ਆਇਆ ਹੈਗਾ ਤਾਂ ਤੁਸੀਂ ਸੰਮਨ ਕਰਕੇ ਵੀ ਉਹਨੂੰ ਬੁਲਾ ਸਕਦੇ ਹੋ ਨੈਕਸਟ ਪੈਰਾ 133 ਪ੍ਰੋਸੀਜਰ when there are several executants ਦੇਖੋ ਰਜਿਸਟਰੀ ਕਰਾਉਣ ਵਾਲੇ ਮੰਨ ਲਓ 4 ਬੰਦੇ ਹੈਗੇ ਆ ਠੀਕ ਹੈ ਇੱਕ ਸੈਪਰੇਟ ਜਾਂ ਇਹ ਵੱਖਰਾ ਜਿਹਾ ਪੈਰਾ ਹੈਗਾ ਇਹ ਜਨਰਲੀ ਕਦੇ ਯੂਟਿਲਾਈਜ਼ ਤਾਂ ਨਹੀਂ ਮੇਰੇ ਖਿਆਲ ਹੁੰਦਾ ਹੋਏਗਾ ਮੇ ਵੀ ਕੋਈ ਸਪੈਸ਼ਲ ਰੀਜ਼ਨਸ ਹੁੰਦੇ ਹੋਣ ਕਦੇ ਹੋਇਆ ਹੋਵੇ ਯੂਟਿਲਾਈਜ਼ ਪਰ ਸਾਡੇ ਤਾਂ ਕਦੇ ਆਪਦੀ ਡਿਊਰਿੰਗ ਜੌਬ ਕਦੇ ਇਹ ਪੈਰਾ ਨਹੀਂ ਵਰਤਿਆ ਹੈਗਾ ਇਹ 'ਚ ਇਹ ਕਿਹਾ ਗਿਆ ਵੀ ਜੇਕਰ 3 ਜਾਂ 4 ਵਿਅਕਤੀ ਹੈਗੇ ਰਜਿਸਟਰੀ ਕਰਵਾਉਣ ਵਾਲੇ ਤਿੰਨੇ ਚਾਰੇ ਵਿਅਕਤੀ ਕਿਸੇ ਇੱਕ ਸਮੇਂ ਤੇ ਪੂਰੇ ਇਕੱਠੇ ਨਹੀਂ ਹੋ ਸਕਦੇ ਤਾਂ ਇਹ ਪਹਿਲੇ ਫੈਸਿਲਿਟੀ ਦਿੱਤੀ ਗਈ ਹੈ ਵੀ ਕੋਈ ਵਿਅਕਤੀ ਜਦੋਂ ਇੱਕ ਵਾਰੀ ਇੱਕ ਬੰਦਾ ਆ ਗਿਆ ਦੂਜਾ ਵਿਅਕਤੀ ਫਿਰ 15 ਦਿਨ ਜਾਂ 20 ਦਿਨਾਂ ਬਾਅਦ ਆ ਰਿਹਾ ਹੈਗਾ ਤੁਸੀਂ ਪਹਿਲੇ ਵਿਅਕਤੀ ਨੂੰ ਜਿਹੜੀ ਸਟੇਟਮੈਂਟ ਰਿਕਾਰਡ ਕਰ ਸਕਦੇ ਹੋ ਰਿਕਾਰਡ ਕਰਕੇ ਡਾਕੂਮੈਂਟ ਨੂੰ ਅਨਰਜਿਸਟਰਡ ਰੱਖ ਸਕਦੇ ਹੋ ਠੀਕ ਹੈ ਦੂਜੇ ਵਿਅਕਤੀ ਦੀ ਵੇਟ ਕਰ ਸਕਦੇ ਹੋ ਦੂਜਾ ਵਿਅਕਤੀ ਜਦੋਂ ਆਉਂਦਾ ਮਹੀਨੇ ਬਾਅਦ ਜਾਂ 20 ਦਿਨਾਂ ਬਾਅਦ ਆਉਂਦਾ ਹੈਗਾ ਫਿਰ ਤੁਸੀਂ ਉਹਦੀ ਜਿਹੜੀ ਸਟੇਟਮੈਂਟ ਰਿਕਾਰਡ ਕਰ ਸਕਦੇ ਹੋ ਯਾਨੀ ਕਿ ਇੱਥੇ ਇਹਦੇ ਵਿੱਚ ਇਹ ਕਿਹਾ ਗਿਆ ਵੀ ਅਲੱਗ-ਅਲੱਗ ਸਮੇਂ ਤੇ ਵੀ ਜਿਹੜੇ ਵਿਅਕਤੀ ਆ ਕੇ ਆਪਦੀ ਸਟੇਟਮੈਂਟ ਦੇ ਸਕਦੇ ਨੇ ਜਦੋਂ ਸਟੇਟਮੈਂਟ ਪੂਰੀ ਹੋ ਗਈ ਠੀਕ ਹੈ ਸਾਰਿਆਂ ਦੀ ਸਟੇਟਮੈਂਟ ਪੂਰੀ ਹੋ ਗਈ ਸਾਰੇ ਬੰਦੇ ਦੇ ਸਾਈਨ ਹੋ ਗਏ ਤਾਂ ਫਿਰ ਤੁਸੀਂ ਉਸ ਡਾਕੂਮੈਂਟ ਨੂੰ ਰਜਿਸਟਰ ਕਰ ਸਕਦੇ ਹੋ ਪੈਰਾ 134 ਸਬ ਰਜਿਸਟਰ not to register document relating to transactions in which they are interested ਮਤਲਬ ਸੈਲਫ ਪਰਚੇਜ਼ਰ ਹੋਵੇ ਸਬ ਰਜਿਸਟਰ ਜਿਹੜਾ ਹੈਗਾ ਉਹਨੇ ਖੁਦ ਪ੍ਰੋਪਰਟੀ ਪਰਚੇਜ ਕੀਤੀ ਹੋਵੇ ਡਾਕੂਮੈਂਟ ਕੋਈ ਉਹਦੇ ਹੱਕ 'ਚ ਹੋ ਰਿਹਾ ਹੋਵੇ ਤਾਂ ਉਹ ਉਸ ਡਾਕੂਮੈਂਟ ਨੂੰ ਖੁਦ ਰਜਿਸਟਰ ਨਹੀਂ ਕਰੇਗਾ ਇਹਦੇ ਵਿੱਚ ਜਨਰਲ ਕੀ ਯੂਜ਼ ਕੀਤਾ ਜਾਂਦਾ ਹੈ ਸਬ ਰਜਿਸਟਰ should avoid registering a document referring to the transactions in which they have personal interest direct or indirect directly ਤੌਰ ਤੇ ਜਾਂ indirectly ਤੌਰ ਤੇ ਜਿਨਕੇ ਉਹਦੇ ਮੰਨ ਲਓ ਉਹਦੇ ਬੇਟੇ ਦੇ ਨਾਮ ਤੇ ਰਜਿਸਟਰੀ ਹੋ ਰਹੀ ਹੈ ਠੀਕ ਹੈ ਘਰ ਦੇ ਫੈਮਿਲੀ ਮੈਂਬਰ ਦੇ ਨਾਮ ਤੇ ਵਾਈਫ ਦੇ ਨਾਮ ਤੇ ਹੋ ਰਹੀ ਹੈ ਕਿਸੇ ਬੇਟੀ ਦੇ ਨਾਮ ਤੇ ਰਜਿਸਟਰੀ ਹੋ ਰਹੀ ਹੈ ਤਾਂ ਐਸਾ ਜਿਹੜਾ ਡਾਕੂਮੈਂਟ ਹੈਗਾ ਉਹ ਸਬ ਰਜਿਸਟਰ ਵੱਲੋਂ ਆਪ ਰਜਿਸਟਰ ਨਹੀਂ ਕੀਤਾ ਜਾਏਗਾ ਤਾਂ ਫਾਰਵਰਡ them to the registrar of the district who will deal with them under the discretion under section 30 ਜਿਹੜਾ ਹੈਗਾ ਉਹ ਡਾਕੂਮੈਂਟ ਨੂੰ ਤੁਸੀਂ ਰਜਿਸਟਰਾਰ ਦੇ ਭੇਜ ਸਕਦੇ ਹੋ ਜਾਂ ਫਿਰ ਇਹ ਹੈਗਾ ਜਾਂ ਫਿਰ ਇਹ ਹੁੰਦਾ ਹੈਗਾ ਵੀ ਜਿਹੜਾ ਕੰਸਰਨ ਜੁਆਇੰਟ ਸਬ ਰਜਿਸਟਰਾਰ ਜੇ ਉੱਥੇ ਹੈਗਾ ਤਾਂ ਜੁਆਇੰਟ ਸਬ ਰਜਿਸਟਰਾਰ ਤੋਂ ਡਾਕੂਮੈਂਟ ਜਿਹੜਾ ਹੈਗਾ ਰਜਿਸਟਰ ਕੀਤਾ ਜਾਣਾ ਬਣਦਾ ਹੈ ਖੁਦ ਸਬ ਰਜਿਸਟਰਾਰ ਜਿਹੜਾ ਹੈਗਾ ਜੇ ਜੁਆਇੰਟ ਸਬ ਰਜਿਸਟਰਾਰ ਦੇ ਹੱਕ 'ਚ ਹੋ ਰਿਹਾ ਹੈ ਤਾਂ ਸਬ ਰਜਿਸਟਰਾਰ ਡਾਕੂਮੈਂਟ ਨੂੰ ਰਜਿਸਟਰ ਕਰੇਗਾ ਜੇ ਸਬ ਰਜਿਸਟਰਾਰ ਦੇ ਹੱਕ 'ਚ ਹੋ ਰਿਹਾ ਹੈ ਤਾਂ ਜੁਆਇੰਟ ਸਬ ਰਜਿਸਟਰਾਰ ਰਜਿਸਟਰ ਕਰੇਗਾ ਜਾਂ ਫਿਰ ਰਜਿਸਟਰ ਕਰ ਸਕਦਾ ਹੈ पैरा 133 सर बिना की हाँ जी पैरा नंबर 133 सर दसा है कि जो बंदे एक आदमी आके अपने रूम दे देगा सर महीने बाद आएगा तो टाइम लिमिट तो दी सर टाइम लिमिट ਤਾਂ ਦਿੱਤੀ ਗਈ ਹੈ ਉਹ ਤਾਂ 4 ਮਹੀਨੇ ਦਾ ਹੈਗਾ ਹੀ ਹੈਗਾ ਟਾਈਮ ਲਿਮਿਟ ਤੇ ਬੰਦਾ ਤੇ ਬੰਦੇ ਲੇਟ ਆਣ ਚ ਨਹੀਂ ਟਾਈਮ ਲਿਮਿਟ ਰੱਖੀ ਹੈਗੀ ਟਾਈਮ ਲਿਮਿਟ ਦੇ ਵਿੱਚ ਆਉਣਾ ਚਾਹੀਦਾ ਹੈ 4 ਮਹੀਨੇ ਜਿਹੜੇ ਦਿੱਤੇ ਗਏ ਹੈ ਉਹ 4 ਮਹੀਨੇ ਤੇ ਜਾਂ ਫਿਰ 4 ਮਹੀਨੇ ਹੋਰ ਜਿਹੜੇ ਰਜਿਸਟਰ ਕੋਲੇ ਪਾਵਰ ਹੁੰਦੀ ਹੈ ਸਟਾਰ ਸਰ ਠੀਕ ਹੈ ਉਹ ਟਾਈਮ ਲਿਮਿਟ ਤੱਕ ਰਹੇਗੀ ਉਸ ਟਾਈਮ ਲਿਮਿਟ ਦੇ ਅੰਦਰ ਹੀ ਆਏਗਾ ਵਿਅਕਤੀ ਨੈਕਸਟ ਹੈ ਪੈਰਾ 135 ਇਹ ਪੈਰੇ ਦੇ ਵਿੱਚ ਵੈਸੇ ਤਾਂ ਜਿਹੜਾ 19/9/2001 ਨੂੰ ਆ ਕੇ ਅਮੈਂਡਮੈਂਟ ਹੋ ਚੁੱਕੀ ਹੈ ਠੀਕ ਹੈ 19/9/2001 ਨੂੰ ਆ ਕੇ ਅਮੈਂਡ ਹੋ ਚੁੱਕਿਆ ਪੈਰਾ ਇਹਦੇ ਵਿੱਚ ਕਿਹਾ ਰਜਿਸਟਰਿੰਗ ਆਫੀਸਰ not concerned with the validity of the document ਵੀ ਰਜਿਸਟਰਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਡਾਕੂਮੈਂਟ ਨੂੰ ਵੈਲਿਡ ਹੈਗਾ ਜਾਂ ਨਹੀਂ ਹੈਗਾ ਬਟ ਨਹੀਂ ਹੁਣ ਨਹੀਂ ਹੈ ਇਹ ਗੱਲ the registering officer should bear in mind that fraudulent transactions lead to the litigation of
and unnecessary harassment to the innocent citizens। ਜੇ ਕੋਈ ਫਰਾਡ ਕੀਤਾ ਜਾ ਰਿਹਾ ਕਿਸੇ ਵੱਲੋਂ ਤਾਂ ਇਹਦੇ ਨਾਲ ਕੀ ਹੈਗੀ ਲਿਟੀਗੇਸ਼ਨ, ਅਨਨੈਸੈਸਰੀ ਲਿਟੀਗੇਸ਼ਨ ਵੱਧਦੀ ਹੈ। ਇਹ ਸਾਨੂੰ ਦੇਖਣਾ, ਇਹ ਸਾਡੇ ਧਿਆਨ 'ਚ ਰਹਿਣਾ ਚਾਹੀਦਾ ਹੈਗਾ। Therefore, as public servant, they are required to see that fraudulent transactions are not got registered by the persons who are not authorized to do so under the law। ਠੀਕ ਹੈ ਜੀ, ਮਤਲਬ ਕਿ ਬੇਸ਼ੱਕ ਇਹ ਜਿਹੜਾ ਹੈਗਾ ਸਬਜੈਕਟ ਟੂ ਦਾ ਫਾਈਨਲ ਡਿਸੀਜਨ ਆਫ ਦਾ ਸਿਵਲ ਕੋਰਟ ਹੁੰਦਾ ਹੈ, ਪਰ ਫਿਰ ਵੀ ਜੇ ਸਾਨੂੰ ਲੱਗਦਾ ਕੋਈ ਡਾਕੂਮੈਂਟ ਇੱਦਾਂ ਦਾ ਹੈਗਾ ਗਲਤ ਹੋ ਰਿਹਾ ਹੈ, ਪਹਿਲਾਂ ਤਾਂ ਇਹ ਕਿਹਾ ਗਿਆ ਸੀ ਪੈਰਾ 135 ਦੇ ਵਿੱਚ ਕਿਹਾ ਗਿਆ ਸੀਗਾ ਵੀ ਸਾਡੀ ਜ਼ਿੰਮੇਵਾਰੀ ਨਹੀਂ ਹੈ, ਡਾਕੂਮੈਂਟ ਗਲਤ ਹੈ, ਠੀਕ ਹੈ, ਅਸੀਂ ਤਾਂ ਰਜਿਸਟਰਡ ਕਰ ਦੇਣਾ, ਪਾਰਟੀਆਂ ਦੇਖਣ। ਪਰ ਨਹੀਂ, ਸਰਕਾਰ ਨੇ 2001 ਦੇ ਵਿੱਚ ਆ ਕੇ ਜਿਹੜਾ ਪੈਰਾ 19/9/2001 ਨੂੰ ਆ ਕੇ ਅਮੈਂਡਮੈਂਟ ਕਰ ਦਿੱਤੀ ਹੈ ਵੀ ਸਾਡੀ ਸਾਰੀ ਲਾਇਬਿਲਿਟੀ ਬਣਦੀ ਹੈ, ਸਾਡੀ ਸਾਰੀ ਜ਼ਿੰਮੇਵਾਰੀ ਬਣਦੀ ਹੈ। ਆਇਡੈਂਟੀਫਿਕੇਸ਼ਨ ਦੀ ਵੀ ਪਾਰਟੀਆਂ ਵੀ ਸਹੀ ਹੋਣੀ ਚਾਹੀਦੀਆਂ ਨੇ, ਪ੍ਰੋਪਰਟੀ ਦਾ ਮਾਲਕ ਵੀ ਹੋਣਾ ਚਾਹੀਦਾ ਪਾਰਟੀ, ਠੀਕ ਹੈ, ਐਵਰੀਥਿੰਗ ਵੀ ਹੈਵ ਟੂ ਸੀ। ਅੱਗੇ ਅਸੀਂ ਨੈਕਸਟ ਹੈਗਾ ਪੈਰਾ 136। What persons are to be considered to be the executors? ਐਗਜ਼ੀਕਿਊਟਰ ਕੌਣ ਹੋ ਸਕਦੇ ਨੇ? ਐਗਜ਼ੀਕਿਊਟਰ ਕੌਣ ਹੈ? ਜਿਹੜਾ ਬੰਦਾ ਸੇਲ ਕਰ ਰਿਹਾ ਹੈ ਜਾਂ ਰਜਿਸਟਰੀ ਕਰਵਾ ਰਿਹਾ ਹੈ ਜਾਂ ਕੋਈ ਗਹਿਣੇ ਪਾ ਰਿਹਾ ਹੈ ਜਾਂ ਕੋਈ ਹਿਬਾ ਕਰ ਰਿਹਾ ਹੈ, ਹੀ ਇਜ਼ ਦਾ ਐਗਜ਼ੀਕਿਊਟਰ, ਠੀਕ ਹੈ। ਬਟ ਇੱਥੇ ਕਿਹਾ ਹੈਗਾ ਵੀ ਉਹ ਪਾਵਰ ਟੋਰਨੀ ਦੇ ਬੇਸ ਤੇ ਵੀ ਕੋਈ ਆ ਸਕਦਾ ਹੈ ਉਹਦੇ ਬਿਹਾਫ ਦੇ ਉੱਪਰ, ਜਾਂ ਕੋਈ ਗਾਰਡੀਅਨ ਵੀ ਆ ਸਕਦਾ ਹੈ, ਕੋਈ ਮਾਈਨਰ ਹੋਵੇ ਤਾਂ ਉਹਦਾ ਗਾਰਡੀਅਨ ਵੀ ਆ ਸਕਦਾ, ਉਹ ਵੀ ਐਗਜ਼ੀਕਿਊਟਰ ਹੋ ਸਕਦਾ ਹੈ, ਜਾਂ ਕੋਈ ਲੂਨੈਟਿਕ ਹੋਵੇ, ਪਾਗਲ ਹੋਵੇ, ਲੂਲਾ ਲੰਗੜਾ ਹੋਵੇ, ਉਸ ਥਾਂ ਤੇ ਜਿਹੜਾ ਕੋਰਟ ਵੱਲੋਂ ਪਰਮਿਸ਼ਨ ਲੈ ਕੇ ਜਿਹੜਾ ਹੈਗਾ ਲੀਗਲ ਕ੍ਰੀਏਟਰ ਵੀ ਆ ਸਕਦਾ ਹੈਗਾ। ਇਹ ਜਿਹੜੇ ਹੈਗੇ ਨੇ ਸਾਰੇ ਐਗਜ਼ੀਕਿਊਟਰ ਹੋ ਕਹਿ ਸਕਦੇ ਹਾਂ ਅਸੀਂ ਨਾ। ਨੈਕਸਟ, ਮੀਨਿੰਗ ਆਫ ਐਗਜ਼ੀਕਿਊਸ਼ਨ ਦਾ ਮਤਲਬ ਇਹੀ ਹੈ ਵੀ ਜਦੋਂ ਪਾਰਟੀਆਂ ਦੇ ਜਿਹੜੇ ਸਾਈਨ ਹੁੰਦੇ ਨੇ, ਪਾਰਟੀਆਂ ਦੇ ਕੰਸਰਨਡ ਪਾਰਟੀਆਂ ਦੇ ਜਦੋਂ ਸਾਈਨ ਹੁੰਦੇ ਉਹਨੂੰ ਅਸੀਂ ਐਗਜ਼ੀਕਿਊਸ਼ਨ ਕਹਿ ਦਾਂਗੇ, ਠੀਕ ਹੈ। ਦੇਖੋ, ਡਾਕੂਮੈਂਟ ਐਗਜ਼ੀਕਿਊਟ ਹੋਣਾ ਹੋਰ ਚੀਜ਼ ਹੈ, ਡਾਕੂਮੈਂਟ ਰਜਿਸਟਰ ਹੋਣਾ ਹੋਰ ਚੀਜ਼ ਹੈ। ਜਦੋਂ ਕੋਈ ਮੰਨ ਲਓ ਸੇਲ ਦੀ ਰਜਿਸਟਰੀ ਹੈ, ਠੀਕ ਹੈ, ਪਾਰਟੀਆਂ ਨੇ ਲੈਣ ਦੇਣ ਕਰ ਲਿਆ, ਪਾਰਟੀਆਂ ਨੇ ਦਸਤਖਤ ਅੰਗੂਠੇ ਕਰ ਲਏ, ਸਾਈਨ ਹੋ ਗਏ, ਡਾਕੂਮੈਂਟ ਰਾਈਟਰ ਦੇ ਕੋਲੇ, ਸਾਰੀਆਂ ਪਾਰਟੀਆਂ ਨੇ ਦਸਤਖਤ ਕਰ ਲਏ, ਵਿਟਨੈਸ ਦੇ ਸਾਈਨ ਵੀ ਹੋ ਗਏ, ਖਰੀਦਦਾਰ ਦੇ ਵੇਚਣ ਵਾਲੇ ਦੇ ਸਾਈਨ ਹੋ ਗਏ, ਤਾਂ ਜਿਹੜਾ ਡਾਕੂਮੈਂਟ ਹੈ ਉਹ ਐਗਜ਼ੀਕਿਊਸ਼ਨ ਉਹਦੀ ਹੋ ਚੁੱਕੀ ਹੈ। ਅਸੀਂ ਕਹਾਂਗੇ ਉਹਦੀ ਐਗਜ਼ੀਕਿਊਸ਼ਨ ਹੋ ਗਈ ਜਦੋਂ ਸਾਰੇ ਪਾਰਟੀਆਂ ਸਾਈਨ ਹੋ ਗਏ। ਇਨਫੈਕਟ ਜੇ ਅਸੀਂ ਟ੍ਰਾਂਸਫਰ ਪ੍ਰਾਪਰਟੀ ਐਕਟ ਦੀ ਗੱਲ ਕਰੀਏ ਤਾਂ ਉਹ ਰਜਿਸਟਰੀ ਹੋ ਚੁੱਕੀ ਹੈ ਉਸ ਵੇਲੇ, ਮਤਲਬ ਕਿ ਸੇਲ ਹੋ ਚੁੱਕੀ ਹੈ ਫਾਈਨਲ ਉਸ ਵੇਲੇ ਜਦੋਂ ਪਾਰਟੀਆਂ ਦੇ ਸਾਈਨ ਹੋ ਗਏ, ਲੈਣ ਦੇਣ ਪਾਰਟੀਆਂ ਦਾ ਹੋ ਗਿਆ, ਠੀਕ ਹੈ, ਸੇਲ ਇਜ਼ ਕਨਫਰਮ ਹੋ ਚੁੱਕੀ ਹੈ। ਬਟ ਸੇਲ ਨੂੰ ਅੱਗੇ ਜਾ ਕੇ ਰਜਿਸਟਰ ਕਰਵਾਉਣਾ ਇੱਕ ਸੈਕੰਡ ਇਸ਼ੂ ਹੈਗਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜੇ ਜੋ ਪਾਰਟੀਆਂ ਦੇ ਸਾਈਨ ਹੋ ਗਏ, ਲੈਣ ਦੇਣ ਹੋ ਗਿਆ, ਦਸਤਖਤ ਹੋ ਗਏ, ਸਾਰੀਆਂ ਪਾਰਟੀਆਂ ਦੇ ਗਵਾਹਾਂ ਦੇ ਸਾਈਨ ਹੋ ਗਏ, ਵੀ ਸੇਲ ਨਹੀਂ ਹੋਈ। ਸੇਲ ਟ੍ਰਾਂਸਫਰ ਪ੍ਰਾਪਰਟੀ ਐਕਟ ਦੇ ਤਹਿਤ ਜਿਹੜੀ ਸੇਲ ਹੈ ਉਹ ਹੋ ਚੁੱਕੀ, ਠੀਕ ਹੈ। ਅੱਗੇ ਜਾ ਕੇ ਤਾਂ ਅਸੀਂ ਉਹਨੂੰ ਡਾਕੂਮੈਂਟ ਨੂੰ ਪਬਲਿਕ ਕਰ ਰਹੇ ਹਾਂ, ਜਦੋਂ ਅਸੀਂ ਰਜਿਸਟਰ ਕਰਵਾ ਰਹੇ ਹਾਂ ਸਰਕਾਰੀ ਰਜਿਸਟਰੀ ਖਰਚਾ ਦੇ ਕੇ, ਸਰਕਾਰ ਦੀ ਸਟੈਂਪ ਡਿਊਟੀ ਦੇ ਕੇ ਅਸੀਂ ਉਸ ਡਾਕੂਮੈਂਟ ਨੂੰ ਰਜਿਸਟਰ ਕਰਵਾ ਰਹੇ ਹਾਂ, ਠੀਕ ਹੈ, ਡਾਕੂਮੈਂਟ ਪਬਲਿਕ ਕਰਵਾ ਰਹੇ ਹਾਂ। ਬਟ ਸਾਡੀ ਜਿਹੜੀ ਸੇਲ ਹੈ ਉਹ ਤਾਂ ਬਾਹਰ ਹੀ ਫਾਈਨਲ ਹੋ ਚੁੱਕੀ ਹੈ। ਨੈਕਸਟ ਹੈ ਪੈਰਾ 137, ਰਿਫਿਊਜ਼ਲ ਟੂ ਰਜਿਸਟਰ ਟੂ ਬੀ ਮੇਡ ਵਿਦ ਕੌਸ਼ਨ। ਮਤਲਬ ਇਹ ਕਿਹਾ ਵੀ ਇਹਦੇ ਵਿੱਚ ਕਿਹਾ ਗਿਆ ਵੀ ਜਦੋਂ ਅਸੀਂ ਕਿਸੇ ਡਾਕੂਮੈਂਟ ਨੂੰ ਰਜਿਸਟਰ ਕਰਨ ਤੋਂ ਰਿਫਿਊਜ਼ ਕਰਦੇ ਹਾਂ, ਬੁੱਕ ਨੰਬਰ 2 ਦੇ ਵਿੱਚ ਐਂਟਰੀ ਪਾਉਂਦੇ ਹਾਂ, ਬੁੱਕ ਨੰਬਰ 2 'ਚ ਐਂਟਰੀ ਪਾ ਕੇ ਪ੍ਰੋਪਰ ਸਾਰੀ ਰੀਜ਼ਨ ਲਿਖਦੇ ਹਾਂ ਵੀ ਇਸ ਡਾਕੂਮੈਂਟ ਨੂੰ ਅਸੀਂ ਕਿਉਂ ਰਿਫਿਊਜ਼ ਕਰ ਰਹੇ ਹਾਂ। ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਸਟੈਂਪ ਡਿਊਟੀ ਦੇ ਘੱਟ ਵੱਧ ਹੋਣ ਦੇ ਨਾਲ ਡਾਕੂਮੈਂਟ ਨੂੰ ਰਿਫਿਊਜ਼ ਨਹੀਂ ਕੀਤਾ ਜਾਣਾ ਚਾਹੀਦਾ, ਠੀਕ ਹੈ। ਕੋਈ ਪਾਰਟੀ ਆ ਕੇ ਕਹਿੰਦੀ ਮੈਂ ਤਾਂ ਇਹ ਰਜਿਸਟਰੀ ਕਰਾਣੀ ਹੀ ਨਹੀਂ, ਬਾਹਰ ਆ ਕੇ ਉਹਦੇ ਸਾਈਨ ਪੱਤਰ ਹੋ ਗਏ, ਮੇਬੀ 10 ਅੰਗੂਠੇ ਤੋਂ ਕਰਵਾ ਲਏ, ਧੋਖੇ ਨਾਲ ਕਰਵਾ ਲਏ, ਪ੍ਰੈਸ਼ਰ 'ਚ ਕਰਵਾ ਲਏ, ਕਿਸੇ ਅਨਡਿਊ ਇਨਫਲੂਐਂਸ ਯੂਜ਼ ਕਰਕੇ 10 ਅੰਗੂਠੇ ਕਰਵਾ ਲਏ ਕਿਸੇ ਪਾਰਟੀ ਦੇ, ਠੀਕ ਹੈ, ਕੋਈ ਹੇਵਾਨਾਮਾ ਲਿਖਵਾ ਲਿਆ, ਬਾਅਦ ਪਾਰਟੀ ਆ ਕੇ ਤਹਿਸੀਲਦਾਰ ਦੇ ਕੋਲ ਆ ਕੇ ਕਹਿੰਦੀ ਮੈਂ ਤਾਂ ਡਾਕੂਮੈਂਟ ਮੈਥੋਂ ਧੱਕੇ ਨਾਲ ਕਰਵਾ ਲਏ 10 ਅੰਗੂਠੇ, ਮੈਂ ਨਹੀਂ ਇਹ ਰਜਿਸਟਰੀ ਕਰਵਾਉਣੀ ਹੈਗੀ, ਤਾਂ ਤੁਸੀਂ ਬੁੱਕ ਨੰਬਰ 2 ਦੇ ਵਿੱਚ ਜਿਹੜੀ ਹੈਗੀ ਰਿਫਿਊਜ਼ਲ ਪਾ ਸਕਦੇ ਹੋ। ਇੱਥੇ ਕਿਹਾ ਗਿਆ ਵੀ ਤੁਸੀਂ ਰਿਫਿਊਜ਼ਲ ਜਿਹੜੀ ਪਾਣੀ ਹੈ ਉਹ ਬਿਨਾਂ ਮਤਲਬ ਤੋਂ ਐਵੇਂ ਨਹੀਂ ਪਾ ਦੇਣੀ, ਮਾੜੀ ਮੋਟੀ ਕਿਸੇ ਛੋਟੀ ਮੋਟੀ ਗੱਲ ਤੇ, ਜੇ ਕੋਈ ਛੋਟੀ ਮੋਟੀ ਗੱਲ ਜਿਹੜੀ ਕੋਈ ਹੈਗੀ ਹੈ ਰਜਿਸਟਰੀ ਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਸ ਨੂੰ ਤੁਸੀਂ ਕਰੈਕਟ ਕਰਵਾ ਸਕਦੇ ਹੋ। ਤੁਹਾਡੀ ਇੰਟੈਂਸ਼ਨ ਇਹ ਹੁੰਦੀ ਹੈ ਵੀ ਉਹਨੂੰ ਕਰੈਕਟ ਕਰਾਉਣਾ ਚਾਹੀਦਾ ਹੈਗਾ, ਨਾ ਕਿ ਬਿਨਾਂ ਉਹਦੇ ਅੱਗੇ ਰਿਫਿਊਜ਼ਲ ਪਾ ਕੇ ਤੁਸੀਂ ਉਸਨੂੰ ਬੁੱਕ ਨੰਬਰ 2 'ਚ ਦਰਜ ਕਰਕੇ ਰਿਫਿਊਜ਼ ਕਰਕੇ ਦੇ ਦਿਓ ਡਾਕੂਮੈਂਟ ਨੂੰ। ਰਿਫਿਊਜ਼ਲ ਬਹੁਤ ਰੇਅਰ ਕੇਸਿਸ ਦੇ ਵਿੱਚ ਹੀ ਯੂਜ਼ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਡਾਕੂਮੈਂਟ ਰਿਫਿਊਜ਼ ਕਰਤਾ ਫਿਰ ਉਸ ਡਾਕੂਮੈਂਟ ਨੂੰ ਤੁਸੀਂ ਦੁਬਾਰਾ ਰਜਿਸਟਰ ਨਹੀਂ ਕਰ ਸਕਦੇ। ਉਹ ਡਾਕੂਮੈਂਟ ਦੀ ਜਿਹੜੀ ਅਪੀਲ ਪਏਗੀ ਰਜਿਸਟਰਾਰ ਤੇ ਪਏਗੀ, ਰਜਿਸਟਰਾਰ ਜੋ ਫੈਸਲਾ ਕਰਨਗੇ ਉਸ ਤੋਂ ਬਾਅਦ ਹੀ
ਤੁਹਾਨੂੰ ਉਹ ਡਾਕੂਮੈਂਟ ਨੂੰ ਦੁਬਾਰਾ ਰਜਿਸਟਰ ਕਰਨ ਲਈ ਵੀ ਕਹਿ ਸਕਦੇ ਨੇ ਤੇ ਉਸ ਡਾਕੂਮੈਂਟ ਨੂੰ ਜਿਹੜੀ ਤੁਹਾਡੀ ਜਿਹੜੀ ਰਿਪੋਰਟ ਕੀਤੀ ਗਈ ਹੈ ਰਿਫਿਊਜ਼ ਹੁੰਦੀ ਹੈ ਉਹਨੂੰ ਅਸੈਪਟ ਵੀ ਕਰ ਸਕਦੇ ਨੇ, ਡਿਨਾਈ ਵੀ ਕਰ ਸਕਦੇ ਨੇ, ਉਹ 'ਚ ਅਮੈਂਡਮੈਂਟ ਵੀ ਕੋਈ ਕੀਤੀ ਜਾ ਸਕਦੀ ਹੈ। ਨੈਕਸਟ ਹੈ ਪੈਰਾ 138 ਡਿਨਾਈਲ ਆਫ ਰਸੀਟਸ ਆਫ ਕੰਸੀਡਰੇਸ਼ਨ। ਦੇਖੋ ਵੈਰੀ ਇੰਪੋਰਟੈਂਟ ਪੈਰਾ ਹੈਗਾ 138। ਜੇ ਕੋਈ ਵਿਅਕਤੀ ਇਫ ਐਨੀ ਪਰਸਨ ਐਡਮਿਟਸ ਦਾ ਐਗਜ਼ੀਕਿਊਸ਼ਨ ਆਫ ਅ ਡਾਕੂਮੈਂਟ, ਕੋਈ ਵਿਅਕਤੀ ਐਡਮਿਟ ਕਰਦਾ ਹੈ ਵੀ ਹਾਂ 10 ਝੂਠੇ ਮੈਂ ਕੀਤੇ ਨੇ, ਵਿਦਆਊਟ ਐਨੀ ਪ੍ਰੈਸ਼ਰ ਕੀਤੇ ਨੇ, ਵਿਦਆਊਟ ਐਨੀ ਕਿਸੇ ਦਬਾਅ ਤੋਂ ਕੀਤੇ ਨੇ, ਕਿਸੇ ਡਰ ਤੋਂ ਬਗੈਰ ਕੀਤੇ ਨੇ, ਪ੍ਰੈਜੈਂਟਡ ਫॉर ਰਜਿਸਟ੍ਰੇਸ਼ਨ ਡਾਕੂਮੈਂਟ ਪੇਸ਼ ਕਰ ਦਿੰਦਾ ਹੈ ਬਟ ਡਿਨਾਈਜ਼ ਦਾ ਰਸੀਟ ਆਫ ਦਾ ਹੋਲ ਔਰ ਪਾਰਟ ਆਫ ਦਾ ਕੰਸੀਡਰੇਸ਼ਨ, ਪਰ ਉੱਥੇ ਆ ਕੇ ਇਹ ਕਹਿ ਦਿੰਦਾ ਵੀ ਮੈਨੂੰ ਪੈਸੇ ਨਹੀਂ ਪੂਰੇ ਮਿਲੇ ਜੀ, ਜਾਂ ਮੈਨੂੰ ਪੈਸੇ ਬਿਲਕੁਲ ਨਹੀਂ ਮਿਲੇ, ਜਾਂ ਕੁਝ ਪਾਰਟ ਨਹੀਂ ਮਿਲਿਆ, ਤਾਂ ਫਿਰ ਅਸੀਂ ਕੀ ਕਰਨਾ ਹੈ? ਜਦੋਂ ਉਹ ਇਸ ਗੱਲ ਨੂੰ ਤਾਂ ਮੰਨਦਾ ਵੀ ਹਾਂ ਮੈਂ ਰਜਿਸਟਰੀ ਕੀਤੀ ਹੈ, 10 ਗੋਟੇ ਮੈਂ ਕੀਤੇ ਹੈਗੇ ਆ, ਰਜਿਸਟ੍ਰੇਸ਼ਨ ਸ਼ੈਲ ਨਾਟ ਬੀ ਰਿਫਿਊਜ਼ਡ ਬਿਕੋਜ਼ ਆਫ ਸਚ ਡਿਨਾਇਲ। ਦੇਖੋ ਇਹ ਬਹੁਤ ਇੰਪੋਰਟੈਂਟ ਪੈਰਾ ਹੈਗਾ ਕਿ ਅਸੀਂ ਰਜਿਸਟਰੀ ਕਰ ਸਕਦੇ ਹਾਂ ਉਹਦੀ ਇਸ ਡਿਨਾਇਲ ਦੇ ਉੱਪਰ, ਪਰ ਇਹ ਸ਼ਰਤ ਇਹ ਹੈ ਵੀ ਉਹ ਇਹ ਕਹਿੰਦਾ ਹੋਵੇ ਹਾਂ ਡਾਕੂਮੈਂਟ ਦੇ 10 ਮੈਂ ਕੀਤੇ ਹੈ, ਅੰਗੂਠਾ ਮੈਂ ਲਗਾਇਆ ਹੈ, 10 ਅੰਗੂਠਾ ਮੇਰਾ ਹੈ, ਬਿਨਾਂ ਕਿਸੇ ਪ੍ਰੈਸ਼ਰ ਤੋਂ, ਬਿਨਾਂ ਕਿਸੇ ਦਬਾਅ ਤੋਂ ਹੈ, ਠੀਕ ਹੈ। ਬਟ ਇਹ ਨੋਟ ਆਫ ਡਿਨਾਇਲ ਸਾਨੂੰ ਰਜਿਸਟਰੀ ਕਰਕੇ ਅਸੀਂ ਉੱਥੇ ਨੋਟ ਦੇ ਸਕਦੇ ਹਾਂ, ਬਟ ਇਹ ਨੋਟ ਆਫ ਦਾ ਡਿਨਾਇਲ ਸ਼ੈਲ ਬੀ ਮੇਡ ਇਨ ਦਾ ਇੰਡੋਰਸਮੈਂਟ ਰਿਕੁਆਇਰਡ ਬਾਈ ਸੈਕਸ਼ਨ 58। ਜਦੋਂ ਅਸੀਂ ਸੈਕਸ਼ਨ 58 ਦੇ ਤਹਿਤ ਜਿਹੜੀਆਂ ਅਸੀਂ ਇੰਡੋਰਸਮੈਂਟ ਲਗਾਉਂਦੇ ਹਾਂ, ਰਿਸ਼ਤੇ ਪਿਛਲੇ ਪਾਸੇ ਜਿਹੜੀਆਂ ਇੰਡੋਰਸਮੈਂਟ ਅਸੀਂ ਕਰਦੇ ਹੈਗੇ ਆ, ਠੀਕ ਹੈ, ਉੱਥੇ ਸਾਨੂੰ ਨੋਟ ਦੇਣਾ ਬਣਦਾ ਹੈ। ਜੇ ਅਸੀਂ ਵੈਸੇ ਤਾਂ ਦੇਖੋ ਰਜਿਸਟਰੀ ਕਰਨੀ ਨਹੀਂ ਚਾਹੀਦੀ ਜਲਦੀ ਤਾਂ, ਜੇ ਅਸੀਂ ਰਜਿਸਟਰੀ ਕਿਸੇ ਪ੍ਰੈਸ਼ਰ ਜਾ ਕੇ ਅਸੀਂ ਕਰ ਸਕਦੇ ਹਾਂ 138 ਪੈਰੇ ਦੇ ਤਹਿਤ ਕਰ ਸਕਦੇ ਹਾਂ, ਪਰ ਫਿਰ ਸਾਨੂੰ ਜਿਹੜਾ ਹੈਗਾ ਜਿੱਥੇ ਅਸੀਂ ਇੰਡੋਰਸਮੈਂਟ ਲਾ ਕੇ ਸਾਈਨ ਕਰਦੇ ਹਾਂ ਉੱਥੇ ਅਸੀਂ ਨੋਟ ਦੇਵਾਂਗੇ ਵੀ ਇਸ ਵਿਅਕਤੀ ਨੇ ਜਿਹੜੀ ਕੰਸੀਡਰੇਸ਼ਨ ਅਮਾਊਂਟ ਹੈਗੀ ਹੈ, ਰਜਿਸਟਰੀ ਦੀ ਰਕਮ ਹੈਗੀ ਹੈ, ਜਿੰਨੀ ਵੀ ਉਹ ਕਹਿ ਰਿਹਾ ਹੈਗਾ ਵੀ ਉਹ ਕਿਹਾ ਹੈਗਾ ਵੀ ਮੈਨੂੰ ਨਹੀਂ ਮਿਲੀ ਹੈਗੀ, ਉਹ ਅਸੀਂ ਉੱਥੇ ਨੋਟ ਦੇਵਾਂਗੇ। ਸਰ ਸੈਕਸ਼ਨ 52 ਸਰ ਕਿਹੜਾ ਹੈ? ਹਾਂਜੀ ਸੈਕਸ਼ਨ 52 ਕੀ ਹੈ? ਹਾਂਜੀ ਤਾਂ ਜਿਹੜੇ ਸੈਕਸ਼ਨ ਦੇਂਗੇ, ਜਿਹੜੇ ਸੈਕਸ਼ਨ ਦੇਂਗੇ ਇਸ 58 ਐਕਟ 58 ਦਾ ਇੰਡੋਰਸਮੈਂਟ ਦੇ ਨਾਲ ਸੰਬੰਧਿਤ ਹੈ। ਇੰਡੋਰਸਮੈਂਟ ਜਿਹੜੀਆਂ ਅਸੀਂ ਲਗਾਉਂਦੇ ਹਾਂ ਪਿੱਛੇ ਰਜਿਸਟਰੀ ਦੇ ਪਿਛਲੇ ਪਾਸੇ 10 ਅੰਗੂਠੇ ਨਹੀਂ ਕਰਦੇ ਅਸੀਂ ਸਟੈਂਪਾਂ ਲਾ ਕੇ ਰਜਿਸਟਰੀ ਦੀਆਂ, ਮੈਨੂਅਲ ਨਹੀਂ ਹੈ? ਹਾਂਜੀ ਨਹੀਂ, ਪਰ ਮੈਨੂਅਲ ਜਿੱਥੇ ਸੈਕਸ਼ਨ ਦੀ ਗੱਲ ਆ ਜਾਂਦੀ ਹੈ ਉਹ ਐਕਟ ਆ ਜਾਂਦਾ ਹੈ, ਐਕਟ। ਠੀਕ ਹੈ, ਜਿੱਥੇ ਪਹਿਲੇ ਦੀ ਗੱਲ ਆ ਜਾਂਦੀ ਹੈ ਉਹ ਆ ਜਾਂਦਾ ਮੈਨੂਅਲ ਆ। ਠੀਕ ਹੈ। ਡਾਕੂਮੈਂਟ ਨਾਟ ਡਿਊਲੀ ਸਟੈਂਪਡ, ਅੱਗੇ ਪੈਰਾ ਹੈਗਾ 139 ਡਾਕੂਮੈਂਟ ਨਾਟ ਡਿਊਲੀ ਸਟੈਂਪਡ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਉੱਪਰ ਪੈਰਾ ਇੱਕ ਆਇਆ ਸੀਗਾ ਜਿਹਦੇ ਵਿੱਚ ਕਿਹਾ ਵੀ ਜੇ ਡਾਕੂਮੈਂਟ ਪ੍ਰੋਪਰ ਉਹਦੇ ਤੇ ਸਟਾਂਪ ਪੂਰੇ ਨਹੀਂ ਲੱਗੇ ਵੇ ਤਾਂ ਅਸੀਂ ਉਸ ਨੂੰ ਰਿਫਿਊਜ਼ ਨਹੀਂ ਕਰਨਾ ਰਜਿਸਟਰ ਕਰਨ ਤੋਂ। ਨਾਟ ਆਫਸੈਟ ਇਟਸੈਲਫ ਇਜ਼ ਸਫੀਸ਼ੀਐਂਟ ਰੀਜ਼ਨਸ ਫॉर ਰਿਕਾਰਡਿੰਗ ਐਂਡ ਰਿਫਿਊਜ਼ਿੰਗ ਟੂ ਰਜਿਸਟਰ ਇਟ। ਅਸੀਂ ਉਹਨੂੰ ਰਿਫਿਊਜ਼ ਨਹੀਂ ਕਰਾਂਗੇ ਰਜਿਸਟਰ ਕਰਨ ਤੋਂ, ਬਟ ਅਸੀਂ ਉਹਨੂੰ ਇੰਪੋਰਟ ਕਰ ਲਾਂਗੇ, ਠੀਕ ਹੈ। ਸੈਕਸ਼ਨ 33 ਹੈ ਸ਼ਾਇਦ, ਉਹਦੇ ਤਹਿਤ ਅਸੀਂ ਇੰਪੋਰਟ ਕਰਦੇ ਹਾਂ ਉਸਨੂੰ, ਡਾਕੂਮੈਂਟ ਨੂੰ ਇੰਪੋਰਟ ਕਰਕੇ ਅਸੀਂ ਉਸਨੂੰ ਕਲੈਕਟਰ ਕੋਲੇ ਭੇਜ ਦਾਂਗੇ। ਦੈਨ ਕਲੈਕਟਰ ਨੇ ਡਿਟਰਮਿਨ ਕਰਨਾ ਵੀ ਕੀ ਸਟੈਂਪ ਡਿਊਟੀ ਦੀ ਪ੍ਰੋਪਰ ਲੱਗੀ ਹੈ ਜਾਂ ਨਹੀਂ ਲੱਗੀ। ਉਹ ਸੈਕਸ਼ਨ ਅਗਲਾ ਹੈਗਾ ਉਸ ਸੈਕਸ਼ਨ ਦੇ ਤਹਿਤ, ਸੈਕਸ਼ਨ 40 ਦੇ ਤਹਿਤ, ਸੈਕਸ਼ਨ 39 ਦੇ ਤਹਿਤ ਅਸੀਂ ਇੰਪੋਰਟ